ਜਦੋਂ ਕਿਸੇ ਵੀ ਡਰਾਮੇ, ਫਿਲਮ ਜਾਂ ਵੈਬ ਸੀਰੀਜ਼ ਵਿੱਚ ਹਿਡਨ ਬੌਸ ਵਰਗਾ ਟਾਈਟਲ ਸੁਣਦੇ ਹਾਂ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾਂ ਕੋਈ ਚਾਲਬਾਜ਼ ਸੀਈਓ, ਸੁਪਰਵਾਈਜ਼ਰ ਜਾਂ ਟੀਮ ਲੀਡਰ ਦੀ ਤਸਵੀਰ ਉੱਭਰਦੀ ਹੈ ਜੋ ਆਪਣੇ ਕਰਮਚਾਰੀਆਂ ਦੇ ਵਿਚਕਾਰ ਪੇਸ ਬਦਲ ਕੇ ਘੁਲ ਜਾਂਦਾ ਹੈ। ਪਰ ਜਦੋਂ ਇਸ ਵਿੱਚ ਮੌਮ ਸ਼ਬਦ ਜੁੜ ਜਾਵੇ ਤਾਂ ਮਾਮਲਾ ਹੋਰ ਗੁੰਝਲਦਾਰ, ਭਾਵਨਾਤਮਕ ਅਤੇ ਥੋੜ੍ਹਾ ਡਰਾਉਣਾ ਵੀ ਬਣ ਜਾਂਦਾ ਹੈ। ਪੰਜਾਬੀ ਡਰਾਮਾ ਇੰਡਸਟਰੀ, ਜਿਸ ਨੂੰ ਅਸੀਂ ਪਿਆਰ ਨਾਲ ਪੰਜਾਬੀ ਸਿਨੇਮਾ ਜਾਂ ਪੀਟੀਸੀ, ਚੈਰੀ ਪਿੰਕ, ਜੀਓ ਅਤੇ ਹੋਰ ਚੈਨਲਾਂ ਤੇ ਪ੍ਰਸਾਰਿਤ ਡਰਾਮਿਆਂ ਦੇ ਰੂਪ ਵਿੱਚ ਦੇਖਦੇ ਹਾਂ, ਨੇ ਹਾਲ ਹੀ ਵਿੱਚ ਇੱਕ ਅਜਿਹੀ ਕਹਾਣੀ ਦੀ ਪੇਸ਼ਕਸ਼ ਕੀਤੀ ਹੈ ਜਿਸ ਨੇ ਵਿਵਾਦ ਪੈਦਾ ਕਰ ਦਿੱਤੇ। ਕੁਝ ਨੇ ਇਸ ਨੂੰ ਹਿਡਨ ਬੌਸ ਮੌਮ ਦਾ ਨਾਂ ਦਿੱਤਾ। ਇਹ ਅਸਲ ਵਿੱਚ ਕੋਈ ਰਿਐਲਿਟੀ ਸ਼ੋਅ ਨਹੀਂ, ਸਗੋਂ ਇੱਕ ਮਨੋਵਿਗਿਆਨਕ ਡਰਾਮਾ ਹੈ ਜੋ ਸੋਸ਼ਲ ਮੀਡੀਆ, YouTube ਅਤੇ WhatsApp ਯੂਨੀਵਰਸਿਟੀ ਵਿੱਚ ਛਾਇਆ ਰਿਹਾ। ਮੈਂ ਇਸ ਹਿਡਨ ਬੌਸ ਮੌਮ ਡਰਾਮਾ ਦੀ ਸਮੀਖਿਆ ਵਿੱਚ ਉਲਝਣ ਜਾ ਰਿਹਾ ਹਾਂ। ਇਸ ਦੀ ਕਹਾਣੀ, ਪਾਤਰ, ਪ੍ਰੋਡਕਸ਼ਨ, ਸੰਵਾਦ, ਸਮਾਜਿਕ ਸੰਦੇਸ਼, ਮਨੋਵਿਗਿਆਨ ਤੇ ਸਭ ਤੋਂ ਮਹੱਤਵਪੂਰਨ ਪੰਜਾਬੀ ਸੱਭਿਆਚਾਰ ਉੱਤੇ ਪੈਂਦੇ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ। ਇਹ ਡਰਾਮਾ ਕੇਂਦਰੀ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ, ਮਾਨਸਾ, ਵਿੱਚ ਸੈੱਟ ਹੈ। ਮੁੱਖ ਪਾਤਰ ਹੈ ਗੁਰਲਾਲ ਸਿੰਘ, ਇੱਕ ਦਮਦਾਰ ਨਾਂ ਜਿਸ ਵਿੱਚ ਗੁਰਬਾਣੀ ਦੀ ਗੂੰਜ ਅਤੇ ਲਾਲੀ ਦਾ ਅਹਿਸਾਸ ਹੈ, ਪਰ ਅਸਲ ਵਿੱਚ ਇਸ ਡਰਾਮੇ ਦੀ ਹਿਡਨ ਬੌਸ ਹੈ ਕੁਲਵਿੰਦਰ ਕੌਰ। ਕੁਲਵਿੰਦਰ ਕੌਰ ਇੱਕ ਔਸਤ ਦਿੱਖ ਵਾਲੀ 55 ਸਾਲ ਦੀ ਪੰਜਾਬੀ ਮਾਂ ਜੋ ਦਿੱਖ ਵਿੱਚ ਬਿਲਕੁਲ ਨਰਮ, ਹਮਦਰਦ ਅਤੇ ਘਰੇਲੂ ਔਰਤ ਲੱਗਦੀ ਹੈ। ਉਹ ਆਪਣੇ ਪਤੀ, ਸੇਵਾਮੁਕਤ ਸਰਕਾਰੀ ਅਫਸਰ ਬਲਦੇਵ ਸਿੰਘ ਅਤੇ 28 ਸਾਲ ਦੇ ਬੇਟੇ ਅਮਨਦੀਪ ਨਾਲ ਰਹਿੰਦੀ ਹੈ। ਅਮਨਦੀਪ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਮਿਡ ਲੈਵਲ ਮੈਨੇਜਰ ਹੈ। ਪਰ ਕਹਾਣੀ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਮਨਦੀਪ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਕੰਪਨੀ ਦੇ ਹੈੱਡਕੁਆਰਟਰ ਵਿੱਚ ਉਸ ਦੇ ਬੌਸ, ਇੱਕ ਰਹੱਸਮਈ ਸ਼ਖਸੀਅਤ ਜਿਸ ਨੂੰ ਸਾਰੇ ਐਕਸ ਕੋਡ ਨਾਲ ਬੁਲਾਉਂਦੇ ਹਨ, ਨੇ ਉਸ ਦੀ ਟੀਮ ਨੂੰ ਇੱਕ ਪ੍ਰੋਜੈਕਟ ਫੇਲ ਕਰਨ ਦਾ ਆਦੇਸ਼ ਦਿੱਤਾ ਹੈ। ਅਮਨਦੀਪ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਉਸ ਦੀ ਮਾਂ, ਕੁਲਵਿੰਦਰ ਕੌਰ, ਜੋ ਸਾਰੀ ਉਮਰ ਘਰ ਸੰਭਾਲਦੀ ਰਹੀ, ਅਚਾਨਕ ਕੁਝ ਅਜਿਹਾ ਕਰਦੀ ਹੈ ਜਿਸ ਨੇ ਸਾਰੇ ਪਰਦੇ ਫਾੜ ਦਿੱਤੇ। ਉਹ ਆਪਣੇ ਬੇਟੇ ਦੀ ਕੰਪਨੀ ਵਿੱਚ ਹੈਲਪਰ ਦੇ ਤੌਰ ਤੇ ਭਰਤੀ ਹੋ ਜਾਂਦੀ ਹੈ, ਸਫਾਈ ਕਰਮਚਾਰੀ, ਚਾਹ ਬਣਾਉਣ ਵਾਲੀ, ਕਈ ਵਾਰ ਫਾਈਲਾਂ ਦੀ ਸਫਾਈ ਕਰਨ ਵਾਲੀ। ਪਰ ਉਹ ਉਸ ਕੰਪਨੀ ਦੀ ਅਸਲੀ ਮਾਲਕਣ ਹੈ। 20 ਸਾਲ ਪਹਿਲਾਂ ਉਸਨੇ ਆਪਣੇ ਮਾਇਕੇ ਤੋਂ ਮਿਲੀ ਜ਼ਮੀਨ ਵੇਚ ਕੇ ਇੱਕ ਸਟਾਰਟਅਪ ਵਿੱਚ ਪੈਸੇ ਲਗਾਏ ਸਨ ਜੋ ਅੱਜ ਇੱਕ ਮਲਟੀ-ਮਿਲੀਅਨ ਡਾਲਰ ਦਾ ਉੱਦਮ ਬਣ ਚੁੱਕਾ ਹੈ। ਉਸਨੇ ਆਪਣੇ ਪਤੀ ਤੋਂ ਲੁਕਾ ਕੇ, ਆਪਣੇ ਬੇਟੇ ਤੋਂ ਛੁਪਾ ਕੇ, ਪਰਮ ਸਿੰਘ, ਇੱਕ ਵਫਾਦਾਰ ਆਪਰੇਸ਼ਨ ਹੈਡ ਦੀ ਮਦਦ ਨਾਲ ਸਾਰਾ ਸਾਮਰਾਜ ਖੜਾ ਕੀਤਾ। ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦਾ ਪਤੀ ਜ਼ਿੰਦਗੀ ਭਰ ਮਰਦ ਮਾਣ ਵਿੱਚ ਜੀਵੇ, ਉਸ ਦਾ ਬੇਟਾ ਆਪਣੀ ਮਿਹਨਤ ਨਾਲ ਉੱਪਰ ਆਵੇ। ਪਰ ਜਦੋਂ ਉਸਨੇ ਦੇਖਿਆ ਕਿ ਉਸ ਦਾ ਬੇਟਾ ਉਸੇ ਕੰਪਨੀ ਵਿੱਚ, ਬਿਨਾਂ ਜਾਣੇ, ਉਸਦੇ ਹੀ ਬਣਾਏ ਸਿਸਟਮ ਵਿੱਚ ਦੁੱਖ ਚੱਲ ਰਿਹਾ ਹੈ, ਤਾਂ ਉਸਨੇ ਹਿਡਨ ਬੌਸ ਬਣ ਕੇ ਦਖਲ ਦੇਣ ਦਾ ਫੈਸਲਾ ਕਰ ਲਿਆ। ਇਹ ਡਰਾਮਾ ਅਸਲ ਵਿੱਚ ਇੱਕ ਮਾਂ, ਇੱਕ ਉੱਦਮੀ, ਇੱਕ ਔਰਤ ਅਤੇ ਇੱਕ ਛੁਪੇ ਹੋਏ ਤਾਨਾਸ਼ਾਹ ਦੀ ਦਿਮਾਗੀ ਜੰਗ ਹੈ। ਸਭ ਤੋਂ ਪਹਿਲਾਂ ਮੈਂ ਇਸ ਡਰਾਮੇ ਦੇ ਪ੍ਰੋਡਕਸ਼ਨ ਮੁੱਲਾਂ ਬਾਰੇ ਗੱਲ ਕਰਦਾ ਹਾਂ। ਫਿਲਮਾਇਆ ਗਿਆ ਹੈ ਚੰਡੀਗੜ੍ਹ ਅਤੇ ਮੋਹਾਲੀ ਦੇ ਰੀਅਲ ਆਫਿਸ ਲੋਕੇਸ਼ਨਾਂ ਤੇ। ਐਕਟਿੰਗ ਦੀ ਗੱਲ ਕਰੀਏ ਤਾਂ ਕੁਲਵਿੰਦਰ ਕੌਰ ਦੇ ਰੋਲ ਲਈ ਲੇਖਕਾਂ ਨੇ ਜਾਣਬੁੱਝ ਕੇ ਇੱਕ ਗੈਰ ਮਸ਼ਹੂਰ ਪਰ ਬਹੁਤ ਤਜਰਬੇਕਾਰ ਪੰਜਾਬੀ ਥੀਏਟਰ ਅਦਾਕਾਰਾ ਸੁਖਪ੍ਰੀਤ ਕੌਰ ਨੂੰ ਲਿਆ। ਉਸਦੇ ਚਿਹਰੇ ਤੇ ਨਕਾਬ ਬਹੁਤ ਡੂੰਘਾ ਹੈ। ਪਹਿਲੇ 4 ਐਪੀਸੋਡਾਂ ਵਿੱਚ ਉਹ ਇੱਕ ਲਾਚਾਰ, ਬੁੱਢੀ, ਥੋੜੀ ਜਿਹੀ ਹੱਸਦੀ ਹਸਾਉਂਦੀ ਮਾਂ ਵਾਂਗ ਲੱਗਦੀ ਹੈ। ਅਮਨਦੀਪ ਦੇ ਰੋਲ ਵਿੱਚ ਕਰਨਵੀਰ ਸਿੰਘ, ਅਸਲ ਜ਼ਿੰਦਗੀ ਵਿੱਚ ਇੱਕ ਸਟੈਂਡ-ਅਪ ਕਾਮੇਡੀਅਨ, ਨੇ ਸ਼ਾਨਦਾਰ ਕੰਮ ਕੀਤਾ ਹੈ। ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਉਸ ਦੀ ਹਿਡਨ ਬੌਸ ਹੈ ਤਾਂ ਉਸ ਦੀ ਅੱਖਾਂ ਵਿੱਚ ਭਰੋਸਾ ਟੁੱਟਣ ਦਾ ਜੋ ਸਦਮਾ ਹੈ, ਉਹ ਚੁੱਪ ਬੈਠੇ-ਬੈਠੇ ਵੀ ਦਰਸ਼ਕਾਂ ਨੂੰ ਬੇਚੈਨ ਕਰ ਦਿੰਦਾ ਹੈ। ਪਰ ਅਸਲ ਖਲਨਾਇਕ ਕੋਈ ਹੋਰ ਨਹੀਂ, ਪਰਮ ਸਿੰਘ ਦਾ ਰੋਲ ਕਰਨ ਵਾਲੇ ਗੁਰਪ੍ਰੀਤ ਘੁੰਮਣ ਹਨ। ਉਹ ਕ੍ਰਿਪਲ, ਚੁੱਪ, ਖਤਰਨਾਕ ਸੱਪ ਵਾਂਗ ਅਭਿਨੈ ਕਰਦਾ ਹੈ। ਉਹੀ ਹੈ ਜਿਸਨੇ ਸਾਲਾਂ ਤੋਂ ਕੁਲਵਿੰਦਰ ਕੌਰ ਨੂੰ ਜੀ ਕਰਦਿਆਂ ਉਸਦੇ ਦਿਮਾਗ ਨੂੰ ਹੋਰ ਵੀ ਤਾਨਾਸ਼ਾਹ ਬਣਾਇਆ। ਕਹਾਣੀ ਦੀ ਰਫ਼ਤਾਰ ਪਹਿਲੇ 3 ਐਪੀਸੋਡਾਂ ਵਿੱਚ ਜਾਣਬੁੱਝ ਕੇ ਹੌਲੀ ਰੱਖੀ ਗਈ ਹੈ। ਸ਼ੁਰੂਆਤ ਦੇ ਦ੍ਰਿਸ਼ਾਂ ਵਿੱਚ ਅਸੀਂ ਕੁਲਵਿੰਦਰ ਕੌਰ ਨੂੰ ਸਵੇਰੇ ਚਾਹ ਬਣਾਉਂਦਿਆਂ ਪਰਮ ਸਿੰਘ ਨੂੰ ਫੋਨ ਤੇ ਘੱਟ ਆਵਾਜ਼ ਵਿੱਚ 10 ਲੱਖ ਦਾ ਟ੍ਰਾਂਸਫਰ ਕਰਦੇ ਕਹਿੰਦਿਆਂ ਦੇਖਦੇ ਹਾਂ ਅਤੇ ਫਿਰ ਉਹੀ ਔਰਤ ਆਪਣੇ ਪਤੀ ਨੂੰ ਜੀ ਆਇਆਂ ਨੂੰ ਕਹਿ ਕੇ ਪਰੌਂਠੇ ਪਰੋਸਦੀ ਹੈ। ਇਹ ਦੋਹਰੀ ਜ਼ਿੰਦਗੀ ਬਹੁਤ ਹੀ ਸਹਿਜਤਾ ਨਾਲ ਪੇਸ਼ ਕੀਤੀ ਗਈ ਹੈ। ਡਰਾਮੇ ਦਾ ਟਰਨਿੰਗ ਪੁਆਇੰਟ ਐਪੀਸੋਡ 5 ਵਿੱਚ ਆਉਂਦਾ ਹੈ ਜਦੋਂ ਕੁਲਵਿੰਦਰ ਕੌਰ ਕੰਪਨੀ ਦੇ CCTV ਰੂਮ ਵਿੱਚ ਇਕੱਲੀ ਬੈਠ ਕੇ ਆਪਣੇ ਬੇਟੇ ਨੂੰ ਹੋਰ ਮੈਨੇਜਰਾਂ ਨਾਲ ਬਹਿਸ ਕਰਦਿਆਂ ਦੇਖਦੀ ਹੈ। ਉਸ ਵੇਲੇ ਉਸਦੀਆਂ ਅੱਖਾਂ ਵਿੱਚ ਇੱਕ ਠੰਡ ਜਿਹੀ ਆ ਜਾਂਦੀ ਹੈ ਅਤੇ ਉਹ ਇੱਕ ਡਾਇਲ ਕਰਦੀ ਹੈ ਅਮਨਦੀਪ ਦੀ ਟੀਮ ਵਿੱਚੋਂ ਰਾਹੁਲ ਚੌਹਾਨ ਨੂੰ ਬਿਨਾਂ ਕੋਈ ਭਾਵਨਾ ਦਿਖਾਏ। ਇਹ ਦ੍ਰਿਸ਼ ਪੂਰੇ ਡਰਾਮੇ ਦੀ ਰੀੜ੍ਹ ਦੀ ਹੱਡੀ ਹੈ।
ਦਰਸ਼ਕ ਨੂੰ ਅਹਿਸਾਸ ਹੁੰਦਾ ਹੈ ਕਿ ਹਿਡਨ ਬੌਸ ਇੱਕ ਨਿਰਦਈ, ਕੁਸ਼ਲ, ਮਨਘੜਤ ਕਾਰਪੋਰੇਟ ਮਾਲਕ ਹੈ ਜੋ ਇੱਕ ਮਾਂ ਦੇ ਚਿਹਰੇ ਨੂੰ ਆਪਣੇ ਕਵਚ ਵਾਂਗ ਵਰਤਦੀ ਹੈ। ਸੰਵਾਦਾਂ ਵੱਲ ਧਿਆਨ ਦੇਈਏ। ਪੰਜਾਬੀ ਡਰਾਮਿਆਂ ਵਿੱਚ ਅਕਸਰ ਇੱਕ ਖਾਮੀ ਹੁੰਦੀ ਹੈ, ਬਹੁਤ ਜ਼ਿਆਦਾ ਮਲ-ਟੱਪੀ, ਬਹੁਤ ਜ਼ਿਆਦਾ ਹਾਸੇ ਲਈ ਨਿਰਾਰਥਕ ਗੱਲਾਂ। ਪਰ ਇਸ ਡਰਾਮੇ ਨੇ ਉਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਨ ਵਜੋਂ, ਇੱਕ ਸੀਨ ਵਿੱਚ ਜਦੋਂ ਬੇਟਾ ਅਮਨਦੀਪ ਮਾਂ ਨੂੰ ਕਹਿੰਦਾ ਹੈ, ਮਾਂ, ਤੈਨੂੰ ਆਫਿਸ ਦੀ ਨੌਕਰੀ ਨਹੀਂ ਸਮਝਣੀ, ਤੂੰ ਤਾਂ ਬਸ ਕੈਂਟੀਨ ਵਿੱਚ ਮੇਰੇ ਵਾਸਤੇ ਲੱਡੂ ਲਿਆ ਕਰ। ਜਵਾਬ ਵਿੱਚ ਮਾਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਹੱਸਦੀ ਹੈ ਅਤੇ ਬੋਲਦੀ ਹੈ, ਪੁੱਤ, ਲੱਡੂ ਵੀ ਕਦੇ ਉਤਲਿਆਂ ਨੂੰ ਹੀ ਲਿਆਏ ਜਾਂਦੇ ਨੇ। ਇਸ ਇੱਕ ਲਾਈਨ ਨੇ ਪੂਰੇ ਪੰਜਾਬੀ ਸੋਸ਼ਲ ਮੀਡੀਆ ਤੇ ਤੂਫਾਨ ਮਚਾ ਦਿੱਤਾ। ਲੋਕਾਂ ਨੇ ਇਸ ਨੂੰ ਹਿਡਨ ਬੌਸ ਮੌਮ ਜਿਹੜੀ ਬੋਲੀ ਦਾ ਟ੍ਰੈਂਡ ਬਣਾਇਆ। ਹੋਰ ਵੀ ਸੰਵਾਦ ਹਨ। ਘਰ ਦੀ ਸੁਆਣੀ ਜੇ ਬਾਹਰ ਨਿਕਲੇ ਤਾਂ ਪਤਾ ਨਹੀਂ ਲੱਗਦਾ ਕਿ ਫੈਕਟਰੀ ਕਿਹਨੂੰ ਕਹਿੰਦੇ ਨੇ, ਇਹ ਕੁਲਵਿੰਦਰ ਕੌਰ ਆਪਣੇ ਭਰੋਸੇਮੰਦ ਪਰਮ ਸਿੰਘ ਨੂੰ ਕਹਿੰਦੀ ਹੈ ਅਤੇ ਇਸ ਸੀਨ ਵਿੱਚ ਉਸ ਦੇ ਚਿਹਰੇ ਤੇ ਇੱਕ ਚਾਲਬਾਜ਼ ਮੁਸਕਰਾਹਟ ਹੁੰਦੀ ਹੈ ਜੋ ਬਹੁਤ ਘਿਣਾਉਣੀ ਵੀ ਹੈ ਅਤੇ ਪ੍ਰਸ਼ੰਸਾਯੋਗ ਵੀ। ਹੁਣ ਗੱਲ ਕਰਦੇ ਹਾਂ ਡਰਾਮੇ ਦੇ ਦਿਲ ਉੱਤੇ। ਇਹ ਮੌਮ ਪਾਤਰ ਅਸਲ ਵਿੱਚ ਕੀ ਦਰਸਾਉਂਦਾ ਹੈ? ਪੰਜਾਬੀ ਸੱਭਿਆਚਾਰ, ਖਾਸ ਕਰਕੇ ਮੱਧ ਵਰਗੀ ਸੋਚ ਵਿੱਚ ਮਾਂ ਨੂੰ ਕੁਰਬਾਨੀ, ਨਿਸ਼ਕਾਮ ਪਿਆਰ, ਅੰਨ੍ਹੇਵਾਹ ਸਹਾਰੇ ਦੀ ਮੂਰਤ ਮੰਨਿਆ ਗਿਆ ਹੈ। ਮਾਂ ਬੋਲਦੀ ਨਹੀਂ, ਮਹਿਸੂਸ ਕਰਦੀ ਹੈ। ਮਾਂ ਦਾ ਸਾਥ ਸਭ ਤੋਂ ਵੱਡਾ ਅਜਿਹੇ ਬਹੁਤੇ ਨਾਰੇ। ਪਰ ਇਸ ਡਰਾਮੇ ਨੇ ਉਲਟਾ ਕੀਤਾ ਹੈ। ਇਸਨੇ ਦਿਖਾਇਆ ਹੈ ਕਿ ਜਦੋਂ ਇੱਕ ਮਾਂ ਹਿਡਨ ਬੌਸ ਬਣ ਜਾਂਦੀ ਹੈ ਤਾਂ ਉਸ ਦੀ ਕੁਰਬਾਨੀ ਆਪਣੀ ਹੀ ਨਿਸ਼ਕਾਮਤਾ ਨੂੰ ਖਾ ਜਾਂਦੀ ਹੈ। ਉਹ ਆਪਣੇ ਬੇਟੇ ਦੀਆਂ ਤਨਖਾਹਾਂ, ਤਰੱਕੀਆਂ ਅਤੇ ਅਸਫਲਤਾਵਾਂ ਨੂੰ ਕੰਟਰੋਲ ਕਰਦੀ ਹੈ। ਉਹ ਆਪਣੇ ਪਤੀ ਨੂੰ ਇੱਕ ਵੱਡੇ ਭਰਨ ਵਿੱਚ ਜਿਉਂਦਾ ਰੱਖਦੀ ਹੈ, ਇਹ ਸੋਚਦਿਆਂ ਕਿ ਉਹ ਉਸ ਦੀ ਰੱਖਿਆ ਕਰ ਰਹੀ ਹੈ। ਅਸਲ ਵਿੱਚ ਉਹ ਆਪਣੇ ਪੂਰੇ ਪਰਿਵਾਰ ਦੇ ਫੈਸਲਿਆਂ, ਉਹਨਾਂ ਦੀ ਸੋਚਣ ਦੀ ਸ਼ਕਤੀ ਅਤੇ ਉਹਨਾਂ ਦੇ ਆਜ਼ਾਦ ਮਨ ਨੂੰ ਕੈਦ ਕਰ ਰਹੀ ਹੈ। ਇਹ ਬਹੁਤ ਡੂੰਘਾ ਮਨੋਵਿਗਿਆਨਕ ਡਰਾਮਾ ਹੈ। ਕੁਲਵਿੰਦਰ ਕੌਰ ਦਾ ਤਰਕ ਹੈ, ਮੈਂ ਸਭ ਕੁਝ ਆਪਣੇ ਪਰਿਵਾਰ ਲਈ ਕੀਤਾ, ਪਰ ਉਸ ਦੇ ਕੰਮ ਉਸ ਦੇ ਪਰਿਵਾਰ ਨੂੰ ਵਿਅਕਤੀਗਤ ਤੌਰ ਤੇ ਤਬਾਹ ਕਰ ਰਹੇ ਹਨ। ਉਸ ਦਾ ਪੁੱਤਰ ਅਮਨਦੀਪ ਆਖਰੀ ਐਪੀਸੋਡ ਵਿੱਚ ਜਦੋਂ ਆਪਣੀ ਮਾਂ ਦੇ ਸਾਹਮਣੇ ਬੈਠ ਕੇ ਰੋਂਦਾ ਹੈ, ਉਹ ਕਹਿੰਦਾ ਹੈ, ਤੂੰ ਮੇਰੀ ਮਾਂ ਹੈ ਕਿ ਮੇਰਾ ਬੌਸ? ਜਾਂ ਦੋਵੇਂ? ਇਹ ਪ੍ਰਸ਼ਨ ਬਹੁਤ ਤਕਲੀਫ ਦਿੰਦਾ ਹੈ। ਦਰਸ਼ਕ ਦੇ ਮਨ ਵਿੱਚ ਆਪਣੀ ਮਾਂ ਪ੍ਰਤੀ ਵੀ ਇੱਕ ਅਜੀਬ ਬੇਚੈਨੀ ਉੱਠਦੀ ਹੈ। ਕੀ ਸਾਡੀਆਂ ਮਾਵਾਂ ਵੀ ਕਦੇ ਹਮਦਰਦੀ ਦੇ ਨਾਂ ਤੇ ਸਾਡੀ ਜ਼ਿੰਦਗੀ ਦੇ ਪਰਮ ਸਿੰਘ ਬਣ ਜਾਂਦੀਆਂ ਹਨ? ਕੀ ਸਾਡੇ ਫੈਸਲੇ ਅਸਲ ਵਿੱਚ ਸਾਡੇ ਹੁੰਦੇ ਹਨ ਜਾਂ ਉਹਨਾਂ ਉਮੀਦਾਂ ਦੇ ਜਿਹੜੀਆਂ ਮਾਂ ਸਾਡੇ ਤੇ ਲਾਦ ਦਿੰਦੀ ਹੈ? ਇਸ ਡਰਾਮੇ ਨੇ ਉਸ ਨੂੰ ਉਗਾੜ ਕੇ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਡਰਾਮੇ ਦੀ ਇੱਕ ਹੋਰ ਮਹੱਤਵਪੂਰਨ ਪਰਤ ਹੈ ਛੁਪੀ ਹੋਈ ਔਰਤ ਦੀ ਤਾਕਤ। ਆਮ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਜਾਂ ਤਾਂ ਔਰਤ ਪੂਰੀ ਤਰ੍ਹਾਂ ਨਿਰੀ ਹੁੰਦੀ ਹੈ ਜਾਂ ਫਿਰ ਸਟਰਾਂਗ ਵੂਮੈਨ ਦਾ ਟੈਂਪਲੇਟ ਹੁੰਦਾ ਹੈ, ਸ਼ੋਰ ਮਚਾਉਣ ਵਾਲੀ, ਗੁੱਸੇ ਵਾਲੀ, ਪੁਲਿਸ ਥਾਣਿਆਂ ਵਿੱਚ ਲਾਠੀ ਚਲਾਉਣ ਵਾਲੀ। ਪਰ ਇੱਥੇ ਕੁਲਵਿੰਦਰ ਕੌਰ ਇੱਕਦਮ ਟੁੱਟੀ ਫੇ ਹੈ। ਉਹ ਕਦੇ ਉੱਚੀ ਨਹੀਂ ਬੋਲਦੀ। ਉਹ ਆਪਣੇ ਟੀਚੇ ਕਿਸੇ ਚਾਕੂ ਨਾਲ ਨਹੀਂ, ਸਗੋਂ ਇੱਕ ਪੇਪਰ ਕਟਰ ਦੀ ਸ਼ੁੱਧਤਾ ਨਾਲ ਪੂਰੇ ਕਰਦੀ ਹੈ। ਉਹ ਆਪਣੇ ਕਰਮਚਾਰੀ ਰਾਹੁਲ ਚੌਹਾਨ ਨੂੰ ਨਿੱਜੀ ਕਾਰਨਾਂ ਕਰਕੇ ਨਹੀਂ ਦੀ, ਉਹ ਉਸ ਨੂੰ ਦੀ ਹੈ ਕਿਉਂਕਿ ਉਹ ਉਸ ਦੇ ਬੇਟੇ ਦੀ ਤਰੱਕੀ ਵਿੱਚ ਰੁਕਾਵਟ ਹੈ। ਇਸ ਫੈਸਲੇ ਵਿੱਚ ਉਸ ਦੀ ਕੋਈ ਨੈਤਿਕਤਾ ਨਹੀਂ, ਸਿਰਫ ਇੱਕ ਭਿਆਨਕ ਮਾਤਾ ਸ਼ਕਤੀ ਹੈ। ਇਸ ਡਰਾਮੇ ਨੇ ਸੋਸ਼ਲ ਮੀਡੀਆ ਤੇ ਮਾਂ ਮਾਲਕ ਦਾ ਜੋ ਮੀਮ ਸੱਭਿਆਚਾਰ ਖੜਾ ਕੀਤਾ, ਉਹ ਅਵਿਸ਼ਵਾਸਯੋਗ ਹੈ। ਮਾਂ ਤੋਂ ਡਰੋ, ਮਾਂ ਤਾਂ ਸੱਚੇ ਪਿਆਰ ਲਈ ਤੁਹਾਡੀ ਕੰਪਨੀ ਦਾ IPO ਵੀ ਵੇਚ ਸਕਦੀ ਹੈ। ਹਿਡਨ ਬੌਸ ਮੌਮ ਜਿਹੜੀ ਤੁਹਾਡੀ ਪਲੇਟ ਵਿੱਚ ਓਵਰਟਾਈਮ ਪੈਸੇ ਵੀ ਰੱਖਦੀ ਹੈ ਅਤੇ ਤੁਹਾਡੇ ਓਵਰਟਾਈਮ ਦੀ ਨੀਂਦ ਵੀ ਉਡਾ ਦਿੰਦੀ ਹੈ। ਇਸ ਡਰਾਮੇ ਦੀ ਸਭ ਤੋਂ ਵੱਡੀ ਕਮਜ਼ੋਰੀ ਕੁਝ ਗੜਬੜ ਵਾਲੇ ਪਲਾਟ ਹੋਲ ਹਨ। ਉਦਾਹਰਨ ਵਜੋਂ, 20 ਸਾਲਾਂ ਤੱਕ ਕੁਲਵਿੰਦਰ ਕੌਰ ਦਾ ਆਪਣੇ ਪਤੀ ਤੋਂ 50 ਕਰੋੜ ਦਾ ਕਾਰੋਬਾਰ ਲੁਕਾਏ ਰੱਖਣਾ, ਹਰ ਦਿਨ ਘਰ ਦਾ ਲੇਖਾ ਜੋਖਾ ਰੱਖਣਾ ਬਿਨਾਂ ਕਿਸੇ ਸ਼ੱਕ ਦੇ, ਇਹ ਥੋੜਾ ਬਹੁਤ ਅਵਾਸਤਵਿਕ ਲੱਗਦਾ ਹੈ। ਪੰਜਾਬੀ ਪਰਿਵਾਰਾਂ ਵਿੱਚ, ਖਾਸ ਕਰਕੇ ਜਦੋਂ ਪਤੀ ਸੇਵਾਮੁਕਤ ਅਫਸਰ ਹੋਵੇ, ਹਰ ਰੁਪਏ ਦਾ ਲੇਖਾ ਜੋਖਾ ਹੁੰਦਾ ਹੈ। ਇਸ ਲਈ ਦਰਸ਼ਕ ਦਾ ਇੱਕ ਵਰਗ ਇਹ ਕਹਿੰਦਾ ਹੈ ਕਿ ਇਹ ਕੋਈ ਪੰਜਾਬੀ ਡਰਾਮਾ ਨਹੀਂ, ਸਗੋਂ ਕੋਈ ਕੋਰੀਅਨ ਡਰਾਮਾ ਹੈ ਜਿਸ ਨੂੰ ਪੰਜਾਬੀ ਪਹਿਰਾਵਾ ਪਾ ਦਿੱਤਾ ਗਿਆ ਹੈ। ਦੂਜੀ ਕਮਜ਼ੋਰੀ ਹੈ ਸੰਗੀਤ। ਪੰਜਾਬੀ ਡਰਾਮਿਆਂ ਵਿੱਚ ਰੋਮਾਂਟਿਕ ਗੀਤ, ਵਿਆਹ ਦੇ ਗੀਤ ਜਾਂ ਐਕਸ਼ਨ ਦੇ ਗੀਤ ਪਾ ਦੇਣ ਦੀ ਬਜਾਏ ਇਸ ਵਿੱਚ ਬਹੁਤ ਘੱਟ ਵਰਤੋਂ ਕੀਤੀ ਗਈ। ਜੋ ਗੀਤ ਹਨ, ਉਹ ਬਹੁਤ ਜ਼ਿਆਦਾ ਲੋਫਾਈ ਅਤੇ ਐਂਬੀਐਂਟ ਕਿਸਮ ਦੇ ਹਨ। ਇੱਕ ਬੈਕਗ੍ਰਾਉਂਡ ਸਕੋਰ ਵਾਰ ਇੱਕ ਹੀ ਧੁਨ ਵਜਾਉਂਦਾ ਹੈ ਜੋ ਇੱਕ ਛੇਦਦਾਰ, ਡਰਾਉਣੀ ਵਾਇਲਨ ਦੀ ਆਵਾਜ਼ ਹੈ। ਇਹ ਸ਼ਾਇਦ ਜਾਣਬੁੱਝ ਕੇ ਕੀਤਾ ਗਿਆ ਹੈ, ਪਰ ਔਸਤ ਪੰਜਾਬੀ ਦਰਸ਼ਕ ਇਸ ਨੂੰ ਬੋਰ ਜਾਂ ਭੂਤ ਪ੍ਰੇਤ ਵਾਲੀ ਸੀਰੀਜ਼ ਕਹਿ ਕੇ ਨਕਾਰਦਾ ਹੈ। ਤੀਜੀ ਕਮਜ਼ੋਰੀ, ਕੁਝ ਐਪੀਸੋਡਾਂ ਵਿੱਚ ਸੰਵਾਦ ਬਹੁਤ ਜ਼ਿਆਦਾ ਇੰਗਲਿਸ਼ ਪੰਜਾਬੀ ਕੋਡ ਮਿਕਸ ਕਰ ਦਿੰਦੇ ਹਨ।
ਕੁਲਵਿੰਦਰ ਮੈਡਮ, ਅਸੀਂ ਇਸ ਕੁਆਰਟਰ ਦੇ ਟਾਰਗੇਟ ਮਿਸ ਕਰ ਦਿੱਤੇ। HR ਨੇ KPI ਨੂੰ ਰੀਸ਼ਫਲ ਕਰ ਦਿੱਤਾ। ਅਜਿਹੇ ਸੰਵਾਦ ਬਹੁਤ ਸਾਰੇ ਨੌਜਵਾਨਾਂ ਨੂੰ ਭਾਵੇਂ ਕੂਲ ਲੱਗਣ, ਪਰ ਬਜ਼ੁਰਗ ਦਰਸ਼ਕਾਂ ਨੂੰ ਅਜੀਬ ਲੱਗਦੇ ਹਨ। ਪੰਜਾਬੀ ਦਰਸ਼ਕ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਵਰਗ ਕਹਿੰਦਾ ਹੈ, ਸਾਡੇ ਪੰਜਾਬ ਵਿੱਚ ਔਰਤਾਂ ਵੀ ਹੁਣ ਅਜਿਹੀਆਂ ਹੀ ਹੋ ਗਈਆਂ ਨੇ, ਅੰਦਰੋਂ ਬੌਸ ਬਾਹਰੋਂ ਮਾਂ। ਦੂਜਾ ਵਰਗ ਕਹਿੰਦਾ ਹੈ, ਇਹ ਪਰਿਵਾਰਕ ਜ਼ਹਿਰ ਫੈਲਾਉਣ ਦਾ ਡਰਾਮਾ ਹੈ, ਮਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪਰ ਮੈਂ ਸਮਝਦਾ ਹਾਂ ਕਿ ਜੇਕਰ ਅਸੀਂ ਇਸ ਡਰਾਮੇ ਨੂੰ ਇੱਕ ਮਾਤਰ ਮਨੋਰੰਜਨ ਵਜੋਂ ਨਾ ਦੇਖ ਕੇ ਇੱਕ ਸਮਾਜਿਕ ਟਿੱਪਣੀ ਵਜੋਂ ਦੇਖੀਏ ਤਾਂ ਇਹ ਕਾਫੀ ਆਮ ਹੈ। ਪੰਜਾਬੀ ਸਮਾਜ ਵਿੱਚ, ਖਾਸ ਕਰਕੇ NRI ਪਰਿਵਾਰਾਂ ਅਤੇ ਸ਼ਹਿਰੀ ਮੱਧ ਵਰਗ ਵਿੱਚ, ਹਿਡਨ ਬੌਸ ਮੌਮ ਦੀ ਸੰਕਲਪੀ ਅਸਲੀਅਤ ਬਣਦੀ ਜਾ ਰਹੀ ਹੈ। ਕਿੰਨੀਆਂ ਹੀ ਮਾਵਾਂ ਹਨ ਜਿਹੜੀਆਂ ਸਰਜਰੀ ਤੋਂ ਬਾਅਦ ਵੀ ਘਰ ਦਾ ਸਾਰਾ ਬੋਝ ਚੁੱਕਦੀਆਂ ਹਨ, ਜਿਹੜੀਆਂ ਕ੍ਰੈਡਿਟ ਕਾਰਡਾਂ ਦੇ ਬਿੱਲ ਚੁੱਪਚਾਪ ਅਦਾ ਕਰਦੀਆਂ ਹਨ, ਜਿਹੜੀਆਂ ਆਪਣੇ ਬੱਚਿਆਂ ਦੀ ਕਾਲਜ ਫੀਸ, ਵਿਆਹ, ਵਿਦੇਸ਼ੀ ਜਾਣ ਦੇ ਵੀਜ਼ੇ ਪਿੱਛੇ ਲੱਖਾਂ ਰੁਪਏ ਨੂੰ ਇਸ ਤਰ੍ਹਾਂ ਹਿਡਨ ਰੱਖਦੀਆਂ ਹਨ ਜਿਵੇਂ ਉਹ ਕੋਈ ਗੁਪਤ ਮਿਸ਼ਨ ਹੋਵੇ। ਡਰਾਮੇ ਦਾ ਨਿਰਦੇਸ਼ਕ ਹਰਭਜਨ ਸਿੰਘ ਸੱਗੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ਮੈਂ ਆਪਣੀ ਮਾਂ ਤੋਂ ਪ੍ਰੇਰਿਤ ਹਾਂ। ਉਹ 25 ਸਾਲਾਂ ਤੱਕ ਮੇਰੇ ਸਕੂਲ ਦੇ ਪਿੰਕ ਸਲਿੱਪ ਤੇ ਦਸਤਖਤ ਕਰਦੀ ਰਹੀ, ਪਰ ਉਸੇ ਸਮੇਂ ਉਸਨੇ 3 ਹੋਰ ਬੱਚਿਆਂ ਨੂੰ ਵਿਦੇਸ਼ ਭੇਜਿਆ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਉਸਦੇ ਨਾਂ ਤੇ ਇੱਕ ਕੰਪਨੀ ਸੀ। ਮੈਂ ਹੈਰਾਨ ਰਹਿ ਗਿਆ। ਇਹ ਡਰਾਮਾ ਉਸ ਹੈਰਾਨੀ ਨੂੰ ਸਮਰਪਿਤ ਹੈ। ਜਦੋਂ ਡਰਾਮੇ ਦਾ ਆਖਰੀ ਐਪੀਸੋਡ ਆਇਆ ਤਾਂ ਇਸਨੇ ਬਹੁਤ ਵਿਵਾਦ ਪੈਦਾ ਕਰ ਦਿੱਤਾ। ਅੰਤ ਵਿੱਚ ਅਮਨਦੀਪ ਨੇ ਕੰਪਨੀ ਛੱਡਣ ਦਾ ਫੈਸਲਾ ਕੀਤਾ। ਉਹ ਆਪਣੀ ਮਾਂ ਤੋਂ ਇੰਨਾ ਟੁੱਟਦਾ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਉਹ ਕਹਿੰਦਾ ਹੈ, ਮਾਂ, ਤੂੰ ਮੈਨੂੰ ਪੈਦਾ ਕਰਨ ਦੀ ਬਜਾਏ ਮੈਨੂੰ ਅਪਾਇੰਟਮੈਂਟ ਲੈਟਰ ਦੇ ਦੇਂਦੀ। ਪਰ ਕੁਲਵਿੰਦਰ ਕੌਰ ਆਪਣੀ ਕੁਰਸੀ ਤੇ ਬੈਠੀ ਬਿਨਾਂ ਕੋਈ ਪਛਤਾਵਾ ਦਿਖਾਏ ਕਹਿੰਦੀ ਹੈ, ਪੁੱਤ ਤੂੰ ਜਾ, ਪਰ ਤੂੰ ਭੁੱਲਿਆ ਨਾ, ਇਹ ਕੰਪਨੀ, ਇਹ ਘਰ, ਇਹ ਕੁਰਸੀ, ਇਹ ਦੁਨੀਆ, ਸਭ ਕੁਝ ਮੈਂ ਤੇਰੇ ਲਈ ਬਣਾਇਆ ਸੀ। ਤੂੰ ਮੇਰਾ ਹੀ ਪ੍ਰੋਜੈਕਟ ਹੈ। ਇਸ ਇੱਕ ਲਾਈਨ ਨੇ ਸਾਰੇ ਦਰਸ਼ਕਾਂ ਦੀਆਂ ਰੂਹਾਂ ਵਿੱਚ ਅੱਗ ਲਾ ਦਿੱਤੀ। ਕੁਝ ਨੇ ਇਸ ਨੂੰ ਪ੍ਰੇਰਨਾਦਾਇਕ ਕਿਹਾ, ਕੁਝ ਨੇ ਜ਼ਹਿਰ ਕਿਹਾ, ਪਰ ਕਿਸੇ ਨੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਅਤੇ ਇਹੀ ਸਭ ਤੋਂ ਵੱਡੀ ਸਫਲਤਾ ਹੈ। ਇੱਕ ਪੰਜਾਬੀ ਡਰਾਮੇ ਨੇ, ਜਿਸ ਦਾ ਬਜਟ ਸ਼ਾਇਦ ਕਿਸੇ ਬਾਲੀਵੁੱਡ ਟਰੈਕਰ ਤੋਂ ਵੀ ਘੱਟ ਸੀ, ਦੇਸ਼-ਵਿਦੇਸ਼ ਦੇ ਪੰਜਾਬੀ ਦਰਸ਼ਕਾਂ ਵਿੱਚ ਇੱਕ ਦਾਰਸ਼ਨਿਕ ਵਹਿਮ ਪੈਦਾ ਕਰ ਦਿੱਤਾ। ਇਹ ਡਰਾਮਾ ਕਿਸੇ ਵੀ ਸ਼੍ਰੇਣੀ ਵਿੱਚ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦਾ। ਇਹ ਨਾ ਤਾਂ ਪੂਰਾ ਥ੍ਰਿਲਰ ਹੈ, ਨਾ ਪੂਰਾ ਫੈਮਿਲੀ ਡਰਾਮਾ, ਨਾ ਪੂਰਾ ਕਾਮੇਡੀ। ਇਸ ਦੀ ਆਪਣੀ ਇੱਕ ਅਜੀਬ, ਬੇਆਰਾਮ, ਖੁਰਦਬੁਰੀ ਵਾਲੀ ਸ਼ੈਲੀ ਹੈ। ਜਿਵੇਂ ਤੁਸੀਂ ਕਿਸੇ ਮੰਮੀ ਬਲੌਗਰ ਦੀ ਇੰਸਟਾਗ੍ਰਾਮ ਸਟੋਰੀ ਦੇਖ ਰਹੇ ਹੋ ਜੋ ਅਚਾਨਕ ਤੁਹਾਨੂੰ ਕਾਰਪੋਰੇਟ ਕਨਸਪੀਰੇਸੀ ਦਾ ਸਬਕ ਪੜ੍ਹਾਉਣ ਲੱਗੇ। ਪ੍ਰੋਡਕਸ਼ਨ ਟੀਮ ਨੇ ਬਹੁਤ ਘੱਟ ਮੇਕ-ਅਪ ਦੀ ਵਰਤੋਂ ਕੀਤੀ ਹੈ। ਕੁਲਵਿੰਦਰ ਕੌਰ ਦੇ ਚਿਹਰੇ ਤੇ ਚੁੜੀਆਂ ਹਨ, ਉਸਦੇ ਹੱਥਾਂ ਵਿੱਚ ਮਹਿੰਦੀ ਦਾ ਰੰਗ ਫਿੱਕਾ ਪੈ ਰਿਹਾ ਹੈ ਅਤੇ ਉਸਦੀ ਆਵਾਜ਼ ਵਿੱਚ ਇੱਕ ਸਥਿਰ ਧਾਤੂ ਠੰਡ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਣੀ ਜਵਾਨੀ ਦੀਆਂ ਸਾਰੀਆਂ ਚਿੰਤਾਵਾਂ, ਸੁਪਨੇ, ਗੁੱਸੇ ਨੂੰ ਉਸਨੇ ਸਟਾਕ ਮਾਰਕੀਟ ਵਾਂਗ ਸੰਭਾਲ ਲਿਆ ਹੋਵੇ। ਉਸਦਾ ਪਤੀ, ਬਲਦੇਵ ਸਿੰਘ, ਪੂਰੇ ਡਰਾਮੇ ਵਿੱਚ ਕੁਝ ਵੀ ਗੰਭੀਰ ਨਹੀਂ ਬੋਲਦਾ। ਉਹ ਸਿਰਫ ਟੀਵੀ ਦੇਖਦਾ ਹੈ, ਕਹਿੰਦਾ ਹੈ, ਚਾਹ ਦੇ ਦੇ, ਜਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਕੁਝ ਨਹੀਂ ਆਉਂਦਾ। ਇਹ ਇਨਕਾਰ ਦੀ ਮਿਸਾਲ ਹੈ। ਬਲਦੇਵ ਇਸ ਲਈ ਨਹੀਂ ਦੇਖ ਸਕਦਾ ਕਿ ਉਸਦੀ ਪਤਨੀ ਅਸਲ ਵਿੱਚ ਕੀ ਕਰ ਰਹੀ ਹੈ, ਕਿਉਂਕਿ ਉਸਦੇ ਮਰਦ ਮਾਣ ਨੂੰ ਇਹ ਸੱਚ ਬਰਦਾਸ਼ਤ ਨਹੀਂ। ਇਸ ਡਰਾਮੇ ਦਾ ਇੱਕ ਹੋਰ ਪਾਰਟ ਇਹ ਵੀ ਹੈ ਕਿ ਪਿਤਾ ਕਿੰਨਾ ਨਕਾਰਾ, ਬੇਬਸ ਅਤੇ ਆਊਟ ਆਫ ਟੱਚ ਹੋ ਸਕਦਾ ਹੈ ਜਦੋਂ ਮਾਂ ਪੂਰੇ ਪਾਵਰ ਸਟਰਕਚਰ ਤੇ ਕਾਬਜ਼ ਹੋ ਜਾਵੇ। ਇੱਕ ਹੋਰ ਆਮ ਪਾਤਰ ਸਿਮਰਨ, ਅਮਨਦੀਪ ਦੀ ਪ੍ਰੇਮਿਕਾ, ਜੋ ਕੰਪਨੀ ਵਿੱਚ HR ਮੈਨੇਜਰ ਹੈ। ਉਹ ਆਵਾਜ਼ ਹੈ ਜਿਹੜੀ ਸੋਸ਼ਲ ਮੀਡੀਆ ਤੇ ਸਵਾਲ ਪੁੱਛਦੀ ਹੈ। ਜਦੋਂ ਉਹ ਕੁਲਵਿੰਦਰ ਕੌਰ ਨੂੰ ਆਂਟੀ ਜੀ ਕਹਿ ਕੇ ਪੁੱਛਦੀ ਹੈ, ਤੁਸੀਂ ਹਰ ਕਰਮਚਾਰੀ ਦੇ ਫੈਸਲੇ ਤੇ ਕਿਵੇਂ ਪਹੁੰਚਦੇ ਹੋ, ਤਾਂ ਕੁਲਵਿੰਦਰ ਉਸਨੂੰ ਇੱਕ ਬਹੁਤ ਪਿਆਰੀ, ਮਿਲਾਉਣੀ, ਪਰ ਬਿਲਕੁਲ ਖਤਰਨਾਕ ਮੁਸਕਰਾਹਟ ਨਾਲ ਕਹਿੰਦੀ ਹੈ, ਬੇਟੀ, ਮੈਂ ਬਸ ਚਾਹ ਪਿਆਉਣ ਵਾਲੀ ਹਾਂ। ਇਹ ਲਾਈਨ ਵੀ ਟ੍ਰੈਂਡ ਕੀਤੀ ਗਈ। ਲੋਕਾਂ ਨੇ ਆਪਣੇ ਆਫਿਸਾਂ ਵਿੱਚ ਚਾਹ ਬਣਾਉਣ ਵਾਲੇ ਕਰਮਚਾਰੀਆਂ ਨੂੰ ਵੱਖ-ਵੱਖ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਕੋਈ ਮਜ਼ਾਕ ਕਰਦਾ ਸੀ, ਕੋਈ ਡਰਦਾ ਸੀ। ਇਹ ਡਰਾਮਾ ਅਸਲ ਵਿੱਚ ਨੌਕਰ ਅਤੇ ਮਾਲਕ ਦੇ ਸਬੰਧਾਂ ਨੂੰ ਉਲਟਾ ਦਿੰਦਾ ਹੈ। ਪਰ ਜਿੱਥੇ ਇਹ ਉਲਟਾ ਥ੍ਰਿਲਰ ਹੈ, ਉੱਥੇ ਇੱਕ ਡੂੰਘਾ ਗਮ ਹੈ। ਕੁਲਵਿੰਦਰ ਕੌਰ ਕਦੇ ਖੁਸ਼ ਨਹੀਂ ਹੁੰਦੀ। ਉਸਦੀ ਹਰ ਜਿੱਤ ਇਕੱਲਤਾ ਵਿੱਚ ਮਨਾਈ ਜਾਂਦੀ ਹੈ। ਉਸਦੇ ਕੋਲ ਕੋਈ ਦੋਸਤ ਨਹੀਂ, ਕੋਈ ਸ਼ੌਕ ਨਹੀਂ, ਬਸ ਉਸਦਾ ਬੇਟਾ ਜੋ ਉਸ ਤੋਂ ਡਰਦਾ ਹੈ ਅਤੇ ਉਸਦਾ ਪਤੀ ਜੋ ਉਸਦੀ ਅਸਲੀਅਤ ਤੋਂ ਅਣਜਾਣ ਹੈ। ਅਖੀਰ ਵਿੱਚ ਉਹ ਇੱਕ ਵਿਸ਼ਾਲ, ਖਾਲੀ, ਏਸੀ ਘਰ ਵਿੱਚ ਕੰਪਨੀ ਦੇ ਸਾਰੇ ਸ਼ੇਅਰ ਆਪਣੇ ਹੱਥ ਵਿੱਚ ਲੈ ਕੇ ਪਰ ਕੰਬਦੇ ਹੱਥਾਂ ਨਾਲ ਆਪਣੇ ਬੇਟੇ ਦਾ ਖਾਲੀ ਕਮਰਾ ਦੇਖਦੀ ਹੈ। ਇਹ ਦਰਿਸ਼ ਅੰਦਰੂਨੀ ਬੇਚੈਨੀ ਪੈਦਾ ਕਰਦਾ ਹੈ।
ਦਰਸ਼ਕ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਜਾਂ ਉਸ ਤੋਂ ਡਰਨਾ ਚਾਹੀਦਾ ਹੈ। ਇਹ ਹਿਡਨ ਬੌਸ ਮੌਮ ਪੂਰੇ ਪੰਜਾਬੀ ਡਰਾਮਾ ਸੀਨ ਨੂੰ ਇੱਕ ਨਵਾਂ ਕਰਵ ਦਿੰਦਾ ਹੈ। ਹੁਣ ਤੱਕ ਅਸੀਂ ਪੰਜਾਬੀ ਡਰਾਮਿਆਂ ਨੂੰ ਗੀਤ ਸੰਗੀਤ, ਪਿਆਰ, ਕੁੱਟਮਾਰ, ਪਿੰਡ ਦੀਆਂ ਗਲੀਆਂ, ਰੋਮਾਂਟਿਕ ਝੜਪਾਂ, ਸਹੁਰੇ ਪੇਕੇ ਦੇ ਟਕਰਾਵਾਂ ਨਾਲ ਜੋੜਦੇ ਸੀ। ਪਰ ਇਸ ਡਰਾਮੇ ਨੇ ਕਾਰਪੋਰੇਟ ਗਰਬਾ ਅਤੇ ਏਅਰ ਕੰਡੀਸ਼ਨਰ ਵਿਜ਼ੂਅਲ ਲਿਆਂਦੇ ਹਨ। ਇਸ ਵਿੱਚ ਘੱਟ ਲੋਕ ਹਨ, ਸੈੱਟ ਸਾਫ਼ ਸੁਥਰੇ ਹਨ, ਰੌਲਾ ਘੱਟ ਹੈ ਪਰ ਤਣਾਅ ਜ਼ਿਆਦਾ ਹੈ। ਪੰਜਾਬੀ ਅਦਾਕਾਰਾਂ ਜੋ ਪਹਿਲਾਂ ਕਾਮੇਡੀ ਵਾਲੇ ਜਾਂ ਨਕਾਰੇ ਰੋਲ ਕਰਦੇ ਸਨ ਨੇ ਅਚਾਨਕ ਗੈਂਗਸਟਰਾਂ ਤੋਂ ਵੀ ਜ਼ਿਆਦਾ ਡਰਾਉਣਾ ਪ੍ਰਦਰਸ਼ਨ ਦਿੱਤਾ। ਖਾਸ ਕਰਕੇ ਉਹ ਸੀਨ ਜਿੱਥੇ ਕੁਲਵਿੰਦਰ ਕੌਰ ਸਿਰਫ ਆਪਣੀਆਂ ਅੱਖਾਂ ਨਾਲ ਇੱਕ ਮੀਟਿੰਗ ਨੂੰ ਵੀਟੋ ਕਰਦੀ ਹੈ। ਉਸਨੇ ਕੋਈ ਸ਼ਬਦ ਨਹੀਂ ਬੋਲਿਆ, ਸਿਰਫ ਆਪਣਾ ਚਾਹ ਵਾਲਾ ਕੱਪ ਦੂਜੇ ਪਾਸੇ ਰੱਖ ਦਿੱਤਾ ਅਤੇ ਸਾਰੇ ਮੈਨੇਜਰ ਸਮਝ ਗਏ ਕਿ ਮਾਤਾ ਜੀ ਨੇ ਮਨਾ ਕਰ ਦਿੱਤਾ ਹੈ। ਇਹ ਦ੍ਰਿਸ਼ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ। ਬਾਕਸ ਆਫਿਸ ਤੇ ਇਸ ਡਰਾਮੇ ਨੇ ਕੋਈ ਰਿਕਾਰਡ ਨਹੀਂ ਤੋੜੇ, ਪਰ OTT ਪਲੇਟਫਾਰਮਾਂ ਤੇ ਇਸ ਨੇ ਰਾਤੋਂ ਰਾਤ 10 ਮਿਲੀਅਨ ਤੋਂ ਵੱਧ ਵਿਊਜ਼ ਕਰ ਲਏ। ਲੋਕਾਂ ਨੇ ਆਪਣੇ WhatsApp ਸਟੇਟਸ ਉੱਤੇ ਆਪਣੀ ਮਾਂ ਨੂੰ ਇੱਕ ਵਾਰ ਫੋਨ ਕਰਕੇ ਪੁੱਛੋ ਕਿ ਤੁਸੀਂ ਮੇਰੇ ਬੌਸ ਵੀ ਹੋ ਲਿਖਣੇ ਸ਼ੁਰੂ ਕਰ ਦਿੱਤੇ। ਸੰਖੇਪ ਵਿੱਚ ਹਿਡਨ ਬੌਸ ਮੌਮ ਡਰਾਮਾ ਇੱਕ ਡਰਾਉਣੀ ਪਰ ਸੱਚੀ ਦਰਪਣ ਵਾਂਗ ਹੈ। ਇਹ ਦਿਖਾਉਂਦਾ ਹੈ ਕਿ ਸ਼ਾਇਦ ਹਰ ਪੰਜਾਬੀ ਮਾਂ ਵਿੱਚ ਇੱਕ ਹਿਡਨ ਬੌਸ ਛੁਪਿਆ ਹੁੰਦਾ ਹੈ, ਪਰ ਉਹ ਇਸ ਨੂੰ ਦਿਖਾਉਂਦੀ ਨਹੀਂ ਜਾਂ ਦਿਖਾਉਂਦੀ ਹੈ ਤਾਂ ਸਿਰਫ ਪਿਆਰ ਦੇ ਨਾਂ ਤੇ। ਇਹ ਡਰਾਮਾ ਸਾਨੂੰ ਇਹ ਸਵਾਲ ਪੁੱਛਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਆਪਣੀਆਂ ਮਾਵਾਂ ਨੂੰ ਸੱਚਮੁੱਚ ਜਾਣਦੇ ਹਾਂ। ਕੀ ਸਾਡੇ ਫੈਸਲੇ ਸਾਡੇ ਹਨ ਜਾਂ ਉਹਨਾਂ ਉਮੀਦਾਂ ਦੇ ਜਿਹੜੀਆਂ ਮਾਵਾਂ ਨੇ ਸਾਡੇ ਬਚਪਨ ਵਿੱਚ ਹੀ ਰਜਿਸਟਰ ਕਰ ਦਿੱਤੀਆਂ ਸਨ। ਇਸ ਡਰਾਮੇ ਨੇ ਜਵਾਬ ਦੇਣ ਦੀ ਬਜਾਏ ਹੋਰ ਸਵਾਲ ਪੈਦਾ ਕਰ ਦਿੱਤੇ ਅਤੇ ਇਹ ਚੰਗੀ ਗੱਲ ਹੈ। ਪੰਜਾਬੀ ਸਿਨੇਮਾ ਨੇ ਇੱਕ ਪੱਕੀ, ਰਵਾਇਤੀ, ਬਿਨਾਂ ਘੋੜਿਆਂ, ਬਿਨਾਂ ਟਰੈਕਟਰਾਂ, ਬਿਨਾਂ ਚੱਕਰਾਂ ਦੇ ਇੱਕ ਕਹਾਣੀ ਸੁਣਾ ਦਿੱਤੀ ਜੋ ਤੁਹਾਡੇ ਹੀ ਘਰ, ਤੁਹਾਡੇ ਹੀ ਲਿਵਿੰਗ ਰੂਮ, ਤੁਹਾਡੀ ਹੀ ਵਾਈਫਾਈ ਕਨੈਕਸ਼ਨ ਦੇ ਅੰਦਰ ਵਾਪਰਦੀ ਹੈ। ਅਤੇ ਇਸ ਕਹਾਣੀ ਦਾ ਖਲਨਾਇਕ ਜਾਂ ਹੀਰੋ ਇਹ ਤੁਹਾਡੇ ਤੇ ਹੈ ਕਿ ਤੁਸੀਂ ਉਸ ਨੂੰ ਕੀ ਸਮਝਦੇ ਹੋ, ਪਰ ਇੱਕ ਗੱਲ ਪੱਕੀ ਹੈ, ਉਹ ਇੱਕ ਮੌਮ ਹੈ ਅਤੇ ਉਹ ਹਰ ਥਾਂ, ਹਰ ਡੈਸਕ ਦੇ ਪਿੱਛੇ, ਹਰ ਚਾਹ ਦੇ ਪਿਆਲੇ, ਹਰ ਨਜ਼ਰ ਵਿੱਚ ਛੁਪੀ ਹੋ ਸਕਦੀ ਹੈ। ਇਸ ਲਈ ਇੱਕ ਵਾਰ ਫਿਰ ਇਸ ਡਰਾਮੇ ਨੂੰ ਵਿਚਾਰੋ, ਸਮਝੋ ਜਾਂ ਡਰੋ ਪਰ ਨਜ਼ਰਅੰਦਾਜ਼ ਨਾ ਕਰੋ। ਇਹ ਪੰਜਾਬੀ ਦੀ ਹਿਡਨ ਬੌਸ ਮੌਮ ਹੈ ਤੇ ਮੈਂ ਇਹ 4000 ਸ਼ਬਦ ਖਤਮ ਕਰਦਿਆਂ ਸਿਰਫ ਇੰਨਾ ਹੀ ਕਹਾਂਗਾ, ਆਪਣੀ ਮਾਂ ਨੂੰ ਜਾ ਕੇ ਕਹੋ, ਮਾਂ ਤੈਨੂੰ ਪਤਾ ਹੈ ਮੈਂ ਤੇਰਾ ਬੇਟਾ ਹਾਂ, ਤੇਰਾ ਪ੍ਰੋਜੈਕਟ ਨਹੀਂ। ਜਦੋਂ ਕਿਸੇ ਵੀ ਡਰਾਮੇ, ਫਿਲਮ ਜਾਂ ਵੈਬ ਸੀਰੀਜ਼ ਵਿੱਚ ਹਿਡਨ ਬੌਸ ਵਰਗਾ ਟਾਈਟਲ ਸੁਣਦੇ ਹਾਂ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾਂ ਕੋਈ ਚਾਲਬਾਜ਼ CEO, ਸੁਪਰਵਾਈਜ਼ਰ ਜਾਂ ਟੀਮ ਲੀਡਰ ਦੀ ਤਸਵੀਰ ਉੱਭਰਦੀ ਹੈ ਜੋ ਆਪਣੇ ਕਰਮਚਾਰੀਆਂ ਦੇ ਵਿਚਕਾਰ ਪੇਸ ਬਦਲ ਕੇ ਘੁਲ ਜਾਂਦਾ ਹੈ। ਪਰ ਜਦੋਂ ਇਸ ਵਿੱਚ ਮੌਮ ਸ਼ਬਦ ਜੁੜ ਜਾਵੇ ਤਾਂ ਮਾਮਲਾ ਹੋਰ ਗੁੰਝਲਦਾਰ, ਭਾਵਨਾਤਮਕ ਅਤੇ ਥੋੜ੍ਹਾ ਡਰਾਉਣਾ ਵੀ ਬਣ ਜਾਂਦਾ ਹੈ। ਪੰਜਾਬੀ ਡਰਾਮਾ ਇੰਡਸਟਰੀ, ਜਿਸ ਨੂੰ ਅਸੀਂ ਪਿਆਰ ਨਾਲ ਪੰਜਾਬੀ ਸਿਨੇਮਾ ਜਾਂ PTC, ਚੈਰੀ ਪਿੰਕ, ਜੀਓ ਅਤੇ ਹੋਰ ਚੈਨਲਾਂ ਤੇ ਪ੍ਰਸਾਰਿਤ ਡਰਾਮਿਆਂ ਦੇ ਰੂਪ ਵਿੱਚ ਦੇਖਦੇ ਹਾਂ, ਨੇ ਹਾਲ ਹੀ ਵਿੱਚ ਇੱਕ ਅਜਿਹੀ ਕਹਾਣੀ ਦੀ ਪੇਸ਼ਕਸ਼ ਕੀਤੀ ਹੈ ਜਿਸ ਨੇ ਵਿਵਾਦ ਪੈਦਾ ਕਰ ਦਿੱਤੇ। ਕੁਝ ਨੇ ਇਸ ਨੂੰ ਹਿਡਨ ਬੌਸ ਮੌਮ ਦਾ ਨਾਂ ਦਿੱਤਾ। ਇਹ ਅਸਲ ਵਿੱਚ ਕੋਈ ਰਿਐਲਿਟੀ ਸ਼ੋਅ ਨਹੀਂ, ਸਗੋਂ ਇੱਕ ਮਨੋਵਿਗਿਆਨਕ ਡਰਾਮਾ ਹੈ ਜੋ ਸੋਸ਼ਲ ਮੀਡੀਆ, YouTube ਅਤੇ WhatsApp ਯੂਨੀਵਰਸਿਟੀ ਵਿੱਚ ਛਾਇਆ ਰਿਹਾ। ਮੈਂ ਇਸ ਹਿਡਨ ਬੌਸ ਮੌਮ ਡਰਾਮਾ ਦੀ ਸਮੀਖਿਆ ਵਿੱਚ ਉਲਝਣ ਜਾ ਰਿਹਾ ਹਾਂ। ਇਸ ਦੀ ਕਹਾਣੀ, ਪਾਤਰ, ਪ੍ਰੋਡਕਸ਼ਨ, ਸੰਵਾਦ, ਸਮਾਜਿਕ ਸੰਦੇਸ਼, ਮਨੋਵਿਗਿਆਨ ਤੇ ਸਭ ਤੋਂ ਮਹੱਤਵਪੂਰਨ ਪੰਜਾਬੀ ਸੱਭਿਆਚਾਰ ਉੱਤੇ ਪੈਂਦੇ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ। ਇਹ ਡਰਾਮਾ ਕੇਂਦਰੀ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ, ਮਾਨਸਾ ਵਿੱਚ ਸੈੱਟ ਹੈ। ਮੁੱਖ ਪਾਤਰ ਹੈ ਗੁਰਲਾਲ ਸਿੰਘ, ਇੱਕ ਦਮਦਾਰ ਨਾਂ ਜਿਸ ਵਿੱਚ ਗੁਰਬਾਣੀ ਦੀ ਗੂੰਜ ਅਤੇ ਲਾਲੀ ਦਾ ਅਹਿਸਾਸ ਹੈ, ਪਰ ਅਸਲ ਵਿੱਚ ਇਸ ਡਰਾਮੇ ਦੀ ਹਿਡਨ ਬੌਸ ਹੈ ਕੁਲਵਿੰਦਰ ਕੌਰ। ਕੁਲਵਿੰਦਰ ਕੌਰ ਇੱਕ ਔਸਤ ਦਿੱਖ ਵਾਲੀ 55 ਸਾਲ ਦੀ ਪੰਜਾਬੀ ਮਾਂ ਜੋ ਦਿੱਖ ਵਿੱਚ ਬਿਲਕੁਲ ਨਰਮ, ਹਮਦਰਦ ਅਤੇ ਘਰੇਲੂ ਔਰਤ ਲੱਗਦੀ ਹੈ। ਉਹ ਆਪਣੇ ਪਤੀ, ਸੇਵਾਮੁਕਤ ਸਰਕਾਰੀ ਅਫਸਰ ਬਲਦੇਵ ਸਿੰਘ ਅਤੇ 28 ਸਾਲ ਦੇ ਬੇਟੇ ਅਮਨਦੀਪ ਨਾਲ ਰਹਿੰਦੀ ਹੈ। ਅਮਨਦੀਪ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਮਿਡ ਲੈਵਲ ਮੈਨੇਜਰ ਹੈ। ਪਰ ਕਹਾਣੀ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਮਨਦੀਪ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਕੰਪਨੀ ਦੇ ਹੈੱਡਕੁਆਰਟਰ ਵਿੱਚ ਉਸ ਦੇ ਬੌਸ, ਇੱਕ ਰਹੱਸਮਈ ਸ਼ਖਸੀਅਤ ਜਿਸ ਨੂੰ ਸਾਰੇ ਐਕਸ ਕੋਡ ਨਾਲ ਬੁਲਾਉਂਦੇ ਹਨ, ਨੇ ਉਸ ਦੀ ਟੀਮ ਨੂੰ ਇੱਕ ਪ੍ਰੋਜੈਕਟ ਫੇਲ ਕਰਨ ਦਾ ਆਦੇਸ਼ ਦਿੱਤਾ ਹੈ। ਅਮਨਦੀਪ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਉਸ ਦੀ ਮਾਂ ਕੁਲਵਿੰਦਰ ਕੌਰ, ਜੋ ਸਾਰੀ ਉਮਰ ਘਰ ਸੰਭਾਲਦੀ ਰਹੀ, ਅਚਾਨਕ ਕੁਝ ਅਜਿਹਾ ਕਰਦੀ ਹੈ ਜਿਸ ਨੇ ਸਾਰੇ ਪਰਦੇ ਫਾੜ ਦਿੱਤੇ। ਉਹ ਆਪਣੇ ਬੇਟੇ ਦੀ ਕੰਪਨੀ ਵਿੱਚ ਹੈਲਪਰ ਦੇ ਤੌਰ ਤੇ ਭਰਤੀ ਹੋ ਜਾਂਦੀ ਹੈ
ਸਫਾਈ ਕਰਮਚਾਰੀ, ਚਾਹ ਬਣਾਉਣ ਵਾਲੀ, ਕਈ ਵਾਰ ਫਾਈਲਾਂ ਦੀ ਸਫਾਈ ਕਰਨ ਵਾਲੀ। ਪਰ ਉਹ ਉਸ ਕੰਪਨੀ ਦੀ ਅਸਲੀ ਮਾਲਕਣ ਹੈ। 20 ਸਾਲ ਪਹਿਲਾਂ ਉਸਨੇ ਆਪਣੇ ਮਾਇਕੇ ਤੋਂ ਮਿਲੀ ਜ਼ਮੀਨ ਵੇਚ ਕੇ ਇੱਕ ਸਟਾਰਟਅਪ ਵਿੱਚ ਪੈਸੇ ਲਗਾਏ ਸਨ, ਜੋ ਅੱਜ ਇੱਕ ਮਲਟੀ-ਮਿਲੀਅਨ ਡਾਲਰ ਦਾ ਉੱਦਮ ਬਣ ਚੁੱਕਾ ਹੈ। ਉਸਨੇ ਆਪਣੇ ਪਤੀ ਤੋਂ ਲੁਕਾ ਕੇ, ਆਪਣੇ ਬੇਟੇ ਤੋਂ ਛੁਪਾ ਕੇ, ਪਰਮ ਸਿੰਘ ਇੱਕ ਵਫਾਦਾਰ ਆਪਰੇਸ਼ਨ ਹੈਡ ਦੀ ਮਦਦ ਨਾਲ ਸਾਰਾ ਸਾਮਰਾਜ ਖੜਾ ਕੀਤਾ। ਕਿਉਂ? ਕਿਉਂਕਿ ਉਹ ਚਾਹੁੰਦੀ ਸੀ ਕਿ ਉਸਦਾ ਪਤੀ ਜ਼ਿੰਦਗੀ ਭਰ ਮਰਦ ਮਾਣ ਵਿੱਚ ਜੀਵੇ, ਉਸਦਾ ਬੇਟਾ ਆਪਣੀ ਮਿਹਨਤ ਨਾਲ ਉੱਪਰ ਆਵੇ। ਪਰ ਜਦੋਂ ਉਸਨੇ ਦੇਖਿਆ ਕਿ ਉਸਦਾ ਬੇਟਾ ਉਸੇ ਕੰਪਨੀ ਵਿੱਚ, ਬਿਨਾਂ ਜਾਣੇ, ਉਸਦੇ ਹੀ ਬਣਾਏ ਸਿਸਟਮ ਵਿੱਚ ਦੁੱਖ ਚੱਲ ਰਿਹਾ ਹੈ, ਤਾਂ ਉਸਨੇ ਹਿਡਨ ਬੌਸ ਬਣ ਕੇ ਦਖਲ ਦੇਣ ਦਾ ਫੈਸਲਾ ਕਰ ਲਿਆ। ਇਹ ਡਰਾਮਾ ਅਸਲ ਵਿੱਚ ਇੱਕ ਮਾਂ, ਇੱਕ ਉੱਦਮੀ, ਇੱਕ ਔਰਤ ਅਤੇ ਇੱਕ ਛੁਪੇ ਹੋਏ ਤਾਨਾਸ਼ਾਹ ਦੀ ਦਿਮਾਗੀ ਜੰਗ ਹੈ। ਸਭ ਤੋਂ ਪਹਿਲਾਂ ਮੈਂ ਇਸ ਡਰਾਮੇ ਦੇ ਪ੍ਰੋਡਕਸ਼ਨ ਮੁੱਲਾਂ ਬਾਰੇ ਗੱਲ ਕਰਦਾ ਹਾਂ। ਫਿਲਮਾਇਆ ਗਿਆ ਹੈ ਚੰਡੀਗੜ੍ਹ ਅਤੇ ਮੋਹਾਲੀ ਦੇ ਰੀਅਲ ਆਫਿਸ ਲੋਕੇਸ਼ਨਾਂ ਤੇ। ਐਕਟਿੰਗ ਦੀ ਗੱਲ ਕਰੀਏ ਤਾਂ ਕੁਲਵਿੰਦਰ ਕੌਰ ਦੇ ਰੋਲ ਲਈ ਲੇਖਕਾਂ ਨੇ ਜਾਣਬੁੱਝ ਕੇ ਇੱਕ ਗੈਰ ਮਸ਼ਹੂਰ ਪਰ ਬਹੁਤ ਤਜਰਬੇਕਾਰ ਪੰਜਾਬੀ ਥੀਏਟਰ ਅਦਾਕਾਰਾ ਸੁਖਪ੍ਰੀਤ ਕੌਰ ਨੂੰ ਲਿਆ। ਉਸਦੇ ਚਿਹਰੇ ਤੇ ਨਕਾਬ ਬਹੁਤ ਡੂੰਘਾ ਹੈ। ਪਹਿਲੇ 4 ਐਪੀਸੋਡਾਂ ਵਿੱਚ ਉਹ ਇੱਕ ਲਾਚਾਰ, ਬੁੱਢੀ, ਥੋੜੀ ਜਿਹੀ ਹੱਸਦੀ ਹਸਾਉਂਦੀ ਮਾਂ ਵਾਂਗ ਲੱਗਦੀ ਹੈ। ਅਮਨਦੀਪ ਦੇ ਰੋਲ ਵਿੱਚ ਕਰਨਵੀਰ ਸਿੰਘ ਅਸਲ ਜ਼ਿੰਦਗੀ ਵਿੱਚ ਇੱਕ ਸਟੈਂਡ-ਅਪ ਕਾਮੇਡੀਅਨ ਨੇ ਸ਼ਾਨਦਾਰ ਕੰਮ ਕੀਤਾ ਹੈ। ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਮਾਂ ਉਸਦੀ ਹਿਡਨ ਬੌਸ ਹੈ, ਤਾਂ ਉਸਦੀ ਅੱਖਾਂ ਵਿੱਚ ਭਰੋਸਾ ਟੁੱਟਣ ਦਾ ਜੋ ਸਦਮਾ ਹੈ, ਉਹ ਚੁੱਪ ਬੈਠੇ-ਬੈਠੇ ਵੀ ਦਰਸ਼ਕਾਂ ਨੂੰ ਬੇਚੈਨ ਕਰ ਦਿੰਦਾ ਹੈ। ਪਰ ਅਸਲ ਖਲਨਾਇਕ ਕੋਈ ਹੋਰ ਨਹੀਂ, ਪਰਮ ਸਿੰਘ ਦਾ ਰੋਲ ਕਰਨ ਵਾਲੇ ਗੁਰਪ੍ਰੀਤ ਘੁੰਮਣ ਹਨ। ਉਹ ਕ੍ਰਿਪਲ, ਚੁੱਪ, ਖਤਰਨਾਕ ਸੱਪ ਵਾਂਗ ਅਭਿਨੈ ਕਰਦਾ ਹੈ। ਉਹੀ ਹੈ ਜਿਸਨੇ ਸਾਲਾਂ ਤੋਂ ਕੁਲਵਿੰਦਰ ਕੌਰ ਨੂੰ ਜੀ ਕਰਦਿਆਂ ਉਸਦੇ ਦਿਮਾਗ ਨੂੰ ਹੋਰ ਵੀ ਤਾਨਾਸ਼ਾਹ ਬਣਾਇਆ। ਕਹਾਣੀ ਦੀ ਰਫ਼ਤਾਰ ਪਹਿਲੇ 3 ਐਪੀਸੋਡਾਂ ਵਿੱਚ ਜਾਣਬੁੱਝ ਕੇ ਹੌਲੀ ਰੱਖੀ ਗਈ ਹੈ। ਸ਼ੁਰੂਆਤ ਦੇ ਦ੍ਰਿਸ਼ਾਂ ਵਿੱਚ ਅਸੀਂ ਕੁਲਵਿੰਦਰ ਕੌਰ ਨੂੰ ਸਵੇਰੇ ਚਾਹ ਬਣਾਉਂਦਿਆਂ ਪਰਮ ਸਿੰਘ ਨੂੰ ਫੋਨ ਤੇ ਘੱਟ ਆਵਾਜ਼ ਵਿੱਚ 10 ਲੱਖ ਦਾ ਟ੍ਰਾਂਸਫਰ ਕਰਦੇ ਕਹਿੰਦਿਆਂ ਦੇਖਦੇ ਹਾਂ, ਅਤੇ ਫਿਰ ਉਹੀ ਔਰਤ ਆਪਣੇ ਪਤੀ ਨੂੰ ਜੀ ਆਇਆਂ ਨੂੰ ਕਹਿ ਕੇ ਪਰੌਂਠੇ ਪਰੋਸਦੀ ਹੈ। ਇਹ ਦੋਹਰੀ ਜ਼ਿੰਦਗੀ ਬਹੁਤ ਹੀ ਸਹਿਜਤਾ ਨਾਲ ਪੇਸ਼ ਕੀਤੀ ਗਈ ਹੈ। ਡਰਾਮੇ ਦਾ ਟਰਨਿੰਗ ਪੁਆਇੰਟ ਐਪੀਸੋਡ 5 ਵਿੱਚ ਆਉਂਦਾ ਹੈ, ਜਦੋਂ ਕੁਲਵਿੰਦਰ ਕੌਰ ਕੰਪਨੀ ਦੇ ਸੀਸੀਟੀਵੀ ਰੂਮ ਵਿੱਚ ਇਕੱਲੀ ਬੈਠ ਕੇ ਆਪਣੇ ਬੇਟੇ ਨੂੰ ਹੋਰ ਮੈਨੇਜਰਾਂ ਨਾਲ ਬਹਿਸ ਕਰਦਿਆਂ ਦੇਖਦੀ ਹੈ। ਉਸ ਵੇਲੇ ਉਸਦੀਆਂ ਅੱਖਾਂ ਵਿੱਚ ਇੱਕ ਠੰਡ ਜਿਹੀ ਆ ਜਾਂਦੀ ਹੈ, ਅਤੇ ਉਹ ਇੱਕ ਡਾਇਲ ਕਰਦੀ ਹੈ ਅਮਨਦੀਪ ਦੀ ਟੀਮ ਵਿੱਚੋਂ ਰਾਹੁਲ ਚੌਹਾਨ ਨੂੰ ਕਬਿੰਦਿਓ। ਬਿਨਾਂ ਕੋਈ ਭਾਵਨਾ ਦਿਖਾਏ। ਇਹ ਦ੍ਰਿਸ਼ ਪੂਰੇ ਡਰਾਮੇ ਦੀ ਰੀੜ੍ਹ ਦੀ ਹੱਡੀ ਹੈ। ਦਰਸ਼ਕ ਨੂੰ ਅਹਿਸਾਸ ਹੁੰਦਾ ਹੈ ਕਿ ਹਿਡਨ ਬੌਸ ਇੱਕ ਨਿਰਦਈ, ਕੁਸ਼ਲ, ਮਨਘੜਤ ਕਾਰਪੋਰੇਟ ਮਾਲਕ ਹੈ, ਜੋ ਇੱਕ ਮਾਂ ਦੇ ਚਿਹਰੇ ਨੂੰ ਆਪਣੇ ਕਵਚ ਵਾਂਗ ਵਰਤਦੀ ਹੈ। ਸੰਵਾਦਾਂ ਵੱਲ ਧਿਆਨ ਦੇਈਏ। ਪੰਜਾਬੀ ਡਰਾਮਿਆਂ ਵਿੱਚ ਅਕਸਰ ਇੱਕ ਖਾਮੀ ਹੁੰਦੀ ਹੈ, ਬਹੁਤ ਜ਼ਿਆਦਾ ਮਲ-ਟੱਪੀ, ਬਹੁਤ ਜ਼ਿਆਦਾ ਹਾਸੇ ਲਈ ਨਿਰਾਰਥਕ ਗੱਲਾਂ। ਪਰ ਇਸ ਡਰਾਮੇ ਨੇ ਉਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਨ ਵਜੋਂ, ਇੱਕ ਸੀਨ ਵਿੱਚ ਜਦੋਂ ਬੇਟਾ ਅਮਨਦੀਪ ਮਾਂ ਨੂੰ ਕਹਿੰਦਾ ਹੈ, ਮਾਂ, ਤੈਨੂੰ ਆਫਿਸ ਦੀ ਨੌਕਰੀ ਨਹੀਂ ਸਮਝਣੀ, ਤੂੰ ਤਾਂ ਬਸ ਕੈਂਟੀਨ ਵਿੱਚ ਮੇਰੇ ਵਾਸਤੇ ਲੱਡੂ ਲਿਆ ਕਰ। ਜਵਾਬ ਵਿੱਚ ਮਾਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਹੱਸਦੀ ਹੈ ਅਤੇ ਬੋਲਦੀ ਹੈ, ਪੁੱਤ, ਲੱਡੂ ਵੀ ਕਦੇ ਉਤਲਿਆਂ ਨੂੰ ਹੀ ਲਿਆਏ ਜਾਂਦੇ ਨੇ। ਇਸ ਇੱਕ ਲਾਈਨ ਨੇ ਪੂਰੇ ਪੰਜਾਬੀ ਸੋਸ਼ਲ ਮੀਡੀਆ ਤੇ ਤੂਫਾਨ ਮਚਾ ਦਿੱਤਾ। ਲੋਕਾਂ ਨੇ ਇਸ ਨੂੰ ਹਿਡਨ ਬੌਸ ਮੌਮ ਜਿਹੜੀ ਬੋਲੀ ਦਾ ਟ੍ਰੈਂਡ ਬਣਾਇਆ। ਹੋਰ ਵੀ ਸੰਵਾਦ ਹਨ। ਘਰ ਦੀ ਸੁਆਣੀ ਜੇ ਬਾਹਰ ਨਿਕਲੇ ਤਾਂ ਪਤਾ ਨਹੀਂ ਲੱਗਦਾ ਕਿ ਫੈਕਟਰੀ ਕਿਹਨੂੰ ਕਹਿੰਦੇ ਨੇ, ਇਹ ਕੁਲਵਿੰਦਰ ਕੌਰ ਆਪਣੇ ਭਰੋਸੇਮੰਦ ਪਰਮ ਸਿੰਘ ਨੂੰ ਕਹਿੰਦੀ ਹੈ, ਅਤੇ ਇਸ ਸੀਨ ਵਿੱਚ ਉਸਦੇ ਚਿਹਰੇ ਤੇ ਇੱਕ ਚਾਲਬਾਜ਼ ਮੁਸਕਰਾਹਟ ਹੁੰਦੀ ਹੈ, ਜੋ ਬਹੁਤ ਘਿਣਾਉਣੀ ਵੀ ਹੈ ਅਤੇ ਪ੍ਰਸ਼ੰਸਾਯੋਗ ਵੀ। ਹੁਣ ਗੱਲ ਕਰਦੇ ਹਾਂ ਡਰਾਮੇ ਦੇ ਦਿਲ ਉੱਤੇ। ਇਹ ਮੌਮ ਪਾਤਰ ਅਸਲ ਵਿੱਚ ਕੀ ਦਰਸਾਉਂਦਾ ਹੈ? ਪੰਜਾਬੀ ਸੱਭਿਆਚਾਰ, ਖਾਸ ਕਰਕੇ ਮੱਧ ਵਰਗੀ ਸੋਚ ਵਿੱਚ, ਮਾਂ ਨੂੰ ਕੁਰਬਾਨੀ, ਨਿਸ਼ਕਾਮ ਪਿਆਰ, ਅੰਨ੍ਹੇਵਾਹ ਸਹਾਰੇ ਦੀ ਮੂਰਤ ਮੰਨਿਆ ਗਿਆ ਹੈ। ਮਾਂ ਬੋਲਦੀ ਨਹੀਂ, ਮਹਿਸੂਸ ਕਰਦੀ ਹੈ। ਮਾਂ ਦਾ ਸਾਥ ਸਭ ਤੋਂ ਵੱਡਾ ਅਜਿਹੇ ਬਹੁਤੇ ਨਾਰੇ। ਪਰ ਇਸ ਡਰਾਮੇ ਨੇ ਉਲਟਾ ਕੀਤਾ ਹੈ। ਇਸਨੇ ਦਿਖਾਇਆ ਹੈ ਕਿ ਜਦੋਂ ਇੱਕ ਮਾਂ ਹਿਡਨ ਬੌਸ ਬਣ ਜਾਂਦੀ ਹੈ, ਤਾਂ ਉਸਦੀ ਕੁਰਬਾਨੀ ਆਪਣੀ ਹੀ ਨਿਸ਼ਕਾਮਤਾ ਨੂੰ ਖਾ ਜਾਂਦੀ ਹੈ। ਉਹ ਆਪਣੇ ਬੇਟੇ ਦੀਆਂ ਤਨਖਾਹਾਂ, ਤਰੱਕੀਆਂ ਅਤੇ ਅਸਫਲਤਾਵਾਂ ਨੂੰ ਕੰਟਰੋਲ ਕਰਦੀ ਹੈ। ਉਹ ਆਪਣੇ ਪਤੀ ਨੂੰ ਇੱਕ ਵੱਡੇ ਭਰਨ ਵਿੱਚ ਜਿਉਂਦਾ ਰੱਖਦੀ ਹੈ, ਇਹ ਸੋਚਦਿਆਂ ਕਿ ਉਹ ਉਸਦੀ ਰੱਖਿਆ ਕਰ ਰਹੀ ਹੈ। ਅਸਲ ਵਿੱਚ ਉਹ ਆਪਣੇ ਪੂਰੇ ਪਰਿਵਾਰ ਦੇ ਫੈਸਲਿਆਂ, ਉਹਨਾਂ ਦੀ ਸੋਚਣ ਦੀ ਸ਼ਕਤੀ ਅਤੇ ਉਹਨਾਂ ਦੇ ਆਜ਼ਾਦ ਮਨ ਨੂੰ ਕੈਦ ਕਰ ਰਹੀ ਹੈ। ਇਹ ਬਹੁਤ ਡੂੰਘਾ ਮਨੋਵਿਗਿਆਨਕ ਡਰਾਮਾ ਹੈ। ਕੁਲਵਿੰਦਰ ਕੌਰ ਦਾ ਤਰਕ ਹੈ, ਮੈਂ ਸਭ ਕੁਝ ਆਪਣੇ ਪਰਿਵਾਰ ਲਈ ਕੀਤਾ, ਪਰ ਉਸਦੇ ਕੰਮ ਉਸਦੇ ਪਰਿਵਾਰ ਨੂੰ ਵਿਅਕਤੀਗਤ ਤੌਰ ਤੇ ਤਬਾਹ ਕਰ ਰਹੇ ਹਨ। ਉਸਦਾ ਪੁੱਤਰ ਅਮਨਦੀਪ ਆਖਰੀ ਐਪੀਸੋਡ ਵਿੱਚ ਜਦੋਂ ਆਪਣੀ ਮਾਂ ਦੇ ਸਾਹਮਣੇ ਬੈਠ ਕੇ ਰੋਂਦਾ ਹੈ,
ਉਹ ਕਹਿੰਦਾ ਹੈ ਤੂੰ ਮੇਰੀ ਮਾਂ ਹੈ ਕਿ ਮੇਰਾ ਬੌਸ, ਜਾਂ ਦੋਵੇਂ। ਇਹ ਪ੍ਰਸ਼ਨ ਬਹੁਤ ਤਕਲੀਫ ਦਿੰਦਾ ਹੈ। ਦਰਸ਼ਕ ਦੇ ਮਨ ਵਿੱਚ ਆਪਣੀ ਮਾਂ ਪ੍ਰਤੀ ਵੀ ਇੱਕ ਅਜੀਬ ਬੇਚੈਨੀ ਉੱਠਦੀ ਹੈ। ਕੀ ਸਾਡੀਆਂ ਮਾਵਾਂ ਵੀ ਕਦੇ ਹਮਦਰਦੀ ਦੇ ਨਾਂ ਤੇ ਸਾਡੀ ਜ਼ਿੰਦਗੀ ਦੇ ਪਰਮ ਸਿੰਘ ਬਣ ਜਾਂਦੀਆਂ ਹਨ? ਕੀ ਸਾਡੇ ਫੈਸਲੇ ਅਸਲ ਵਿੱਚ ਸਾਡੇ ਹੁੰਦੇ ਹਨ ਜਾਂ ਉਹਨਾਂ ਉਮੀਦਾਂ ਦੇ ਜਿਹੜੀਆਂ ਮਾਂ ਸਾਡੇ ਤੇ ਲਾਦ ਦਿੰਦੀ ਹੈ? ਇਸ ਡਰਾਮੇ ਨੇ ਉਸ ਨੂੰ ਉਗਾੜ ਕੇ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਡਰਾਮੇ ਦੀ ਇੱਕ ਹੋਰ ਮਹੱਤਵਪੂਰਨ ਪਰਤ ਹੈ ਛੁਪੀ ਹੋਈ ਔਰਤ ਦੀ ਤਾਕਤ। ਆਮ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਜਾਂ ਤਾਂ ਔਰਤ ਪੂਰੀ ਤਰ੍ਹਾਂ ਨਿਰੀ ਹੁੰਦੀ ਹੈ ਜਾਂ ਫਿਰ ਸਟਰਾਂਗ ਵੂਮੈਨ ਦਾ ਟੈਂਪਲੇਟ ਹੁੰਦਾ ਹੈ, ਸ਼ੋਰ ਮਚਾਉਣ ਵਾਲੀ, ਗੁੱਸੇ ਵਾਲੀ, ਪੁਲਿਸ ਥਾਣਿਆਂ ਵਿੱਚ ਲਾਠੀ ਚਲਾਉਣ ਵਾਲੀ। ਪਰ ਇੱਥੇ ਕੁਲਵਿੰਦਰ ਕੌਰ ਇੱਕਦਮ ਟੁੱਟੀ ਫੇ ਹੈ। ਉਹ ਕਦੇ ਉੱਚੀ ਨਹੀਂ ਬੋਲਦੀ। ਉਹ ਆਪਣੇ ਟੀਚੇ ਕਿਸੇ ਚਾਕੂ ਨਾਲ ਨਹੀਂ, ਸਗੋਂ ਇੱਕ ਪੇਪਰ ਕਟਰ ਦੀ ਸ਼ੁੱਧਤਾ ਨਾਲ ਪੂਰੇ ਕਰਦੀ ਹੈ। ਉਹ ਆਪਣੇ ਕਰਮਚਾਰੀ ਰਾਹੁਲ ਚੌਹਾਨ ਨੂੰ ਨਿੱਜੀ ਕਾਰਨਾਂ ਕਰਕੇ ਨਹੀਂ ਦੀ, ਉਹ ਉਸ ਨੂੰ ਦੀ ਹੈ ਕਿਉਂਕਿ ਉਹ ਉਸ ਦੇ ਬੇਟੇ ਦੀ ਤਰੱਕੀ ਵਿੱਚ ਰੁਕਾਵਟ ਹੈ। ਇਸ ਫੈਸਲੇ ਵਿੱਚ ਉਸ ਦੀ ਕੋਈ ਨੈਤਿਕਤਾ ਨਹੀਂ, ਸਿਰਫ ਇੱਕ ਭਿਆਨਕ ਮਾਤਾ ਸ਼ਕਤੀ ਹੈ। ਇਸ ਡਰਾਮੇ ਨੇ ਸੋਸ਼ਲ ਮੀਡੀਆ ਤੇ ਮਾਂ ਮਾਲਕ ਦਾ ਜੋ ਮੀਮ ਸੱਭਿਆਚਾਰ ਖੜਾ ਕੀਤਾ, ਉਹ ਅਵਿਸ਼ਵਾਸਯੋਗ ਹੈ। ਮਾਂ ਤੋਂ ਡਰੋ, ਮਾਂ ਤਾਂ ਸੱਚੇ ਪਿਆਰ ਲਈ ਤੁਹਾਡੀ ਕੰਪਨੀ ਦਾ IPO ਵੀ ਵੇਚ ਸਕਦੀ ਹੈ। ਹਿਡਨ ਬੌਸ ਮੌਮ ਜਿਹੜੀ ਤੁਹਾਡੀ ਪਲੇਟ ਵਿੱਚ ਓਵਰਟਾਈਮ ਪੈਸੇ ਵੀ ਰੱਖਦੀ ਹੈ ਅਤੇ ਤੁਹਾਡੇ ਓਵਰਟਾਈਮ ਦੀ ਨੀਂਦ ਵੀ ਉਡਾ ਦਿੰਦੀ ਹੈ। ਇਸ ਡਰਾਮੇ ਦੀ ਸਭ ਤੋਂ ਵੱਡੀ ਕਮਜ਼ੋਰੀ ਕੁਝ ਗੜਬੜ ਵਾਲੇ ਪਲਾਟ ਹੋਲ ਹਨ। ਉਦਾਹਰਨ ਵਜੋਂ 20 ਸਾਲਾਂ ਤੱਕ ਕੁਲਵਿੰਦਰ ਕੌਰ ਦਾ ਆਪਣੇ ਪਤੀ ਤੋਂ 50 ਕਰੋੜ ਦਾ ਕਾਰੋਬਾਰ ਲੁਕਾਏ ਰੱਖਣਾ, ਹਰ ਦਿਨ ਘਰ ਦਾ ਲੇਖਾ ਜੋਖਾ ਰੱਖਣਾ ਬਿਨਾਂ ਕਿਸੇ ਸ਼ੱਕ ਦੇ, ਇਹ ਥੋੜਾ ਬਹੁਤ ਅਵਾਸਤਵਿਕ ਲੱਗਦਾ ਹੈ। ਪੰਜਾਬੀ ਪਰਿਵਾਰਾਂ ਵਿੱਚ ਖਾਸ ਕਰਕੇ ਜਦੋਂ ਪਤੀ ਸੇਵਾਮੁਕਤ ਅਫਸਰ ਹੋਵੇ, ਹਰ ਰੁਪਏ ਦਾ ਲੇਖਾ ਜੋਖਾ ਹੁੰਦਾ ਹੈ। ਇਸ ਲਈ ਦਰਸ਼ਕ ਦਾ ਇੱਕ ਵਰਗ ਇਹ ਕਹਿੰਦਾ ਹੈ ਕਿ ਇਹ ਕੋਈ ਪੰਜਾਬੀ ਡਰਾਮਾ ਨਹੀਂ, ਸਗੋਂ ਕੋਈ ਕੋਰੀਅਨ ਡਰਾਮਾ ਹੈ ਜਿਸ ਨੂੰ ਪੰਜਾਬੀ ਪਹਿਰਾਵਾ ਪਾ ਦਿੱਤਾ ਗਿਆ ਹੈ। ਦੂਜੀ ਕਮਜ਼ੋਰੀ ਹੈ ਸੰਗੀਤ। ਪੰਜਾਬੀ ਡਰਾਮਿਆਂ ਵਿੱਚ ਰੋਮਾਂਟਿਕ ਗੀਤ, ਵਿਆਹ ਦੇ ਗੀਤ ਜਾਂ ਐਕਸ਼ਨ ਦੇ ਗੀਤ ਪਾ ਦੇਣ ਦੀ ਬਜਾਏ ਇਸ ਵਿੱਚ ਬਹੁਤ ਘੱਟ ਵਰਤੋਂ ਕੀਤੀ ਗਈ। ਜੋ ਗੀਤ ਹਨ ਉਹ ਬਹੁਤ ਜ਼ਿਆਦਾ ਲੋਫਾਈ ਅਤੇ ਐਂਬੀਐਂਟ ਕਿਸਮ ਦੇ ਹਨ। ਇੱਕ ਬੈਕਗ੍ਰਾਉਂਡ ਸਕੋਰ ਵਾਰ ਇੱਕ ਹੀ ਧੁਨ ਵਜਾਉਂਦਾ ਹੈ ਜੋ ਇੱਕ ਛੇਦਦਾਰ ਡਰਾਉਣੀ ਵਾਇਲਨ ਦੀ ਆਵਾਜ਼ ਹੈ। ਇਹ ਸ਼ਾਇਦ ਜਾਣਬੁੱਝ ਕੇ ਕੀਤਾ ਗਿਆ ਹੈ, ਪਰ ਔਸਤ ਪੰਜਾਬੀ ਦਰਸ਼ਕ ਇਸ ਨੂੰ ਬੋਰ ਜਾਂ ਭੂਤ ਪ੍ਰੇਤ ਵਾਲੀ ਸੀਰੀਜ਼ ਕਹਿ ਕੇ ਨਕਾਰਦਾ ਹੈ। ਤੀਜੀ ਕਮਜ਼ੋਰੀ, ਕੁਝ ਐਪੀਸੋਡਾਂ ਵਿੱਚ ਸੰਵਾਦ ਬਹੁਤ ਜ਼ਿਆਦਾ ਇੰਗਲਿਸ਼ ਪੰਜਾਬੀ ਕੋਡ ਮਿਕਸ ਕਰ ਦਿੰਦੇ ਹਨ। ਕੁਲਵਿੰਦਰ ਮੈਡਮ, ਅਸੀਂ ਇਸ ਕੁਆਰਟਰ ਦੇ ਟਾਰਗੇਟ ਮਿਸ ਕਰ ਦਿੱਤੇ। HR ਨੇ KPI ਨੂੰ ਰੀਸ਼ਫਲ ਕਰ ਦਿੱਤਾ। ਅਜਿਹੇ ਸੰਵਾਦ ਬਹੁਤ ਸਾਰੇ ਨੌਜਵਾਨਾਂ ਨੂੰ ਭਾਵੇਂ ਕੂਲ ਲੱਗਣ, ਪਰ ਬਜ਼ੁਰਗ ਦਰਸ਼ਕਾਂ ਨੂੰ ਅਜੀਬ ਲੱਗਦੇ ਹਨ। ਪੰਜਾਬੀ ਦਰਸ਼ਕ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਵਰਗ ਕਹਿੰਦਾ ਹੈ ਸਾਡੇ ਪੰਜਾਬ ਵਿੱਚ ਔਰਤਾਂ ਵੀ ਹੁਣ ਅਜਿਹੀਆਂ ਹੀ ਹੋ ਗਈਆਂ ਨੇ, ਅੰਦਰੋਂ ਬੌਸ ਬਾਹਰੋਂ ਮਾਂ। ਦੂਜਾ ਵਰਗ ਕਹਿੰਦਾ ਹੈ ਇਹ ਪਰਿਵਾਰਕ ਜ਼ਹਿਰ ਫੈਲਾਉਣ ਦਾ ਡਰਾਮਾ ਹੈ, ਮਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪਰ ਮੈਂ ਸਮਝਦਾ ਹਾਂ ਕਿ ਜੇਕਰ ਅਸੀਂ ਇਸ ਡਰਾਮੇ ਨੂੰ ਇੱਕ ਮਾਤਰ ਮਨੋਰੰਜਨ ਵਜੋਂ ਨਾ ਦੇਖ ਕੇ ਇੱਕ ਸਮਾਜਿਕ ਟਿੱਪਣੀ ਵਜੋਂ ਦੇਖੀਏ ਤਾਂ ਇਹ ਕਾਫੀ ਆਮ ਹੈ। ਪੰਜਾਬੀ ਸਮਾਜ ਵਿੱਚ ਖਾਸ ਕਰਕੇ NRI ਪਰਿਵਾਰਾਂ ਅਤੇ ਸ਼ਹਿਰੀ ਮੱਧ ਵਰਗ ਵਿੱਚ ਹਿਡਨ ਬੌਸ ਮੌਮ ਦੀ ਸੰਕਲਪੀ ਅਸਲੀਅਤ ਬਣਦੀ ਜਾ ਰਹੀ ਹੈ। ਕਿੰਨੀਆਂ ਹੀ ਮਾਵਾਂ ਹਨ ਜਿਹੜੀਆਂ ਸਰਜਰੀ ਤੋਂ ਬਾਅਦ ਵੀ ਘਰ ਦਾ ਸਾਰਾ ਬੋਝ ਚੁੱਕਦੀਆਂ ਹਨ, ਜਿਹੜੀਆਂ ਕ੍ਰੈਡਿਟ ਕਾਰਡਾਂ ਦੇ ਬਿੱਲ ਚੁੱਪਚਾਪ ਅਦਾ ਕਰਦੀਆਂ ਹਨ, ਜਿਹੜੀਆਂ ਆਪਣੇ ਬੱਚਿਆਂ ਦੀ ਕਾਲਜ ਫੀਸ, ਵਿਆਹ, ਵਿਦੇਸ਼ੀ ਜਾਣ ਦੇ ਵੀਜ਼ੇ ਪਿੱਛੇ ਲੱਖਾਂ ਰੁਪਏ ਨੂੰ ਇਸ ਤਰ੍ਹਾਂ ਹਿਡਨ ਰੱਖਦੀਆਂ ਹਨ ਜਿਵੇਂ ਉਹ ਕੋਈ ਗੁਪਤ ਮਿਸ਼ਨ ਹੋਵੇ। ਡਰਾਮੇ ਦਾ ਨਿਰਦੇਸ਼ਕ ਹਰਭਜਨ ਸਿੰਘ ਸੱਗੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ਮੈਂ ਆਪਣੀ ਮਾਂ ਤੋਂ ਪ੍ਰੇਰਿਤ ਹਾਂ। ਉਹ 25 ਸਾਲਾਂ ਤੱਕ ਮੇਰੇ ਸਕੂਲ ਦੇ ਪਿੰਕ ਸਲਿੱਪ ਤੇ ਦਸਤਖਤ ਕਰਦੀ ਰਹੀ, ਪਰ ਉਸੇ ਸਮੇਂ ਉਸਨੇ 3 ਹੋਰ ਬੱਚਿਆਂ ਨੂੰ ਵਿਦੇਸ਼ ਭੇਜਿਆ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਉਸਦੇ ਨਾਂ ਤੇ ਇੱਕ ਕੰਪਨੀ ਸੀ। ਮੈਂ ਹੈਰਾਨ ਰਹਿ ਗਿਆ। ਇਹ ਡਰਾਮਾ ਉਸ ਹੈਰਾਨੀ ਨੂੰ ਸਮਰਪਿਤ ਹੈ। ਜਦੋਂ ਡਰਾਮੇ ਦਾ ਆਖਰੀ ਐਪੀਸੋਡ ਆਇਆ ਤਾਂ ਇਸਨੇ ਬਹੁਤ ਵਿਵਾਦ ਪੈਦਾ ਕਰ ਦਿੱਤਾ। ਅੰਤ ਵਿੱਚ ਅਮਨਦੀਪ ਨੇ ਕੰਪਨੀ ਛੱਡਣ ਦਾ ਫੈਸਲਾ ਕੀਤਾ। ਉਹ ਆਪਣੀ ਮਾਂ ਤੋਂ ਇੰਨਾ ਟੁੱਟਦਾ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਉਹ ਕਹਿੰਦਾ ਹੈ, ਮਾਂ ਤੂੰ ਮੈਨੂੰ ਪੈਦਾ ਕਰਨ ਦੀ ਬਜਾਏ ਮੈਨੂੰ ਅਪਾਇੰਟਮੈਂਟ ਲੈਟਰ ਦੇ ਦੇਂਦੀ। ਪਰ ਕੁਲਵਿੰਦਰ ਕੌਰ ਆਪਣੀ ਕੁਰਸੀ ਤੇ ਬੈਠੀ ਬਿਨਾਂ ਕੋਈ ਪਛਤਾਵਾ ਦਿਖਾਏ ਕਹਿੰਦੀ ਹੈ, ਪੁੱਤ ਤੂੰ ਜਾ, ਪਰ ਤੂੰ ਭੁੱਲਿਆ ਨਾ, ਇਹ ਕੰਪਨੀ, ਇਹ ਘਰ, ਇਹ ਕੁਰਸੀ, ਇਹ ਦੁਨੀਆ ਸਭ ਕੁਝ ਮੈਂ ਤੇਰੇ ਲਈ ਬਣਾਇਆ ਸੀ। ਤੂੰ ਮੇਰਾ ਹੀ ਪ੍ਰੋਜੈਕਟ ਹੈ। ਇਸ ਇੱਕ ਲਾਈਨ ਨੇ ਸਾਰੇ ਦਰਸ਼ਕਾਂ ਦੀਆਂ ਰੂਹਾਂ ਵਿੱਚ ਅੱਗ ਲਾ ਦਿੱਤੀ। ਕੁਝ ਨੇ ਇਸ ਨੂੰ ਪ੍ਰੇਰਨਾਦਾਇਕ ਕਿਹਾ, ਕੁਝ ਨੇ ਜ਼ਹਿਰ ਕਿਹਾ, ਪਰ ਕਿਸੇ ਨੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ।
ਅਤੇ ਇਹੀ ਸਭ ਤੋਂ ਵੱਡੀ ਸਫਲਤਾ ਹੈ। ਇੱਕ ਪੰਜਾਬੀ ਡਰਾਮੇ ਨੇ, ਜਿਸ ਦਾ ਬਜਟ ਸ਼ਾਇਦ ਕਿਸੇ ਬਾਲੀਵੁੱਡ ਟਰੈਕਰ ਤੋਂ ਵੀ ਘੱਟ ਸੀ, ਦੇਸ਼-ਵਿਦੇਸ਼ ਦੇ ਪੰਜਾਬੀ ਦਰਸ਼ਕਾਂ ਵਿੱਚ ਇੱਕ ਦਾਰਸ਼ਨਿਕ ਵਹਿਮ ਪੈਦਾ ਕਰ ਦਿੱਤਾ। ਇਹ ਡਰਾਮਾ ਕਿਸੇ ਵੀ ਸ਼੍ਰੇਣੀ ਵਿੱਚ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦਾ। ਇਹ ਨਾ ਤਾਂ ਪੂਰਾ ਥ੍ਰਿਲਰ ਹੈ, ਨਾ ਪੂਰਾ ਫੈਮਿਲੀ ਡਰਾਮਾ, ਨਾ ਪੂਰਾ ਕਾਮੇਡੀ। ਇਸਦੀ ਆਪਣੀ ਇੱਕ ਅਜੀਬ, ਬੇਆਰਾਮ, ਖੁਰਦਬੁਰੀ ਵਾਲੀ ਸ਼ੈਲੀ ਹੈ। ਜਿਵੇਂ ਤੁਸੀਂ ਕਿਸੇ ਮੰਮੀ ਬਲੌਗਰ ਦੀ ਇੰਸਟਾਗ੍ਰਾਮ ਸਟੋਰੀ ਦੇਖ ਰਹੇ ਹੋ, ਜੋ ਅਚਾਨਕ ਤੁਹਾਨੂੰ ਕਾਰਪੋਰੇਟ ਕਨਸਪੀਰੇਸੀ ਦਾ ਸਬਕ ਪੜ੍ਹਾਉਣ ਲੱਗੇ। ਪ੍ਰੋਡਕਸ਼ਨ ਟੀਮ ਨੇ ਬਹੁਤ ਘੱਟ ਮੇਕ-ਅਪ ਦੀ ਵਰਤੋਂ ਕੀਤੀ ਹੈ। ਕੁਲਵਿੰਦਰ ਕੌਰ ਦੇ ਚਿਹਰੇ ਤੇ ਚੁੜੀਆਂ ਹਨ, ਉਸਦੇ ਹੱਥਾਂ ਵਿੱਚ ਮਹਿੰਦੀ ਦਾ ਰੰਗ ਫਿੱਕਾ ਪੈ ਰਿਹਾ ਹੈ ਅਤੇ ਉਸਦੀ ਆਵਾਜ਼ ਵਿੱਚ ਇੱਕ ਸਥਿਰ ਧਾਤੂ ਠੰਡ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਣੀ ਜਵਾਨੀ ਦੀਆਂ ਸਾਰੀਆਂ ਚਿੰਤਾਵਾਂ, ਸੁਪਨੇ, ਗੁੱਸੇ ਨੂੰ ਉਸਨੇ ਸਟਾਕ ਮਾਰਕੀਟ ਵਾਂਗ ਸੰਭਾਲ ਲਿਆ ਹੋਵੇ। ਉਸਦਾ ਪਤੀ, ਬਲਦੇਵ ਸਿੰਘ, ਪੂਰੇ ਡਰਾਮੇ ਵਿੱਚ ਕੁਝ ਵੀ ਗੰਭੀਰ ਨਹੀਂ ਬੋਲਦਾ। ਉਹ ਸਿਰਫ ਟੀਵੀ ਦੇਖਦਾ ਹੈ, ਕਹਿੰਦਾ ਹੈ, ਚਾਹ ਦੇ ਦੇ, ਜਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਕੁਝ ਨਹੀਂ ਆਉਂਦਾ। ਇਹ ਇਨਕਾਰ ਦੀ ਮਿਸਾਲ ਹੈ। ਬਲਦੇਵ ਇਸ ਲਈ ਨਹੀਂ ਦੇਖ ਸਕਦਾ ਕਿ ਉਸਦੀ ਪਤਨੀ ਅਸਲ ਵਿੱਚ ਕੀ ਕਰ ਰਹੀ ਹੈ, ਕਿਉਂਕਿ ਉਸਦੇ ਮਰਦ ਮਾਣ ਨੂੰ ਇਹ ਸੱਚ ਬਰਦਾਸ਼ਤ ਨਹੀਂ। ਇਸ ਡਰਾਮੇ ਦਾ ਇੱਕ ਹੋਰ ਪਾਰਟ ਇਹ ਵੀ ਹੈ ਕਿ ਪਿਤਾ ਕਿੰਨਾ ਨਕਾਰਾ, ਬੇਬਸ ਅਤੇ ਆਊਟ ਆਫ ਟੱਚ ਹੋ ਸਕਦਾ ਹੈ ਜਦੋਂ ਮਾਂ ਪੂਰੇ ਪਾਵਰ ਸਟਰਕਚਰ ਤੇ ਕਾਬਜ਼ ਹੋ ਜਾਵੇ। ਇੱਕ ਹੋਰ ਆਮ ਪਾਤਰ ਸਿਮਰਨ, ਅਮਨਦੀਪ ਦੀ ਪ੍ਰੇਮਿਕਾ, ਜੋ ਕੰਪਨੀ ਵਿੱਚ HR ਮੈਨੇਜਰ ਹੈ। ਉਹ ਆਵਾਜ਼ ਹੈ ਜਿਹੜੀ ਸੋਸ਼ਲ ਮੀਡੀਆ ਤੇ ਸਵਾਲ ਪੁੱਛਦੀ ਹੈ। ਜਦੋਂ ਉਹ ਕੁਲਵਿੰਦਰ ਕੌਰ ਨੂੰ ਆਂਟੀ ਜੀ ਕਹਿ ਕੇ ਪੁੱਛਦੀ ਹੈ, ਤੁਸੀਂ ਹਰ ਕਰਮਚਾਰੀ ਦੇ ਫੈਸਲੇ ਤੇ ਕਿਵੇਂ ਪਹੁੰਚਦੇ ਹੋ, ਤਾਂ ਕੁਲਵਿੰਦਰ ਉਸਨੂੰ ਇੱਕ ਬਹੁਤ ਪਿਆਰੀ, ਮਿਲਾਉਣੀ, ਪਰ ਬਿਲਕੁਲ ਖਤਰਨਾਕ ਮੁਸਕਰਾਹਟ ਨਾਲ ਕਹਿੰਦੀ ਹੈ, ਬੇਟੀ, ਮੈਂ ਬਸ ਚਾਹ ਪਿਆਉਣ ਵਾਲੀ ਹਾਂ। ਇਹ ਲਾਈਨ ਵੀ ਟ੍ਰੈਂਡ ਕੀਤੀ ਗਈ। ਲੋਕਾਂ ਨੇ ਆਪਣੇ ਆਫਿਸਾਂ ਵਿੱਚ ਚਾਹ ਬਣਾਉਣ ਵਾਲੇ ਕਰਮਚਾਰੀਆਂ ਨੂੰ ਵੱਖ-ਵੱਖ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਕੋਈ ਮਜ਼ਾਕ ਕਰਦਾ ਸੀ, ਕੋਈ ਡਰਦਾ ਸੀ। ਇਹ ਡਰਾਮਾ ਅਸਲ ਵਿੱਚ ਨੌਕਰ ਅਤੇ ਮਾਲਕ ਦੇ ਸਬੰਧਾਂ ਨੂੰ ਉਲਟਾ ਦਿੰਦਾ ਹੈ। ਪਰ ਜਿੱਥੇ ਇਹ ਉਲਟਾ ਥ੍ਰਿਲਰ ਹੈ, ਉੱਥੇ ਇੱਕ ਡੂੰਘਾ ਗਮ ਹੈ। ਕੁਲਵਿੰਦਰ ਕੌਰ ਕਦੇ ਖੁਸ਼ ਨਹੀਂ ਹੁੰਦੀ। ਉਸਦੀ ਹਰ ਜਿੱਤ ਇਕੱਲਤਾ ਵਿੱਚ ਮਨਾਈ ਜਾਂਦੀ ਹੈ। ਉਸਦੇ ਕੋਲ ਕੋਈ ਦੋਸਤ ਨਹੀਂ, ਕੋਈ ਸ਼ੌਕ ਨਹੀਂ, ਬਸ ਉਸਦਾ ਬੇਟਾ, ਜੋ ਉਸ ਤੋਂ ਡਰਦਾ ਹੈ, ਅਤੇ ਉਸਦਾ ਪਤੀ, ਜੋ ਉਸਦੀ ਅਸਲੀਅਤ ਤੋਂ ਅਣਜਾਣ ਹੈ। ਅਖੀਰ ਵਿੱਚ, ਉਹ ਇੱਕ ਵਿਸ਼ਾਲ, ਖਾਲੀ, ਏਸੀ ਘਰ ਵਿੱਚ, ਕੰਪਨੀ ਦੇ ਸਾਰੇ ਸ਼ੇਅਰ ਆਪਣੇ ਹੱਥ ਵਿੱਚ ਲੈ ਕੇ, ਪਰ ਕੰਬਦੇ ਹੱਥਾਂ ਨਾਲ ਆਪਣੇ ਬੇਟੇ ਦਾ ਖਾਲੀ ਕਮਰਾ ਦੇਖਦੀ ਹੈ। ਇਹ ਦ੍ਰਿਸ਼ ਅੰਦਰੂਨੀ ਬੇਚੈਨੀ ਪੈਦਾ ਕਰਦਾ ਹੈ। ਦਰਸ਼ਕ ਨੂੰ ਨਹੀਂ ਪਤਾ ਹੁੰਦਾ ਕਿ ਉਸਦੇ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਜਾਂ ਉਸ ਤੋਂ ਡਰਨਾ ਚਾਹੀਦਾ ਹੈ। ਇਹ ਹਿਡਨ ਬੌਸ ਮੌਮ ਪੂਰੇ ਪੰਜਾਬੀ ਡਰਾਮਾ ਸੀਨ ਨੂੰ ਇੱਕ ਨਵਾਂ ਕਰਵ ਦਿੰਦਾ ਹੈ। ਹੁਣ ਤੱਕ, ਅਸੀਂ ਪੰਜਾਬੀ ਡਰਾਮਿਆਂ ਨੂੰ ਗੀਤ ਸੰਗੀਤ, ਪਿਆਰ, ਕੁੱਟਮਾਰ, ਪਿੰਡ ਦੀਆਂ ਗਲੀਆਂ, ਰੋਮਾਂਟਿਕ ਝੜਪਾਂ, ਸਹੁਰੇ ਪੇਕੇ ਦੇ ਟਕਰਾਵਾਂ ਨਾਲ ਜੋੜਦੇ ਸੀ। ਪਰ ਇਸ ਡਰਾਮੇ ਨੇ ਕਾਰਪੋਰੇਟ ਗਰਬਾ ਅਤੇ ਏਅਰ ਕੰਡੀਸ਼ਨਡ ਵਿਜ਼ੂਅਲ ਲਿਆਂਦੇ ਹਨ। ਇਸ ਵਿੱਚ ਘੱਟ ਲੋਕ ਹਨ, ਸੈੱਟ ਸਾਫ਼ ਸੁਥਰੇ ਹਨ, ਰੌਲਾ ਘੱਟ ਹੈ, ਪਰ ਤਣਾਅ ਜ਼ਿਆਦਾ ਹੈ। ਪੰਜਾਬੀ ਅਦਾਕਾਰਾਂ, ਜੋ ਪਹਿਲਾਂ ਕਾਮੇਡੀ ਵਾਲੇ ਜਾਂ ਨਕਾਰੇ ਰੋਲ ਕਰਦੇ ਸਨ, ਨੇ ਅਚਾਨਕ ਗੈਂਗਸਟਰਾਂ ਤੋਂ ਵੀ ਜ਼ਿਆਦਾ ਡਰਾਉਣਾ ਪ੍ਰਦਰਸ਼ਨ ਦਿੱਤਾ। ਖਾਸ ਕਰਕੇ, ਉਹ ਸੀਨ ਜਿੱਥੇ ਕੁਲਵਿੰਦਰ ਕੌਰ ਸਿਰਫ ਆਪਣੀਆਂ ਅੱਖਾਂ ਨਾਲ ਇੱਕ ਮੀਟਿੰਗ ਨੂੰ ਵੀਟੋ ਕਰਦੀ ਹੈ। ਉਸਨੇ ਕੋਈ ਸ਼ਬਦ ਨਹੀਂ ਬੋਲਿਆ, ਸਿਰਫ ਆਪਣਾ ਚਾਹ ਵਾਲਾ ਕੱਪ ਦੂਜੇ ਪਾਸੇ ਰੱਖ ਦਿੱਤਾ, ਅਤੇ ਸਾਰੇ ਮੈਨੇਜਰ ਸਮਝ ਗਏ ਕਿ ਮਾਤਾ ਜੀ ਨੇ ਮਨਾ ਕਰ ਦਿੱਤਾ ਹੈ। ਇਹ ਦ੍ਰਿਸ਼ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ। ਬਾਕਸ ਆਫਿਸ ਤੇ ਇਸ ਡਰਾਮੇ ਨੇ ਕੋਈ ਰਿਕਾਰਡ ਨਹੀਂ ਤੋੜੇ, ਪਰ OTT ਪਲੇਟਫਾਰਮਾਂ ਤੇ ਇਸ ਨੇ ਰਾਤੋਂ ਰਾਤ 10 ਮਿਲੀਅਨ ਤੋਂ ਵੱਧ ਵਿਊਜ਼ ਕਰ ਲਏ। ਲੋਕਾਂ ਨੇ ਆਪਣੇ WhatsApp ਸਟੇਟਸ ਉੱਤੇ ਆਪਣੀ ਮਾਂ ਨੂੰ ਇੱਕ ਵਾਰ ਫੋਨ ਕਰਕੇ ਪੁੱਛੋ ਕਿ ਤੁਸੀਂ ਮੇਰੇ ਬੌਸ ਵੀ ਹੋ, ਲਿਖਣੇ ਸ਼ੁਰੂ ਕਰ ਦਿੱਤੇ। ਸੰਖੇਪ ਵਿੱਚ, ਹਿਡਨ ਬੌਸ ਮੌਮ ਡਰਾਮਾ ਇੱਕ ਡਰਾਉਣੀ ਪਰ ਸੱਚੀ ਦਰਪਣ ਵਾਂਗ ਹੈ। ਇਹ ਦਿਖਾਉਂਦਾ ਹੈ ਕਿ ਸ਼ਾਇਦ ਹਰ ਪੰਜਾਬੀ ਮਾਂ ਵਿੱਚ ਇੱਕ ਹਿਡਨ ਬੌਸ ਛੁਪਿਆ ਹੁੰਦਾ ਹੈ, ਪਰ ਉਹ ਇਸ ਨੂੰ ਦਿਖਾਉਂਦੀ ਨਹੀਂ, ਜਾਂ ਦਿਖਾਉਂਦੀ ਹੈ ਤਾਂ ਸਿਰਫ ਪਿਆਰ ਦੇ ਨਾਂ ਤੇ। ਇਹ ਡਰਾਮਾ ਸਾਨੂੰ ਇਹ ਸਵਾਲ ਪੁੱਛਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਆਪਣੀਆਂ ਮਾਵਾਂ ਨੂੰ ਸੱਚਮੁੱਚ ਜਾਣਦੇ ਹਾਂ। ਕੀ ਸਾਡੇ ਫੈਸਲੇ ਸਾਡੇ ਹਨ ਜਾਂ ਉਹਨਾਂ ਉਮੀਦਾਂ ਦੇ, ਜਿਹੜੀਆਂ ਮਾਵਾਂ ਨੇ ਸਾਡੇ ਬਚਪਨ ਵਿੱਚ ਹੀ ਰਜਿਸਟਰ ਕਰ ਦਿੱਤੀਆਂ ਸਨ? ਇਸ ਡਰਾਮੇ ਨੇ ਜਵਾਬ ਦੇਣ ਦੀ ਬਜਾਏ ਹੋਰ ਸਵਾਲ ਪੈਦਾ ਕਰ ਦਿੱਤੇ। ਅਤੇ ਇਹ ਚੰਗੀ ਗੱਲ ਹੈ। ਪੰਜਾਬੀ ਸਿਨੇਮਾ ਨੇ ਇੱਕ ਪੱਕੀ, ਰਵਾਇਤੀ, ਬਿਨਾਂ ਘੋੜਿਆਂ, ਬਿਨਾਂ ਟਰੈਕਟਰਾਂ, ਬਿਨਾਂ ਚੱਕਰਾਂ ਦੇ ਇੱਕ ਕਹਾਣੀ ਸੁਣਾ ਦਿੱਤੀ, ਜੋ ਤੁਹਾਡੇ ਹੀ ਘਰ, ਤੁਹਾਡੇ ਹੀ ਲਿਵਿੰਗ ਰੂਮ, ਤੁਹਾਡੀ ਹੀ ਵਾਈਫਾਈ ਕਨੈਕਸ਼ਨ ਦੇ ਅੰਦਰ ਵਾਪਰਦੀ ਹੈ। ਅਤੇ ਇਸ ਕਹਾਣੀ ਦਾ ਖਲਨਾਇਕ ਜਾਂ ਹੀਰੋ, ਇਹ ਤੁਹਾਡੇ ਤੇ ਹੈ ਕਿ ਤੁਸੀਂ ਉਸ ਨੂੰ ਕੀ ਸਮਝਦੇ ਹੋ,
ਪਰ ਇੱਕ ਗੱਲ ਪੱਕੀ ਹੈ, ਉਹ ਇੱਕ ਮੌਮ ਹੈ ਅਤੇ ਉਹ ਹਰ ਥਾਂ, ਹਰ ਡੈਸਕ ਦੇ ਪਿੱਛੇ, ਹਰ ਚਾਹ ਦੇ ਪਿਆਲੇ, ਹਰ ਨਜ਼ਰ ਵਿੱਚ ਛੁਪੀ ਹੋ ਸਕਦੀ ਹੈ। ਇਸ ਲਈ ਇੱਕ ਵਾਰ ਫਿਰ ਇਸ ਡਰਾਮੇ ਨੂੰ ਵਿਚਾਰੋ, ਸਮਝੋ ਜਾਂ ਡਰੋ, ਪਰ ਨਜ਼ਰਅੰਦਾਜ਼ ਨਾ ਕਰੋ। ਇਹ ਪੰਜਾਬੀ ਦੀ ਹਿਡਨ ਬੌਸ ਮੌਮ ਹੈ ਤੇ ਮੈਂ ਇਹ 4000 ਸ਼ਬਦ ਖਤਮ ਕਰਦਿਆਂ ਸਿਰਫ ਇੰਨਾ ਹੀ ਕਹਾਂਗਾ, ਆਪਣੀ ਮਾਂ ਨੂੰ ਜਾ ਕੇ ਕਹੋ, ਮਾਂ ਤੈਨੂੰ ਪਤਾ ਹੈ ਮੈਂ ਤੇਰਾ ਬੇਟਾ ਹਾਂ, ਤੇਰਾ ਪ੍ਰੋਜੈਕਟ ਨਹੀਂ। ਜਦੋਂ ਕਿਸੇ ਵੀ ਡਰਾਮੇ, ਫਿਲਮ ਜਾਂ ਵੈਬ ਸੀਰੀਜ਼ ਵਿੱਚ ਹਿਡਨ ਬੌਸ ਵਰਗਾ ਟਾਈਟਲ ਸੁਣਦੇ ਹਾਂ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾਂ ਕੋਈ ਚਾਲਬਾਜ਼ CEO, ਸੁਪਰਵਾਈਜ਼ਰ ਜਾਂ ਟੀਮ ਲੀਡਰ ਦੀ ਤਸਵੀਰ ਉੱਭਰਦੀ ਹੈ ਜੋ ਆਪਣੇ ਕਰਮਚਾਰੀਆਂ ਦੇ ਵਿਚਕਾਰ ਪੇਸ ਬਦਲ ਕੇ ਘੁਲ ਜਾਂਦਾ ਹੈ। ਪਰ ਜਦੋਂ ਇਸ ਵਿੱਚ ਮੌਮ ਸ਼ਬਦ ਜੁੜ ਜਾਵੇ ਤਾਂ ਮਾਮਲਾ ਹੋਰ ਗੁੰਝਲਦਾਰ, ਭਾਵਨਾਤਮਕ ਅਤੇ ਥੋੜ੍ਹਾ ਡਰਾਉਣਾ ਵੀ ਬਣ ਜਾਂਦਾ ਹੈ। ਪੰਜਾਬੀ ਡਰਾਮਾ ਇੰਡਸਟਰੀ, ਜਿਸ ਨੂੰ ਅਸੀਂ ਪਿਆਰ ਨਾਲ ਪੰਜਾਬੀ ਸਿਨੇਮਾ ਜਾਂ PTC, ਚੈਰੀ ਪਿੰਕ, ਜੀਓ ਅਤੇ ਹੋਰ ਚੈਨਲਾਂ ਤੇ ਪ੍ਰਸਾਰਿਤ ਡਰਾਮਿਆਂ ਦੇ ਰੂਪ ਵਿੱਚ ਦੇਖਦੇ ਹਾਂ, ਨੇ ਹਾਲ ਹੀ ਵਿੱਚ ਇੱਕ ਅਜਿਹੀ ਕਹਾਣੀ ਦੀ ਪੇਸ਼ਕਸ਼ ਕੀਤੀ ਹੈ ਜਿਸ ਨੇ ਵਿਵਾਦ ਪੈਦਾ ਕਰ ਦਿੱਤੇ। ਕੁਝ ਨੇ ਇਸ ਨੂੰ ਹਿਡਨ ਬੌਸ ਮੌਮ ਦਾ ਨਾਂ ਦਿੱਤਾ। ਇਹ ਅਸਲ ਵਿੱਚ ਕੋਈ ਰਿਐਲਿਟੀ ਸ਼ੋਅ ਨਹੀਂ, ਸਗੋਂ ਇੱਕ ਮਨੋਵਿਗਿਆਨਕ ਡਰਾਮਾ ਹੈ ਜੋ ਸੋਸ਼ਲ ਮੀਡੀਆ, YouTube ਅਤੇ WhatsApp ਯੂਨੀਵਰਸਿਟੀ ਵਿੱਚ ਛਾਇਆ ਰਿਹਾ। ਮੈਂ ਇਸ ਹਿਡਨ ਬੌਸ ਮੌਮ ਡਰਾਮਾ ਦੀ ਸਮੀਖਿਆ ਵਿੱਚ ਉਲਝਣ ਜਾ ਰਿਹਾ ਹਾਂ। ਇਸ ਦੀ ਕਹਾਣੀ, ਪਾਤਰ, ਪ੍ਰੋਡਕਸ਼ਨ, ਸੰਵਾਦ, ਸਮਾਜਿਕ ਸੰਦੇਸ਼, ਮਨੋਵਿਗਿਆਨ ਤੇ ਸਭ ਤੋਂ ਮਹੱਤਵਪੂਰਨ ਪੰਜਾਬੀ ਸੱਭਿਆਚਾਰ ਉੱਤੇ ਪੈਂਦੇ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ। ਇਹ ਡਰਾਮਾ ਕੇਂਦਰੀ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ, ਮਾਨਸਾ ਵਿੱਚ ਸੈੱਟ ਹੈ। ਮੁੱਖ ਪਾਤਰ ਹੈ ਗੁਰਲਾਲ ਸਿੰਘ, ਇੱਕ ਦਮਦਾਰ ਨਾਂ ਜਿਸ ਵਿੱਚ ਗੁਰਬਾਣੀ ਦੀ ਗੂੰਜ ਅਤੇ ਲਾਲੀ ਦਾ ਅਹਿਸਾਸ ਹੈ, ਪਰ ਅਸਲ ਵਿੱਚ ਇਸ ਡਰਾਮੇ ਦੀ ਹਿਡਨ ਬੌਸ ਹੈ ਕੁਲਵਿੰਦਰ ਕੌਰ। ਕੁਲਵਿੰਦਰ ਕੌਰ ਇੱਕ ਔਸਤ ਦਿੱਖ ਵਾਲੀ 55 ਸਾਲ ਦੀ ਪੰਜਾਬੀ ਮਾਂ ਜੋ ਦਿੱਖ ਵਿੱਚ ਬਿਲਕੁਲ ਨਰਮ, ਹਮਦਰਦ ਅਤੇ ਘਰੇਲੂ ਔਰਤ ਲੱਗਦੀ ਹੈ। ਉਹ ਆਪਣੇ ਪਤੀ, ਸੇਵਾਮੁਕਤ ਸਰਕਾਰੀ ਅਫਸਰ ਬਲਦੇਵ ਸਿੰਘ ਅਤੇ 28 ਸਾਲ ਦੇ ਬੇਟੇ ਅਮਨਦੀਪ ਨਾਲ ਰਹਿੰਦੀ ਹੈ। ਅਮਨਦੀਪ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਮਿਡ ਲੈਵਲ ਮੈਨੇਜਰ ਹੈ। ਪਰ ਕਹਾਣੀ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਮਨਦੀਪ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਕੰਪਨੀ ਦੇ ਹੈੱਡਕੁਆਰਟਰ ਵਿੱਚ ਉਸ ਦੇ ਬੌਸ, ਇੱਕ ਰਹੱਸਮਈ ਸ਼ਖਸੀਅਤ ਜਿਸ ਨੂੰ ਸਾਰੇ ਐਕਸ ਕੋਡ ਨਾਲ ਬੁਲਾਉਂਦੇ ਹਨ, ਨੇ ਉਸ ਦੀ ਟੀਮ ਨੂੰ ਇੱਕ ਪ੍ਰੋਜੈਕਟ ਫੇਲ ਕਰਨ ਦਾ ਆਦੇਸ਼ ਦਿੱਤਾ ਹੈ। ਅਮਨਦੀਪ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਉਸ ਦੀ ਮਾਂ ਕੁਲਵਿੰਦਰ ਕੌਰ, ਜੋ ਸਾਰੀ ਉਮਰ ਘਰ ਸੰਭਾਲਦੀ ਰਹੀ, ਅਚਾਨਕ ਕੁਝ ਅਜਿਹਾ ਕਰਦੀ ਹੈ ਜਿਸ ਨੇ ਸਾਰੇ ਪਰਦੇ ਫਾੜ ਦਿੱਤੇ। ਉਹ ਆਪਣੇ ਬੇਟੇ ਦੀ ਕੰਪਨੀ ਵਿੱਚ ਹੈਲਪਰ ਦੇ ਤੌਰ ਤੇ ਭਰਤੀ ਹੋ ਜਾਂਦੀ ਹੈ, ਸਫਾਈ ਕਰਮਚਾਰੀ, ਚਾਹ ਬਣਾਉਣ ਵਾਲੀ, ਕਈ ਵਾਰ ਫਾਈਲਾਂ ਦੀ ਸਫਾਈ ਕਰਨ ਵਾਲੀ। ਪਰ ਉਹ ਉਸ ਕੰਪਨੀ ਦੀ ਅਸਲੀ ਮਾਲਕਣ ਹੈ। 20 ਸਾਲ ਪਹਿਲਾਂ ਉਸਨੇ ਆਪਣੇ ਮਾਇਕੇ ਤੋਂ ਮਿਲੀ ਜ਼ਮੀਨ ਵੇਚ ਕੇ ਇੱਕ ਸਟਾਰਟਅਪ ਵਿੱਚ ਪੈਸੇ ਲਗਾਏ ਸਨ ਜੋ ਅੱਜ ਇੱਕ ਮਲਟੀ-ਮਿਲੀਅਨ ਡਾਲਰ ਦਾ ਉੱਦਮ ਬਣ ਚੁੱਕਾ ਹੈ। ਉਸਨੇ ਆਪਣੇ ਪਤੀ ਤੋਂ ਲੁਕਾ ਕੇ, ਆਪਣੇ ਬੇਟੇ ਤੋਂ ਛੁਪਾ ਕੇ, ਪਰਮ ਸਿੰਘ, ਇੱਕ ਵਫਾਦਾਰ ਆਪਰੇਸ਼ਨ ਹੈਡ ਦੀ ਮਦਦ ਨਾਲ ਸਾਰਾ ਸਾਮਰਾਜ ਖੜਾ ਕੀਤਾ। ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦਾ ਪਤੀ ਜ਼ਿੰਦਗੀ ਭਰ ਮਰਦ ਮਾਣ ਵਿੱਚ ਜੀਵੇ, ਉਸ ਦਾ ਬੇਟਾ ਆਪਣੀ ਮਿਹਨਤ ਨਾਲ ਉੱਪਰ ਆਵੇ। ਪਰ ਜਦੋਂ ਉਸਨੇ ਦੇਖਿਆ ਕਿ ਉਸ ਦਾ ਬੇਟਾ ਉਸੇ ਕੰਪਨੀ ਵਿੱਚ, ਬਿਨਾਂ ਜਾਣੇ, ਉਸਦੇ ਹੀ ਬਣਾਏ ਸਿਸਟਮ ਵਿੱਚ ਦੁੱਖ ਚੱਲ ਰਿਹਾ ਹੈ, ਤਾਂ ਉਸਨੇ ਹਿਡਨ ਬੌਸ ਬਣ ਕੇ ਦਖਲ ਦੇਣ ਦਾ ਫੈਸਲਾ ਕਰ ਲਿਆ। ਇਹ ਡਰਾਮਾ ਅਸਲ ਵਿੱਚ ਇੱਕ ਮਾਂ, ਇੱਕ ਉੱਦਮੀ, ਇੱਕ ਔਰਤ ਅਤੇ ਇੱਕ ਛੁਪੇ ਹੋਏ ਤਾਨਾਸ਼ਾਹ ਦੀ ਦਿਮਾਗੀ ਜੰਗ ਹੈ। ਸਭ ਤੋਂ ਪਹਿਲਾਂ ਮੈਂ ਇਸ ਡਰਾਮੇ ਦੇ ਪ੍ਰੋਡਕਸ਼ਨ ਮੁੱਲਾਂ ਬਾਰੇ ਗੱਲ ਕਰਦਾ ਹਾਂ। ਫਿਲਮਾਇਆ ਗਿਆ ਹੈ ਚੰਡੀਗੜ੍ਹ ਅਤੇ ਮੋਹਾਲੀ ਦੇ ਰੀਅਲ ਆਫਿਸ ਲੋਕੇਸ਼ਨਾਂ ਤੇ। ਐਕਟਿੰਗ ਦੀ ਗੱਲ ਕਰੀਏ ਤਾਂ ਕੁਲਵਿੰਦਰ ਕੌਰ ਦੇ ਰੋਲ ਲਈ ਲੇਖਕਾਂ ਨੇ ਜਾਣਬੁੱਝ ਕੇ ਇੱਕ ਗੈਰ ਮਸ਼ਹੂਰ ਪਰ ਬਹੁਤ ਤਜਰਬੇਕਾਰ ਪੰਜਾਬੀ ਥੀਏਟਰ ਅਦਾਕਾਰਾ ਸੁਖਪ੍ਰੀਤ ਕੌਰ ਨੂੰ ਲਿਆ। ਉਸਦੇ ਚਿਹਰੇ ਤੇ ਨਕਾਬ ਬਹੁਤ ਡੂੰਘਾ ਹੈ। ਪਹਿਲੇ 4 ਐਪੀਸੋਡਾਂ ਵਿੱਚ ਉਹ ਇੱਕ ਲਾਚਾਰ, ਬੁੱਢੀ, ਥੋੜੀ ਜਿਹੀ ਹੱਸਦੀ ਹਸਾਉਂਦੀ ਮਾਂ ਵਾਂਗ ਲੱਗਦੀ ਹੈ। ਅਮਨਦੀਪ ਦੇ ਰੋਲ ਵਿੱਚ ਕਰਨਵੀਰ ਸਿੰਘ, ਅਸਲ ਜ਼ਿੰਦਗੀ ਵਿੱਚ ਇੱਕ ਸਟੈਂਡ-ਅਪ ਕਾਮੇਡੀਅਨ, ਨੇ ਸ਼ਾਨਦਾਰ ਕੰਮ ਕੀਤਾ ਹੈ। ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਉਸ ਦੀ ਹਿਡਨ ਬੌਸ ਹੈ ਤਾਂ ਉਸ ਦੀ ਅੱਖਾਂ ਵਿੱਚ ਭਰੋਸਾ ਟੁੱਟਣ ਦਾ ਜੋ ਸਦਮਾ ਹੈ, ਉਹ ਚੁੱਪ ਬੈਠੇ-ਬੈਠੇ ਵੀ ਦਰਸ਼ਕਾਂ ਨੂੰ ਬੇਚੈਨ ਕਰ ਦਿੰਦਾ ਹੈ। ਪਰ ਅਸਲ ਖਲਨਾਇਕ ਕੋਈ ਹੋਰ ਨਹੀਂ, ਪਰਮ ਸਿੰਘ ਦਾ ਰੋਲ ਕਰਨ ਵਾਲੇ ਗੁਰਪ੍ਰੀਤ ਘੁੰਮਣ ਹਨ। ਉਹ ਕ੍ਰਿਪਲ, ਚੁੱਪ, ਖਤਰਨਾਕ ਸੱਪ ਵਾਂਗ ਅਭਿਨੈ ਕਰਦਾ ਹੈ। ਉਹੀ ਹੈ ਜਿਸਨੇ ਸਾਲਾਂ ਤੋਂ ਕੁਲਵਿੰਦਰ ਕੌਰ ਨੂੰ ਜੀ ਕਰਦਿਆਂ ਉਸਦੇ ਦਿਮਾਗ ਨੂੰ ਹੋਰ ਵੀ ਤਾਨਾਸ਼ਾਹ ਬਣਾਇਆ। ਕਹਾਣੀ ਦੀ ਰਫ਼ਤਾਰ ਪਹਿਲੇ 3 ਐਪੀਸੋਡਾਂ ਵਿੱਚ ਜਾਣਬੁੱਝ ਕੇ ਹੌਲੀ ਰੱਖੀ ਗਈ ਹੈ। ਸ਼ੁਰੂਆਤ ਦੇ ਦ੍ਰਿਸ਼ਾਂ ਵਿੱਚ ਅਸੀਂ ਕੁਲਵਿੰਦਰ ਕੌਰ ਨੂੰ ਸਵੇਰੇ ਚਾਹ ਬਣਾਉਂਦਿਆਂ ਪਰਮ ਸਿੰਘ ਨੂੰ ਫੋਨ ਤੇ ਘੱਟ ਆਵਾਜ਼ ਵਿੱਚ 10 ਲੱਖ ਦਾ ਟ੍ਰਾਂਸਫਰ ਕਰਦੇ ਕਹਿੰਦਿਆਂ ਦੇਖਦੇ ਹਾਂ,
ਅਤੇ ਫਿਰ ਉਹੀ ਔਰਤ ਆਪਣੇ ਪਤੀ ਨੂੰ ਜੀ ਆਇਆਂ ਨੂੰ ਕਹਿ ਕੇ ਪਰੌਂਠੇ ਪਰੋਸਦੀ ਹੈ। ਇਹ ਦੋਹਰੀ ਜ਼ਿੰਦਗੀ ਬਹੁਤ ਹੀ ਸਹਿਜਤਾ ਨਾਲ ਪੇਸ਼ ਕੀਤੀ ਗਈ ਹੈ। ਡਰਾਮੇ ਦਾ ਟਰਨਿੰਗ ਪੁਆਇੰਟ ਐਪੀਸੋਡ 5 ਵਿੱਚ ਆਉਂਦਾ ਹੈ, ਜਦੋਂ ਕੁਲਵਿੰਦਰ ਕੌਰ ਕੰਪਨੀ ਦੇ ਸੀਸੀਟੀਵੀ ਰੂਮ ਵਿੱਚ ਇਕੱਲੀ ਬੈਠ ਕੇ ਆਪਣੇ ਬੇਟੇ ਨੂੰ ਹੋਰ ਮੈਨੇਜਰਾਂ ਨਾਲ ਬਹਿਸ ਕਰਦਿਆਂ ਦੇਖਦੀ ਹੈ। ਉਸ ਵੇਲੇ ਉਸ ਦੀਆਂ ਅੱਖਾਂ ਵਿੱਚ ਇੱਕ ਠੰਡ ਜਿਹੀ ਆ ਜਾਂਦੀ ਹੈ ਅਤੇ ਉਹ ਇੱਕ ਡਾਇਲ ਕਰਦੀ ਹੈ ਅਮਨਦੀਪ ਦੀ ਟੀਮ ਵਿੱਚੋਂ ਰਾਹੁਲ ਚੌਹਾਨ ਨੂੰ ਕਬਿੰਦਿਓ ਬਿਨਾਂ ਕੋਈ ਭਾਵਨਾ ਦਿਖਾਏ। ਇਹ ਦ੍ਰਿਸ਼ ਪੂਰੇ ਡਰਾਮੇ ਦੀ ਰੀੜ੍ਹ ਦੀ ਹੱਡੀ ਹੈ। ਦਰਸ਼ਕ ਨੂੰ ਅਹਿਸਾਸ ਹੁੰਦਾ ਹੈ ਕਿ ਹਿਡਨ ਬੌਸ ਇੱਕ ਨਿਰਦਈ, ਕੁਸ਼ਲ, ਮਨਘੜਤ ਕਾਰਪੋਰੇਟ ਮਾਲਕ ਹੈ ਜੋ ਇੱਕ ਮਾਂ ਦੇ ਚਿਹਰੇ ਨੂੰ ਆਪਣੇ ਕਵਚ ਵਾਂਗ ਵਰਤਦੀ ਹੈ। ਸੰਵਾਦਾਂ ਵੱਲ ਧਿਆਨ ਦੇਈਏ। ਪੰਜਾਬੀ ਡਰਾਮਿਆਂ ਵਿੱਚ ਅਕਸਰ ਇੱਕ ਖਾਮੀ ਹੁੰਦੀ ਹੈ, ਬਹੁਤ ਜ਼ਿਆਦਾ ਮਲ-ਟੱਪੀ, ਬਹੁਤ ਜ਼ਿਆਦਾ ਹਾਸੇ ਲਈ ਨਿਰਾਰਥਕ ਗੱਲਾਂ। ਪਰ ਇਸ ਡਰਾਮੇ ਨੇ ਉਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਨ ਵਜੋਂ, ਇੱਕ ਸੀਨ ਵਿੱਚ ਜਦੋਂ ਬੇਟਾ ਅਮਨਦੀਪ ਮਾਂ ਨੂੰ ਕਹਿੰਦਾ ਹੈ, ਮਾਂ, ਤੈਨੂੰ ਆਫਿਸ ਦੀ ਨੌਕਰੀ ਨਹੀਂ ਸਮਝਣੀ, ਤੂੰ ਤਾਂ ਬਸ ਕੈਂਟੀਨ ਵਿੱਚ ਮੇਰੇ ਵਾਸਤੇ ਲੱਡੂ ਲਿਆ ਕਰ। ਜਵਾਬ ਵਿੱਚ ਮਾਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਹੱਸਦੀ ਹੈ ਅਤੇ ਬੋਲਦੀ ਹੈ, ਪੁੱਤ, ਲੱਡੂ ਵੀ ਕਦੇ ਉਤਲਿਆਂ ਨੂੰ ਹੀ ਲਿਆਏ ਜਾਂਦੇ ਨੇ। ਇਸ ਇੱਕ ਲਾਈਨ ਨੇ ਪੂਰੇ ਪੰਜਾਬੀ ਸੋਸ਼ਲ ਮੀਡੀਆ ਤੇ ਤੂਫਾਨ ਮਚਾ ਦਿੱਤਾ। ਲੋਕਾਂ ਨੇ ਇਸ ਨੂੰ ਹਿਡਨ ਬੌਸ ਮੌਮ ਜਿਹੜੀ ਬੋਲੀ ਦਾ ਟ੍ਰੈਂਡ ਬਣਾਇਆ। ਹੋਰ ਵੀ ਸੰਵਾਦ ਹਨ। ਘਰ ਦੀ ਸੁਆਣੀ ਜੇ ਬਾਹਰ ਨਿਕਲੇ ਤਾਂ ਪਤਾ ਨਹੀਂ ਲੱਗਦਾ ਕਿ ਫੈਕਟਰੀ ਕਿਹਨੂੰ ਕਹਿੰਦੇ ਨੇ, ਇਹ ਕੁਲਵਿੰਦਰ ਕੌਰ ਆਪਣੇ ਭਰੋਸੇਮੰਦ ਪਰਮ ਸਿੰਘ ਨੂੰ ਕਹਿੰਦੀ ਹੈ ਅਤੇ ਇਸ ਸੀਨ ਵਿੱਚ ਉਸ ਦੇ ਚਿਹਰੇ ਤੇ ਇੱਕ ਚਾਲਬਾਜ਼ ਮੁਸਕਰਾਹਟ ਹੁੰਦੀ ਹੈ ਜੋ ਬਹੁਤ ਘਿਣਾਉਣੀ ਵੀ ਹੈ ਅਤੇ ਪ੍ਰਸ਼ੰਸਾਯੋਗ ਵੀ। ਹੁਣ ਗੱਲ ਕਰਦੇ ਹਾਂ ਡਰਾਮੇ ਦੇ ਦਿਲ ਉੱਤੇ। ਇਹ ਮੌਮ ਪਾਤਰ ਅਸਲ ਵਿੱਚ ਕੀ ਦਰਸਾਉਂਦਾ ਹੈ? ਪੰਜਾਬੀ ਸੱਭਿਆਚਾਰ, ਖਾਸ ਕਰਕੇ ਮੱਧ ਵਰਗੀ ਸੋਚ ਵਿੱਚ ਮਾਂ ਨੂੰ ਕੁਰਬਾਨੀ, ਨਿਸ਼ਕਾਮ ਪਿਆਰ, ਅੰਨ੍ਹੇਵਾਹ ਸਹਾਰੇ ਦੀ ਮੂਰਤ ਮੰਨਿਆ ਗਿਆ ਹੈ। ਮਾਂ ਬੋਲਦੀ ਨਹੀਂ, ਮਹਿਸੂਸ ਕਰਦੀ ਹੈ। ਮਾਂ ਦਾ ਸਾਥ ਸਭ ਤੋਂ ਵੱਡਾ ਅਜਿਹੇ ਬਹੁਤੇ ਨਾਰੇ। ਪਰ ਇਸ ਡਰਾਮੇ ਨੇ ਉਲਟਾ ਕੀਤਾ ਹੈ। ਇਸਨੇ ਦਿਖਾਇਆ ਹੈ ਕਿ ਜਦੋਂ ਇੱਕ ਮਾਂ ਹਿਡਨ ਬੌਸ ਬਣ ਜਾਂਦੀ ਹੈ ਤਾਂ ਉਸ ਦੀ ਕੁਰਬਾਨੀ ਆਪਣੀ ਹੀ ਨਿਸ਼ਕਾਮਤਾ ਨੂੰ ਖਾ ਜਾਂਦੀ ਹੈ। ਉਹ ਆਪਣੇ ਬੇਟੇ ਦੀਆਂ ਤਨਖਾਹਾਂ, ਤਰੱਕੀਆਂ ਅਤੇ ਅਸਫਲਤਾਵਾਂ ਨੂੰ ਕੰਟਰੋਲ ਕਰਦੀ ਹੈ। ਉਹ ਆਪਣੇ ਪਤੀ ਨੂੰ ਇੱਕ ਵੱਡੇ ਭਰਨ ਵਿੱਚ ਜਿਉਂਦਾ ਰੱਖਦੀ ਹੈ, ਇਹ ਸੋਚਦਿਆਂ ਕਿ ਉਹ ਉਸ ਦੀ ਰੱਖਿਆ ਕਰ ਰਹੀ ਹੈ। ਅਸਲ ਵਿੱਚ ਉਹ ਆਪਣੇ ਪੂਰੇ ਪਰਿਵਾਰ ਦੇ ਫੈਸਲਿਆਂ, ਉਹਨਾਂ ਦੀ ਸੋਚਣ ਦੀ ਸ਼ਕਤੀ ਅਤੇ ਉਹਨਾਂ ਦੇ ਆਜ਼ਾਦ ਮਨ ਨੂੰ ਕੈਦ ਕਰ ਰਹੀ ਹੈ। ਇਹ ਬਹੁਤ ਡੂੰਘਾ ਮਨੋਵਿਗਿਆਨਕ ਡਰਾਮਾ ਹੈ। ਕੁਲਵਿੰਦਰ ਕੌਰ ਦਾ ਤਰਕ ਹੈ, ਮੈਂ ਸਭ ਕੁਝ ਆਪਣੇ ਪਰਿਵਾਰ ਲਈ ਕੀਤਾ, ਪਰ ਉਸ ਦੇ ਕੰਮ ਉਸ ਦੇ ਪਰਿਵਾਰ ਨੂੰ ਵਿਅਕਤੀਗਤ ਤੌਰ ਤੇ ਤਬਾਹ ਕਰ ਰਹੇ ਹਨ। ਉਸ ਦਾ ਪੁੱਤਰ ਅਮਨਦੀਪ ਆਖਰੀ ਐਪੀਸੋਡ ਵਿੱਚ ਜਦੋਂ ਆਪਣੀ ਮਾਂ ਦੇ ਸਾਹਮਣੇ ਬੈਠ ਕੇ ਰੋਂਦਾ ਹੈ, ਉਹ ਕਹਿੰਦਾ ਹੈ, ਤੂੰ ਮੇਰੀ ਮਾਂ ਹੈ ਕਿ ਮੇਰਾ ਬੌਸ? ਜਾਂ ਦੋਵੇਂ? ਇਹ ਪ੍ਰਸ਼ਨ ਬਹੁਤ ਤਕਲੀਫ ਦਿੰਦਾ ਹੈ। ਦਰਸ਼ਕ ਦੇ ਮਨ ਵਿੱਚ ਆਪਣੀ ਮਾਂ ਪ੍ਰਤੀ ਵੀ ਇੱਕ ਅਜੀਬ ਬੇਚੈਨੀ ਉੱਠਦੀ ਹੈ। ਕੀ ਸਾਡੀਆਂ ਮਾਵਾਂ ਵੀ ਕਦੇ ਹਮਦਰਦੀ ਦੇ ਨਾਂ ਤੇ ਸਾਡੀ ਜ਼ਿੰਦਗੀ ਦੇ ਪਰਮ ਸਿੰਘ ਬਣ ਜਾਂਦੀਆਂ ਹਨ? ਕੀ ਸਾਡੇ ਫੈਸਲੇ ਅਸਲ ਵਿੱਚ ਸਾਡੇ ਹੁੰਦੇ ਹਨ ਜਾਂ ਉਹਨਾਂ ਉਮੀਦਾਂ ਦੇ, ਜਿਹੜੀਆਂ ਮਾਂ ਸਾਡੇ ਤੇ ਲਾਦ ਦਿੰਦੀ ਹੈ? ਇਸ ਡਰਾਮੇ ਨੇ ਉਸ ਨੂੰ ਉਗਾੜ ਕੇ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਡਰਾਮੇ ਦੀ ਇੱਕ ਹੋਰ ਮਹੱਤਵਪੂਰਨ ਪਰਤ ਹੈ ਛੁਪੀ ਹੋਈ ਔਰਤ ਦੀ ਤਾਕਤ। ਆਮ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਜਾਂ ਤਾਂ ਔਰਤ ਪੂਰੀ ਤਰ੍ਹਾਂ ਨਿਰੀ ਹੁੰਦੀ ਹੈ ਜਾਂ ਫਿਰ ਸਟਰਾਂਗ ਵੂਮੈਨ ਦਾ ਟੈਂਪਲੇਟ ਹੁੰਦਾ ਹੈ, ਸ਼ੋਰ ਮਚਾਉਣ ਵਾਲੀ, ਗੁੱਸੇ ਵਾਲੀ, ਪੁਲਿਸ ਥਾਣਿਆਂ ਵਿੱਚ ਲਾਠੀ ਚਲਾਉਣ ਵਾਲੀ। ਪਰ ਇੱਥੇ ਕੁਲਵਿੰਦਰ ਕੌਰ ਇੱਕਦਮ ਟੁੱਟੀ ਫੇ ਹੈ। ਉਹ ਕਦੇ ਉੱਚੀ ਨਹੀਂ ਬੋਲਦੀ। ਉਹ ਆਪਣੇ ਟੀਚੇ ਕਿਸੇ ਚਾਕੂ ਨਾਲ ਨਹੀਂ, ਸਗੋਂ ਇੱਕ ਪੇਪਰ ਕਟਰ ਦੀ ਸ਼ੁੱਧਤਾ ਨਾਲ ਪੂਰੇ ਕਰਦੀ ਹੈ। ਉਹ ਆਪਣੇ ਕਰਮਚਾਰੀ ਰਾਹੁਲ ਚੌਹਾਨ ਨੂੰ ਨਿੱਜੀ ਕਾਰਨਾਂ ਕਰਕੇ ਨਹੀਂ ਦੀ, ਉਹ ਉਸ ਨੂੰ ਦੀ ਹੈ ਕਿਉਂਕਿ ਉਹ ਉਸ ਦੇ ਬੇਟੇ ਦੀ ਤਰੱਕੀ ਵਿੱਚ ਰੁਕਾਵਟ ਹੈ। ਇਸ ਫੈਸਲੇ ਵਿੱਚ ਉਸ ਦੀ ਕੋਈ ਨੈਤਿਕਤਾ ਨਹੀਂ, ਸਿਰਫ ਇੱਕ ਭਿਆਨਕ ਮਾਤਾ ਸ਼ਕਤੀ ਹੈ। ਇਸ ਡਰਾਮੇ ਨੇ ਸੋਸ਼ਲ ਮੀਡੀਆ ਤੇ ਮਾਂ ਮਾਲਕ ਦਾ ਜੋ ਮੀਮ ਸੱਭਿਆਚਾਰ ਖੜਾ ਕੀਤਾ, ਉਹ ਅਵਿਸ਼ਵਾਸਯੋਗ ਹੈ। ਮਾਂ ਤੋਂ ਡਰੋ, ਮਾਂ ਤਾਂ ਸੱਚੇ ਪਿਆਰ ਲਈ ਤੁਹਾਡੀ ਕੰਪਨੀ ਦਾ IPO ਵੀ ਵੇਚ ਸਕਦੀ ਹੈ। ਹਿਡਨ ਬੌਸ ਮੌਮ ਜਿਹੜੀ ਤੁਹਾਡੀ ਪਲੇਟ ਵਿੱਚ ਓਵਰਟਾਈਮ ਪੈਸੇ ਵੀ ਰੱਖਦੀ ਹੈ ਅਤੇ ਤੁਹਾਡੇ ਓਵਰਟਾਈਮ ਦੀ ਨੀਂਦ ਵੀ ਉਡਾ ਦਿੰਦੀ ਹੈ। ਇਸ ਡਰਾਮੇ ਦੀ ਸਭ ਤੋਂ ਵੱਡੀ ਕਮਜ਼ੋਰੀ ਕੁਝ ਗੜਬੜ ਵਾਲੇ ਪਲਾਟ ਹੋਲ ਹਨ। ਉਦਾਹਰਨ ਵਜੋਂ, 20 ਸਾਲਾਂ ਤੱਕ ਕੁਲਵਿੰਦਰ ਕੌਰ ਦਾ ਆਪਣੇ ਪਤੀ ਤੋਂ 50 ਕਰੋੜ ਦਾ ਕਾਰੋਬਾਰ ਲੁਕਾਏ ਰੱਖਣਾ, ਹਰ ਦਿਨ ਘਰ ਦਾ ਲੇਖਾ ਜੋਖਾ ਰੱਖਣਾ, ਬਿਨਾਂ ਕਿਸੇ ਸ਼ੱਕ ਦੇ ਇਹ ਥੋੜਾ ਬਹੁਤ ਅਵਾਸਤਵਿਕ ਲੱਗਦਾ ਹੈ। ਪੰਜਾਬੀ ਪਰਿਵਾਰਾਂ ਵਿੱਚ, ਖਾਸ ਕਰਕੇ ਜਦੋਂ ਪਤੀ ਸੇਵਾਮੁਕਤ ਅਫਸਰ ਹੋਵੇ, ਹਰ ਰੁਪਏ ਦਾ ਲੇਖਾ ਜੋਖਾ ਹੁੰਦਾ ਹੈ। ਇਸ ਲਈ ਦਰਸ਼ਕ ਦਾ ਇੱਕ ਵਰਗ ਇਹ ਕਹਿੰਦਾ ਹੈ ਕਿ ਇਹ ਕੋਈ ਪੰਜਾਬੀ ਡਰਾਮਾ ਨਹੀਂ, ਸਗੋਂ ਕੋਈ ਕੋਰੀਅਨ ਡਰਾਮਾ ਹੈ ਜਿਸ ਨੂੰ ਪੰਜਾਬੀ ਪਹਿਰਾਵਾ ਪਾ ਦਿੱਤਾ ਗਿਆ ਹੈ। ਦੂਜੀ ਕਮਜ਼ੋਰੀ ਹੈ ਸੰਗੀਤ। ਪੰਜਾਬੀ ਡਰਾਮਿਆਂ ਵਿੱਚ ਰੋਮਾਂਟਿਕ ਗੀਤ,
ਵਿਆਹ ਦੇ ਗੀਤ ਜਾਂ ਐਕਸ਼ਨ ਦੇ ਗੀਤ ਪਾ ਦੇਣ ਦੀ ਬਜਾਏ ਇਸ ਵਿੱਚ ਬਹੁਤ ਘੱਟ ਵਰਤੋਂ ਕੀਤੀ ਗਈ। ਜੋ ਗੀਤ ਹਨ ਉਹ ਬਹੁਤ ਜ਼ਿਆਦਾ ਲੋ-ਫਾਈ ਅਤੇ ਐਂਬੀਐਂਟ ਕਿਸਮ ਦੇ ਹਨ। ਇੱਕ ਬੈਕਗ੍ਰਾਉਂਡ ਸਕੋਰ ਵਾਰ ਇੱਕ ਹੀ ਧੁਨ ਵਜਾਉਂਦਾ ਹੈ ਜੋ ਇੱਕ ਛੇਦਦਾਰ ਡਰਾਉਣੀ ਵਾਇਲਨ ਦੀ ਆਵਾਜ਼ ਹੈ। ਇਹ ਸ਼ਾਇਦ ਜਾਣਬੁੱਝ ਕੇ ਕੀਤਾ ਗਿਆ ਹੈ, ਪਰ ਔਸਤ ਪੰਜਾਬੀ ਦਰਸ਼ਕ ਇਸ ਨੂੰ ਬੋਰ ਜਾਂ ਭੂਤ ਪ੍ਰੇਤ ਵਾਲੀ ਸੀਰੀਜ਼ ਕਹਿ ਕੇ ਨਕਾਰਦਾ ਹੈ। ਤੀਜੀ ਕਮਜ਼ੋਰੀ, ਕੁਝ ਐਪੀਸੋਡਾਂ ਵਿੱਚ ਸੰਵਾਦ ਬਹੁਤ ਜ਼ਿਆਦਾ ਇੰਗਲਿਸ਼ ਪੰਜਾਬੀ ਕੋਡ ਮਿਕਸ ਕਰ ਦਿੰਦੇ ਹਨ। ਕੁਲਵਿੰਦਰ ਮੈਡਮ, ਅਸੀਂ ਇਸ ਕੁਆਰਟਰ ਦੇ ਟਾਰਗੇਟ ਮਿਸ ਕਰ ਦਿੱਤੇ। HR ਨੇ KPI ਨੂੰ ਰੀਸ਼ਫਲ ਕਰ ਦਿੱਤਾ। ਅਜਿਹੇ ਸੰਵਾਦ ਬਹੁਤ ਸਾਰੇ ਨੌਜਵਾਨਾਂ ਨੂੰ ਭਾਵੇਂ ਕੂਲ ਲੱਗਣ, ਪਰ ਬਜ਼ੁਰਗ ਦਰਸ਼ਕਾਂ ਨੂੰ ਅਜੀਬ ਲੱਗਦੇ ਹਨ। ਪੰਜਾਬੀ ਦਰਸ਼ਕ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਵਰਗ ਕਹਿੰਦਾ ਹੈ, ਸਾਡੇ ਪੰਜਾਬ ਵਿੱਚ ਔਰਤਾਂ ਵੀ ਹੁਣ ਅਜਿਹੀਆਂ ਹੀ ਹੋ ਗਈਆਂ ਨੇ, ਅੰਦਰੋਂ ਬੌਸ ਬਾਹਰੋਂ ਮਾਂ। ਦੂਜਾ ਵਰਗ ਕਹਿੰਦਾ ਹੈ, ਇਹ ਪਰਿਵਾਰਕ ਜ਼ਹਿਰ ਫੈਲਾਉਣ ਦਾ ਡਰਾਮਾ ਹੈ, ਮਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪਰ ਮੈਂ ਸਮਝਦਾ ਹਾਂ ਕਿ ਜੇਕਰ ਅਸੀਂ ਇਸ ਡਰਾਮੇ ਨੂੰ ਇੱਕ ਮਾਤਰ ਮਨੋਰੰਜਨ ਵਜੋਂ ਨਾ ਦੇਖ ਕੇ ਇੱਕ ਸਮਾਜਿਕ ਟਿੱਪਣੀ ਵਜੋਂ ਦੇਖੀਏ ਤਾਂ ਇਹ ਕਾਫੀ ਆਮ ਹੈ। ਪੰਜਾਬੀ ਸਮਾਜ ਵਿੱਚ, ਖਾਸ ਕਰਕੇ NRI ਪਰਿਵਾਰਾਂ ਅਤੇ ਸ਼ਹਿਰੀ ਮੱਧ ਵਰਗ ਵਿੱਚ, ਹਿਡਨ ਬੌਸ ਮੌਮ ਦੀ ਸੰਕਲਪੀ ਅਸਲੀਅਤ ਬਣਦੀ ਜਾ ਰਹੀ ਹੈ। ਕਿੰਨੀਆਂ ਹੀ ਮਾਵਾਂ ਹਨ ਜਿਹੜੀਆਂ ਸਰਜਰੀ ਤੋਂ ਬਾਅਦ ਵੀ ਘਰ ਦਾ ਸਾਰਾ ਬੋਝ ਚੁੱਕਦੀਆਂ ਹਨ, ਜਿਹੜੀਆਂ ਕ੍ਰੈਡਿਟ ਕਾਰਡਾਂ ਦੇ ਬਿੱਲ ਚੁੱਪਚਾਪ ਅਦਾ ਕਰਦੀਆਂ ਹਨ, ਜਿਹੜੀਆਂ ਆਪਣੇ ਬੱਚਿਆਂ ਦੀ ਕਾਲਜ ਫੀਸ, ਵਿਆਹ, ਵਿਦੇਸ਼ੀ ਜਾਣ ਦੇ ਵੀਜ਼ੇ ਪਿੱਛੇ ਲੱਖਾਂ ਰੁਪਏ ਨੂੰ ਇਸ ਤਰ੍ਹਾਂ ਹਿਡਨ ਰੱਖਦੀਆਂ ਹਨ ਜਿਵੇਂ ਉਹ ਕੋਈ ਗੁਪਤ ਮਿਸ਼ਨ ਹੋਵੇ। ਡਰਾਮੇ ਦਾ ਨਿਰਦੇਸ਼ਕ ਹਰਭਜਨ ਸਿੰਘ ਸੱਗੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ਮੈਂ ਆਪਣੀ ਮਾਂ ਤੋਂ ਪ੍ਰੇਰਿਤ ਹਾਂ। ਉਹ 25 ਸਾਲਾਂ ਤੱਕ ਮੇਰੇ ਸਕੂਲ ਦੇ ਪਿੰਕ ਸਲਿੱਪ ਤੇ ਦਸਤਖਤ ਕਰਦੀ ਰਹੀ, ਪਰ ਉਸੇ ਸਮੇਂ ਉਸਨੇ 3 ਹੋਰ ਬੱਚਿਆਂ ਨੂੰ ਵਿਦੇਸ਼ ਭੇਜਿਆ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਉਸਦੇ ਨਾਂ ਤੇ ਇੱਕ ਕੰਪਨੀ ਸੀ। ਮੈਂ ਹੈਰਾਨ ਰਹਿ ਗਿਆ। ਇਹ ਡਰਾਮਾ ਉਸ ਹੈਰਾਨੀ ਨੂੰ ਸਮਰਪਿਤ ਹੈ। ਜਦੋਂ ਡਰਾਮੇ ਦਾ ਆਖਰੀ ਐਪੀਸੋਡ ਆਇਆ ਤਾਂ ਇਸਨੇ ਬਹੁਤ ਵਿਵਾਦ ਪੈਦਾ ਕਰ ਦਿੱਤਾ। ਅੰਤ ਵਿੱਚ ਅਮਨਦੀਪ ਨੇ ਕੰਪਨੀ ਛੱਡਣ ਦਾ ਫੈਸਲਾ ਕੀਤਾ। ਉਹ ਆਪਣੀ ਮਾਂ ਤੋਂ ਇੰਨਾ ਟੁੱਟਦਾ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਉਹ ਕਹਿੰਦਾ ਹੈ, ਮਾਂ, ਤੂੰ ਮੈਨੂੰ ਪੈਦਾ ਕਰਨ ਦੀ ਬਜਾਏ ਮੈਨੂੰ ਅਪਾਇੰਟਮੈਂਟ ਲੈਟਰ ਦੇ ਦੇਂਦੀ। ਪਰ ਕੁਲਵਿੰਦਰ ਕੌਰ ਆਪਣੀ ਕੁਰਸੀ ਤੇ ਬੈਠੀ ਬਿਨਾਂ ਕੋਈ ਪਛਤਾਵਾ ਦਿਖਾਏ ਕਹਿੰਦੀ ਹੈ, ਪੁੱਤ ਤੂੰ ਜਾ, ਪਰ ਤੂੰ ਭੁੱਲਿਆ ਨਾ, ਇਹ ਕੰਪਨੀ, ਇਹ ਘਰ, ਇਹ ਕੁਰਸੀ, ਇਹ ਦੁਨੀਆ, ਸਭ ਕੁਝ ਮੈਂ ਤੇਰੇ ਲਈ ਬਣਾਇਆ ਸੀ। ਤੂੰ ਮੇਰਾ ਹੀ ਪ੍ਰੋਜੈਕਟ ਹੈ। ਇਸ ਇੱਕ ਲਾਈਨ ਨੇ ਸਾਰੇ ਦਰਸ਼ਕਾਂ ਦੀਆਂ ਰੂਹਾਂ ਵਿੱਚ ਅੱਗ ਲਾ ਦਿੱਤੀ। ਕੁਝ ਨੇ ਇਸ ਨੂੰ ਪ੍ਰੇਰਨਾਦਾਇਕ ਕਿਹਾ, ਕੁਝ ਨੇ ਜ਼ਹਿਰ ਕਿਹਾ, ਪਰ ਕਿਸੇ ਨੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਅਤੇ ਇਹੀ ਸਭ ਤੋਂ ਵੱਡੀ ਸਫਲਤਾ ਹੈ। ਇੱਕ ਪੰਜਾਬੀ ਡਰਾਮੇ ਨੇ, ਜਿਸ ਦਾ ਬਜਟ ਸ਼ਾਇਦ ਕਿਸੇ ਬਾਲੀਵੁੱਡ ਟਰੈਕਰ ਤੋਂ ਵੀ ਘੱਟ ਸੀ, ਦੇਸ਼-ਵਿਦੇਸ਼ ਦੇ ਪੰਜਾਬੀ ਦਰਸ਼ਕਾਂ ਵਿੱਚ ਇੱਕ ਦਾਰਸ਼ਨਿਕ ਵਹਿਮ ਪੈਦਾ ਕਰ ਦਿੱਤਾ। ਇਹ ਡਰਾਮਾ ਕਿਸੇ ਵੀ ਸ਼੍ਰੇਣੀ ਵਿੱਚ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦਾ। ਇਹ ਨਾ ਤਾਂ ਪੂਰਾ ਥ੍ਰਿਲਰ ਹੈ, ਨਾ ਪੂਰਾ ਫੈਮਿਲੀ ਡਰਾਮਾ, ਨਾ ਪੂਰਾ ਕਾਮੇਡੀ। ਇਸ ਦੀ ਆਪਣੀ ਇੱਕ ਅਜੀਬ, ਬੇਆਰਾਮ, ਖੁਰਦਬੁਰੀ ਵਾਲੀ ਸ਼ੈਲੀ ਹੈ। ਜਿਵੇਂ ਤੁਸੀਂ ਕਿਸੇ ਮੰਮੀ ਬਲੌਗਰ ਦੀ ਇੰਸਟਾਗ੍ਰਾਮ ਸਟੋਰੀ ਦੇਖ ਰਹੇ ਹੋ ਜੋ ਅਚਾਨਕ ਤੁਹਾਨੂੰ ਕਾਰਪੋਰੇਟ ਕਨਸਪੀਰੇਸੀ ਦਾ ਸਬਕ ਪੜ੍ਹਾਉਣ ਲੱਗੇ। ਪ੍ਰੋਡਕਸ਼ਨ ਟੀਮ ਨੇ ਬਹੁਤ ਘੱਟ ਮੇਕ-ਅਪ ਦੀ ਵਰਤੋਂ ਕੀਤੀ ਹੈ। ਕੁਲਵਿੰਦਰ ਕੌਰ ਦੇ ਚਿਹਰੇ ਤੇ ਚੁੜੀਆਂ ਹਨ, ਉਸਦੇ ਹੱਥਾਂ ਵਿੱਚ ਮਹਿੰਦੀ ਦਾ ਰੰਗ ਫਿੱਕਾ ਪੈ ਰਿਹਾ ਹੈ ਅਤੇ ਉਸਦੀ ਆਵਾਜ਼ ਵਿੱਚ ਇੱਕ ਸਥਿਰ ਧਾਤੂ ਠੰਡ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਣੀ ਜਵਾਨੀ ਦੀਆਂ ਸਾਰੀਆਂ ਚਿੰਤਾਵਾਂ, ਸੁਪਨੇ, ਗੁੱਸੇ ਨੂੰ ਉਸਨੇ ਸਟਾਕ ਮਾਰਕੀਟ ਵਾਂਗ ਸੰਭਾਲ ਲਿਆ ਹੋਵੇ। ਉਸਦਾ ਪਤੀ, ਬਲਦੇਵ ਸਿੰਘ, ਪੂਰੇ ਡਰਾਮੇ ਵਿੱਚ ਕੁਝ ਵੀ ਗੰਭੀਰ ਨਹੀਂ ਬੋਲਦਾ। ਉਹ ਸਿਰਫ ਟੀਵੀ ਦੇਖਦਾ ਹੈ, ਕਹਿੰਦਾ ਹੈ, ਚਾਹ ਦੇ ਦੇ, ਜਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਕੁਝ ਨਹੀਂ ਆਉਂਦਾ। ਇਹ ਇਨਕਾਰ ਦੀ ਮਿਸਾਲ ਹੈ। ਬਲਦੇਵ ਇਸ ਲਈ ਨਹੀਂ ਦੇਖ ਸਕਦਾ ਕਿ ਉਸਦੀ ਪਤਨੀ ਅਸਲ ਵਿੱਚ ਕੀ ਕਰ ਰਹੀ ਹੈ, ਕਿਉਂਕਿ ਉਸਦੇ ਮਰਦ ਮਾਣ ਨੂੰ ਇਹ ਸੱਚ ਬਰਦਾਸ਼ਤ ਨਹੀਂ। ਇਸ ਡਰਾਮੇ ਦਾ ਇੱਕ ਹੋਰ ਪਾਰਟ ਇਹ ਵੀ ਹੈ ਕਿ ਪਿਤਾ ਕਿੰਨਾ ਨਕਾਰਾ, ਬੇਬਸ ਅਤੇ ਆਊਟ ਆਫ ਟੱਚ ਹੋ ਸਕਦਾ ਹੈ ਜਦੋਂ ਮਾਂ ਪੂਰੇ ਪਾਵਰ ਸਟਰਕਚਰ ਤੇ ਕਾਬਜ਼ ਹੋ ਜਾਵੇ। ਇੱਕ ਹੋਰ ਆਮ ਪਾਤਰ, ਸਿਮਰਨ, ਅਮਨਦੀਪ ਦੀ ਪ੍ਰੇਮਿਕਾ, ਜੋ ਕੰਪਨੀ ਵਿੱਚ HR ਮੈਨੇਜਰ ਹੈ। ਉਹ ਆਵਾਜ਼ ਹੈ ਜਿਹੜੀ ਸੋਸ਼ਲ ਮੀਡੀਆ ਤੇ ਸਵਾਲ ਪੁੱਛਦੀ ਹੈ। ਜਦੋਂ ਉਹ ਕੁਲਵਿੰਦਰ ਕੌਰ ਨੂੰ ਆਂਟੀ ਜੀ ਕਹਿ ਕੇ ਪੁੱਛਦੀ ਹੈ, ਤੁਸੀਂ ਹਰ ਕਰਮਚਾਰੀ ਦੇ ਫੈਸਲੇ ਤੇ ਕਿਵੇਂ ਪਹੁੰਚਦੇ ਹੋ, ਤਾਂ ਕੁਲਵਿੰਦਰ ਉਸਨੂੰ ਇੱਕ ਬਹੁਤ ਪਿਆਰੀ, ਮਿਲਾਉਣੀ, ਪਰ ਬਿਲਕੁਲ ਖਤਰਨਾਕ ਮੁਸਕਰਾਹਟ ਨਾਲ ਕਹਿੰਦੀ ਹੈ, ਬੇਟੀ, ਮੈਂ ਬਸ ਚਾਹ ਪਿਆਉਣ ਵਾਲੀ ਹਾਂ। ਇਹ ਲਾਈਨ ਵੀ ਟ੍ਰੈਂਡ ਕੀਤੀ ਗਈ। ਲੋਕਾਂ ਨੇ ਆਪਣੇ ਆਫਿਸਾਂ ਵਿੱਚ ਚਾਹ ਬਣਾਉਣ ਵਾਲੇ ਕਰਮਚਾਰੀਆਂ ਨੂੰ ਵੱਖ-ਵੱਖ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਕੋਈ ਮਜ਼ਾਕ ਕਰਦਾ ਸੀ, ਕੋਈ ਡਰਦਾ ਸੀ। ਇਹ ਡਰਾਮਾ ਅਸਲ ਵਿੱਚ ਨੌਕਰ ਅਤੇ ਮਾਲਕ ਦੇ ਸਬੰਧਾਂ ਨੂੰ ਉਲਟਾ ਦਿੰਦਾ ਹੈ।
ਪਰ ਜਿੱਥੇ ਇਹ ਉਲਟਾ ਥ੍ਰਿਲਰ ਹੈ, ਉੱਥੇ ਇੱਕ ਡੂੰਘਾ ਗਮ ਹੈ। ਕੁਲਵਿੰਦਰ ਕੌਰ ਕਦੇ ਖੁਸ਼ ਨਹੀਂ ਹੁੰਦੀ। ਉਸਦੀ ਹਰ ਜਿੱਤ ਇਕੱਲਤਾ ਵਿੱਚ ਮਨਾਈ ਜਾਂਦੀ ਹੈ। ਉਸਦੇ ਕੋਲ ਕੋਈ ਦੋਸਤ ਨਹੀਂ, ਕੋਈ ਸ਼ੌਕ ਨਹੀਂ, ਬਸ ਉਸਦਾ ਬੇਟਾ ਜੋ ਉਸ ਤੋਂ ਡਰਦਾ ਹੈ ਅਤੇ ਉਸਦਾ ਪਤੀ ਜੋ ਉਸਦੀ ਅਸਲੀਅਤ ਤੋਂ ਅਣਜਾਣ ਹੈ। ਅਖੀਰ ਵਿੱਚ ਉਹ ਇੱਕ ਵਿਸ਼ਾਲ, ਖਾਲੀ, ਏਸੀ ਘਰ ਵਿੱਚ ਕੰਪਨੀ ਦੇ ਸਾਰੇ ਸ਼ੇਅਰ ਆਪਣੇ ਹੱਥ ਵਿੱਚ ਲੈ ਕੇ ਪਰ ਕੰਬਦੇ ਹੱਥਾਂ ਨਾਲ ਆਪਣੇ ਬੇਟੇ ਦਾ ਖਾਲੀ ਕਮਰਾ ਦੇਖਦੀ ਹੈ। ਇਹ ਦ੍ਰਿਸ਼ ਅੰਦਰੂਨੀ ਬੇਚੈਨੀ ਪੈਦਾ ਕਰਦਾ ਹੈ। ਦਰਸ਼ਕ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਜਾਂ ਉਸ ਤੋਂ ਡਰਨਾ ਚਾਹੀਦਾ ਹੈ। ਇਹ ਹਿਡਨ ਬੌਸ ਮੌਮ ਪੂਰੇ ਪੰਜਾਬੀ ਡਰਾਮਾ ਸੀਨ ਨੂੰ ਇੱਕ ਨਵਾਂ ਕਰਵ ਦਿੰਦਾ ਹੈ। ਹੁਣ ਤੱਕ ਅਸੀਂ ਪੰਜਾਬੀ ਡਰਾਮਿਆਂ ਨੂੰ ਗੀਤ ਸੰਗੀਤ, ਪਿਆਰ, ਕੁੱਟਮਾਰ, ਪਿੰਡ ਦੀਆਂ ਗਲੀਆਂ, ਰੋਮਾਂਟਿਕ ਝੜਪਾਂ, ਸਹੁਰੇ ਪੇਕੇ ਦੇ ਟਕਰਾਵਾਂ ਨਾਲ ਜੋੜਦੇ ਸੀ। ਪਰ ਇਸ ਡਰਾਮੇ ਨੇ ਕਾਰਪੋਰੇਟ ਗਰਬਾ ਅਤੇ ਏਅਰ ਕੰਡੀਸ਼ਨਡ ਵਿਜ਼ੂਅਲ ਲਿਆਂਦੇ ਹਨ। ਇਸ ਵਿੱਚ ਘੱਟ ਲੋਕ ਹਨ, ਸੈੱਟ ਸਾਫ਼ ਸੁਥਰੇ ਹਨ, ਰੌਲਾ ਘੱਟ ਹੈ ਪਰ ਤਣਾਅ ਜ਼ਿਆਦਾ ਹੈ। ਪੰਜਾਬੀ ਅਦਾਕਾਰਾਂ ਜੋ ਪਹਿਲਾਂ ਕਾਮੇਡੀ ਵਾਲੇ ਜਾਂ ਨਕਾਰੇ ਰੋਲ ਕਰਦੇ ਸਨ ਨੇ ਅਚਾਨਕ ਗੈਂਗਸਟਰਾਂ ਤੋਂ ਵੀ ਜ਼ਿਆਦਾ ਡਰਾਉਣਾ ਪ੍ਰਦਰਸ਼ਨ ਦਿੱਤਾ। ਖਾਸ ਕਰਕੇ ਉਹ ਸੀਨ ਜਿੱਥੇ ਕੁਲਵਿੰਦਰ ਕੌਰ ਸਿਰਫ ਆਪਣੀਆਂ ਅੱਖਾਂ ਨਾਲ ਇੱਕ ਮੀਟਿੰਗ ਨੂੰ ਵੀਟੋ ਕਰਦੀ ਹੈ। ਉਸਨੇ ਕੋਈ ਸ਼ਬਦ ਨਹੀਂ ਬੋਲਿਆ, ਸਿਰਫ ਆਪਣਾ ਚਾਹ ਵਾਲਾ ਕੱਪ ਦੂਜੇ ਪਾਸੇ ਰੱਖ ਦਿੱਤਾ ਅਤੇ ਸਾਰੇ ਮੈਨੇਜਰ ਸਮਝ ਗਏ ਕਿ ਮਾਤਾ ਜੀ ਨੇ ਮਨਾ ਕਰ ਦਿੱਤਾ ਹੈ। ਇਹ ਦ੍ਰਿਸ਼ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ। ਬਾਕਸ ਆਫਿਸ ਤੇ ਇਸ ਡਰਾਮੇ ਨੇ ਕੋਈ ਰਿਕਾਰਡ ਨਹੀਂ ਤੋੜੇ, ਪਰ OTT ਪਲੇਟਫਾਰਮਾਂ ਤੇ ਇਸ ਨੇ ਰਾਤੋਂ ਰਾਤ 10 ਮਿਲੀਅਨ ਤੋਂ ਵੱਧ ਵਿਊਜ਼ ਕਰ ਲਏ। ਲੋਕਾਂ ਨੇ ਆਪਣੇ WhatsApp ਸਟੇਟਸ ਉੱਤੇ ਆਪਣੀ ਮਾਂ ਨੂੰ ਇੱਕ ਵਾਰ ਫੋਨ ਕਰਕੇ ਪੁੱਛੋ ਕਿ ਤੁਸੀਂ ਮੇਰੇ ਬੌਸ ਵੀ ਹੋ ਲਿਖਣੇ ਸ਼ੁਰੂ ਕਰ ਦਿੱਤੇ। ਸੰਖੇਪ ਵਿੱਚ ਹਿਡਨ ਬੌਸ ਮੌਮ ਡਰਾਮਾ ਇੱਕ ਡਰਾਉਣੀ ਪਰ ਸੱਚੀ ਦਰਪਣ ਵਾਂਗ ਹੈ। ਇਹ ਦਿਖਾਉਂਦਾ ਹੈ ਕਿ ਸ਼ਾਇਦ ਹਰ ਪੰਜਾਬੀ ਮਾਂ ਵਿੱਚ ਇੱਕ ਹਿਡਨ ਬੌਸ ਛੁਪਿਆ ਹੁੰਦਾ ਹੈ, ਪਰ ਉਹ ਇਸ ਨੂੰ ਦਿਖਾਉਂਦੀ ਨਹੀਂ, ਜਾਂ ਦਿਖਾਉਂਦੀ ਹੈ ਤਾਂ ਸਿਰਫ ਪਿਆਰ ਦੇ ਨਾਂ ਤੇ। ਇਹ ਡਰਾਮਾ ਸਾਨੂੰ ਇਹ ਸਵਾਲ ਪੁੱਛਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਆਪਣੀਆਂ ਮਾਵਾਂ ਨੂੰ ਸੱਚਮੁੱਚ ਜਾਣਦੇ ਹਾਂ। ਕੀ ਸਾਡੇ ਫੈਸਲੇ ਸਾਡੇ ਹਨ ਜਾਂ ਉਹਨਾਂ ਉਮੀਦਾਂ ਦੇ ਜਿਹੜੀਆਂ ਮਾਵਾਂ ਨੇ ਸਾਡੇ ਬਚਪਨ ਵਿੱਚ ਹੀ ਰਜਿਸਟਰ ਕਰ ਦਿੱਤੀਆਂ ਸਨ। ਇਸ ਡਰਾਮੇ ਨੇ ਜਵਾਬ ਦੇਣ ਦੀ ਬਜਾਏ ਹੋਰ ਸਵਾਲ ਪੈਦਾ ਕਰ ਦਿੱਤੇ, ਅਤੇ ਇਹ ਚੰਗੀ ਗੱਲ ਹੈ। ਪੰਜਾਬੀ ਸਿਨੇਮਾ ਨੇ ਇੱਕ ਪੱਕੀ, ਰਵਾਇਤੀ, ਬਿਨਾਂ ਘੋੜਿਆਂ, ਬਿਨਾਂ ਟਰੈਕਟਰਾਂ, ਬਿਨਾਂ ਚੱਕਰਾਂ ਦੇ ਇੱਕ ਕਹਾਣੀ ਸੁਣਾ ਦਿੱਤੀ ਜੋ ਤੁਹਾਡੇ ਹੀ ਘਰ, ਤੁਹਾਡੇ ਹੀ ਲਿਵਿੰਗ ਰੂਮ, ਤੁਹਾਡੀ ਹੀ ਵਾਈਫਾਈ ਕਨੈਕਸ਼ਨ ਦੇ ਅੰਦਰ ਵਾਪਰਦੀ ਹੈ। ਅਤੇ ਇਸ ਕਹਾਣੀ ਦਾ ਖਲਨਾਇਕ ਜਾਂ ਹੀਰੋ ਇਹ ਤੁਹਾਡੇ ਤੇ ਹੈ ਕਿ ਤੁਸੀਂ ਉਸ ਨੂੰ ਕੀ ਸਮਝਦੇ ਹੋ, ਪਰ ਇੱਕ ਗੱਲ ਪੱਕੀ ਹੈ, ਉਹ ਇੱਕ ਮੌਮ ਹੈ। ਅਤੇ ਉਹ ਹਰ ਥਾਂ, ਹਰ ਡੈਸਕ ਦੇ ਪਿੱਛੇ, ਹਰ ਚਾਹ ਦੇ ਪਿਆਲੇ, ਹਰ ਨਜ਼ਰ ਵਿੱਚ ਛੁਪੀ ਹੋ ਸਕਦੀ ਹੈ। ਇਸ ਲਈ ਇੱਕ ਵਾਰ ਫਿਰ ਇਸ ਡਰਾਮੇ ਨੂੰ ਵਿਚਾਰੋ, ਸਮਝੋ ਜਾਂ ਡਰੋ, ਪਰ ਨਜ਼ਰਅੰਦਾਜ਼ ਨਾ ਕਰੋ। ਇਹ ਪੰਜਾਬੀ ਦੀ ਹਿਡਨ ਬੌਸ ਮੌਮ ਹੈ। ਤੇ ਮੈਂ ਇਹ 4000 ਸ਼ਬਦ ਖਤਮ ਕਰਦਿਆਂ ਸਿਰਫ ਇੰਨਾ ਹੀ ਕਹਾਂਗਾ, ਆਪਣੀ ਮਾਂ ਨੂੰ ਜਾ ਕੇ ਕਹੋ, ਮਾਂ ਤੈਨੂੰ ਪਤਾ ਹੈ ਮੈਂ ਤੇਰਾ ਬੇਟਾ ਹਾਂ, ਤੇਰਾ ਪ੍ਰੋਜੈਕਟ ਨਹੀਂ। ਜਦੋਂ ਕਿਸੇ ਵੀ ਡਰਾਮੇ, ਫਿਲਮ ਜਾਂ ਵੈਬ ਸੀਰੀਜ਼ ਵਿੱਚ ਹਿਡਨ ਬੌਸ ਵਰਗਾ ਟਾਈਟਲ ਸੁਣਦੇ ਹਾਂ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾਂ ਕੋਈ ਚਾਲਬਾਜ਼ CEO, ਸੁਪਰਵਾਈਜ਼ਰ ਜਾਂ ਟੀਮ ਲੀਡਰ ਦੀ ਤਸਵੀਰ ਉੱਭਰਦੀ ਹੈ ਜੋ ਆਪਣੇ ਕਰਮਚਾਰੀਆਂ ਦੇ ਵਿਚਕਾਰ ਪੇਸ ਬਦਲ ਕੇ ਘੁਲ ਜਾਂਦਾ ਹੈ। ਪਰ ਜਦੋਂ ਇਸ ਵਿੱਚ ਮੌਮ ਸ਼ਬਦ ਜੁੜ ਜਾਵੇ ਤਾਂ ਮਾਮਲਾ ਹੋਰ ਗੁੰਝਲਦਾਰ, ਭਾਵਨਾਤਮਕ ਅਤੇ ਥੋੜ੍ਹਾ ਡਰਾਉਣਾ ਵੀ ਬਣ ਜਾਂਦਾ ਹੈ। ਪੰਜਾਬੀ ਡਰਾਮਾ ਇੰਡਸਟਰੀ, ਜਿਸ ਨੂੰ ਅਸੀਂ ਪਿਆਰ ਨਾਲ ਪੰਜਾਬੀ ਸਿਨੇਮਾ ਜਾਂ PTC, ਚੈਰੀ ਪਿੰਕ, ਜੀਓ ਅਤੇ ਹੋਰ ਚੈਨਲਾਂ ਤੇ ਪ੍ਰਸਾਰਿਤ ਡਰਾਮਿਆਂ ਦੇ ਰੂਪ ਵਿੱਚ ਦੇਖਦੇ ਹਾਂ, ਨੇ ਹਾਲ ਹੀ ਵਿੱਚ ਇੱਕ ਅਜਿਹੀ ਕਹਾਣੀ ਦੀ ਪੇਸ਼ਕਸ਼ ਕੀਤੀ ਹੈ ਜਿਸ ਨੇ ਵਿਵਾਦ ਪੈਦਾ ਕਰ ਦਿੱਤੇ। ਕੁਝ ਨੇ ਇਸ ਨੂੰ ਹਿਡਨ ਬੌਸ ਮੌਮ ਦਾ ਨਾਂ ਦਿੱਤਾ। ਇਹ ਅਸਲ ਵਿੱਚ ਕੋਈ ਰਿਐਲਿਟੀ ਸ਼ੋਅ ਨਹੀਂ, ਸਗੋਂ ਇੱਕ ਮਨੋਵਿਗਿਆਨਕ ਡਰਾਮਾ ਹੈ ਜੋ ਸੋਸ਼ਲ ਮੀਡੀਆ, YouTube ਅਤੇ WhatsApp ਯੂਨੀਵਰਸਿਟੀ ਵਿੱਚ ਛਾਇਆ ਰਿਹਾ। ਮੈਂ ਇਸ ਹਿਡਨ ਬੌਸ ਮੌਮ ਡਰਾਮਾ ਦੀ ਸਮੀਖਿਆ ਵਿੱਚ ਉਲਝਣ ਜਾ ਰਿਹਾ ਹਾਂ। ਇਸ ਦੀ ਕਹਾਣੀ, ਪਾਤਰ, ਪ੍ਰੋਡਕਸ਼ਨ, ਸੰਵਾਦ, ਸਮਾਜਿਕ ਸੰਦੇਸ਼, ਮਨੋਵਿਗਿਆਨ ਤੇ ਸਭ ਤੋਂ ਮਹੱਤਵਪੂਰਨ ਪੰਜਾਬੀ ਸੱਭਿਆਚਾਰ ਉੱਤੇ ਪੈਂਦੇ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ। ਇਹ ਡਰਾਮਾ ਕੇਂਦਰੀ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ, ਮਾਨਸਾ ਵਿੱਚ ਸੈੱਟ ਹੈ। ਮੁੱਖ ਪਾਤਰ ਹੈ ਗੁਰਲਾਲ ਸਿੰਘ, ਇੱਕ ਦਮਦਾਰ ਨਾਂ ਜਿਸ ਵਿੱਚ ਗੁਰਬਾਣੀ ਦੀ ਗੂੰਜ ਅਤੇ ਲਾਲੀ ਦਾ ਅਹਿਸਾਸ ਹੈ, ਪਰ ਅਸਲ ਵਿੱਚ ਇਸ ਡਰਾਮੇ ਦੀ ਹਿਡਨ ਬੌਸ ਹੈ ਕੁਲਵਿੰਦਰ ਕੌਰ। ਕੁਲਵਿੰਦਰ ਕੌਰ ਇੱਕ ਔਸਤ ਦਿੱਖ ਵਾਲੀ 55 ਸਾਲ ਦੀ ਪੰਜਾਬੀ ਮਾਂ ਜੋ ਦਿੱਖ ਵਿੱਚ ਬਿਲਕੁਲ ਨਰਮ, ਹਮਦਰਦ ਅਤੇ ਘਰੇਲੂ ਔਰਤ ਲੱਗਦੀ ਹੈ। ਉਹ ਆਪਣੇ ਪਤੀ, ਸੇਵਾਮੁਕਤ ਸਰਕਾਰੀ ਅਫਸਰ ਬਲਦੇਵ ਸਿੰਘ ਅਤੇ 28 ਸਾਲ ਦੇ ਬੇਟੇ ਅਮਨਦੀਪ ਨਾਲ ਰਹਿੰਦੀ ਹੈ।
ਅਮਨਦੀਪ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਮਿਡ ਲੈਵਲ ਮੈਨੇਜਰ ਹੈ, ਪਰ ਕਹਾਣੀ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਮਨਦੀਪ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਕੰਪਨੀ ਦੇ ਹੈੱਡਕੁਆਰਟਰ ਵਿੱਚ ਉਸ ਦੇ ਬੌਸ, ਇੱਕ ਰਹੱਸਮਈ ਸ਼ਖਸੀਅਤ ਜਿਸ ਨੂੰ ਸਾਰੇ ਐਕਸ ਕੋਡ ਨਾਲ ਬੁਲਾਉਂਦੇ ਹਨ, ਨੇ ਉਸ ਦੀ ਟੀਮ ਨੂੰ ਇੱਕ ਪ੍ਰੋਜੈਕਟ ਫੇਲ ਕਰਨ ਦਾ ਆਦੇਸ਼ ਦਿੱਤਾ ਹੈ। ਅਮਨਦੀਪ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਉਸ ਦੀ ਮਾਂ ਕੁਲਵਿੰਦਰ ਕੌਰ, ਜੋ ਸਾਰੀ ਉਮਰ ਘਰ ਸੰਭਾਲਦੀ ਰਹੀ, ਅਚਾਨਕ ਕੁਝ ਅਜਿਹਾ ਕਰਦੀ ਹੈ ਜਿਸ ਨੇ ਸਾਰੇ ਪਰਦੇ ਫਾੜ ਦਿੱਤੇ। ਉਹ ਆਪਣੇ ਬੇਟੇ ਦੀ ਕੰਪਨੀ ਵਿੱਚ ਹੈਲਪਰ ਦੇ ਤੌਰ ਤੇ ਭਰਤੀ ਹੋ ਜਾਂਦੀ ਹੈ, ਸਫਾਈ ਕਰਮਚਾਰੀ, ਚਾਹ ਬਣਾਉਣ ਵਾਲੀ, ਕਈ ਵਾਰ ਫਾਈਲਾਂ ਦੀ ਸਫਾਈ ਕਰਨ ਵਾਲੀ। ਪਰ ਉਹ ਉਸ ਕੰਪਨੀ ਦੀ ਅਸਲੀ ਮਾਲਕਣ ਹੈ। 20 ਸਾਲ ਪਹਿਲਾਂ ਉਸਨੇ ਆਪਣੇ ਮਾਇਕੇ ਤੋਂ ਮਿਲੀ ਜ਼ਮੀਨ ਵੇਚ ਕੇ ਇੱਕ ਸਟਾਰਟਅਪ ਵਿੱਚ ਪੈਸੇ ਲਗਾਏ ਸਨ, ਜੋ ਅੱਜ ਇੱਕ ਮਲਟੀ-ਮਿਲੀਅਨ ਡਾਲਰ ਦਾ ਉੱਦਮ ਬਣ ਚੁੱਕਾ ਹੈ। ਉਸਨੇ ਆਪਣੇ ਪਤੀ ਤੋਂ ਲੁਕਾ ਕੇ, ਆਪਣੇ ਬੇਟੇ ਤੋਂ ਛੁਪਾ ਕੇ, ਪਰਮ ਸਿੰਘ, ਇੱਕ ਵਫਾਦਾਰ ਆਪਰੇਸ਼ਨ ਹੈਡ ਦੀ ਮਦਦ ਨਾਲ ਸਾਰਾ ਸਾਮਰਾਜ ਖੜਾ ਕੀਤਾ। ਕਿਉਂਕਿ ਉਹ ਚਾਹੁੰਦੀ ਸੀ ਕਿ ਉਸਦਾ ਪਤੀ ਜ਼ਿੰਦਗੀ ਭਰ ਮਰਦ ਮਾਣ ਵਿੱਚ ਜੀਵੇ, ਉਸਦਾ ਬੇਟਾ ਆਪਣੀ ਮਿਹਨਤ ਨਾਲ ਉੱਪਰ ਆਵੇ। ਪਰ ਜਦੋਂ ਉਸਨੇ ਦੇਖਿਆ ਕਿ ਉਸਦਾ ਬੇਟਾ ਉਸੇ ਕੰਪਨੀ ਵਿੱਚ, ਬਿਨਾਂ ਜਾਣੇ, ਉਸਦੇ ਹੀ ਬਣਾਏ ਸਿਸਟਮ ਵਿੱਚ ਦੁੱਖ ਚੱਲ ਰਿਹਾ ਹੈ, ਤਾਂ ਉਸਨੇ ਹਿਡਨ ਬੌਸ ਬਣ ਕੇ ਦਖਲ ਦੇਣ ਦਾ ਫੈਸਲਾ ਕਰ ਲਿਆ। ਇਹ ਡਰਾਮਾ ਅਸਲ ਵਿੱਚ ਇੱਕ ਮਾਂ, ਇੱਕ ਉੱਦਮੀ, ਇੱਕ ਔਰਤ ਅਤੇ ਇੱਕ ਛੁਪੇ ਹੋਏ ਤਾਨਾਸ਼ਾਹ ਦੀ ਦਿਮਾਗੀ ਜੰਗ ਹੈ। ਸਭ ਤੋਂ ਪਹਿਲਾਂ ਮੈਂ ਇਸ ਡਰਾਮੇ ਦੇ ਪ੍ਰੋਡਕਸ਼ਨ ਮੁੱਲਾਂ ਬਾਰੇ ਗੱਲ ਕਰਦਾ ਹਾਂ। ਫਿਲਮਾਇਆ ਗਿਆ ਹੈ ਚੰਡੀਗੜ੍ਹ ਅਤੇ ਮੋਹਾਲੀ ਦੇ ਰੀਅਲ ਆਫਿਸ ਲੋਕੇਸ਼ਨਾਂ ਤੇ। ਐਕਟਿੰਗ ਦੀ ਗੱਲ ਕਰੀਏ ਤਾਂ ਕੁਲਵਿੰਦਰ ਕੌਰ ਦੇ ਰੋਲ ਲਈ ਲੇਖਕਾਂ ਨੇ ਜਾਣਬੁੱਝ ਕੇ ਇੱਕ ਗੈਰ ਮਸ਼ਹੂਰ ਪਰ ਬਹੁਤ ਤਜਰਬੇਕਾਰ ਪੰਜਾਬੀ ਥੀਏਟਰ ਅਦਾਕਾਰਾ ਸੁਖਪ੍ਰੀਤ ਕੌਰ ਨੂੰ ਲਿਆ। ਉਸਦੇ ਚਿਹਰੇ ਤੇ ਨਕਾਬ ਬਹੁਤ ਡੂੰਘਾ ਹੈ। ਪਹਿਲੇ 4 ਐਪੀਸੋਡਾਂ ਵਿੱਚ ਉਹ ਇੱਕ ਲਾਚਾਰ, ਬੁੱਢੀ, ਥੋੜੀ ਜਿਹੀ ਹੱਸਦੀ ਹਸਾਉਂਦੀ ਮਾਂ ਵਾਂਗ ਲੱਗਦੀ ਹੈ। ਅਮਨਦੀਪ ਦੇ ਰੋਲ ਵਿੱਚ ਕਰਨਵੀਰ ਸਿੰਘ ਅਸਲ ਜ਼ਿੰਦਗੀ ਵਿੱਚ ਇੱਕ ਸਟੈਂਡ-ਅਪ ਕਾਮੇਡੀਅਨ ਨੇ ਸ਼ਾਨਦਾਰ ਕੰਮ ਕੀਤਾ ਹੈ। ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੀ ਮਾਂ ਉਸਦੀ ਹਿਡਨ ਬੌਸ ਹੈ, ਤਾਂ ਉਸਦੀ ਅੱਖਾਂ ਵਿੱਚ ਭਰੋਸਾ ਟੁੱਟਣ ਦਾ ਜੋ ਸਦਮਾ ਹੈ, ਉਹ ਚੁੱਪ ਬੈਠੇ-ਬੈਠੇ ਵੀ ਦਰਸ਼ਕਾਂ ਨੂੰ ਬੇਚੈਨ ਕਰ ਦਿੰਦਾ ਹੈ। ਪਰ ਅਸਲ ਖਲਨਾਇਕ ਕੋਈ ਹੋਰ ਨਹੀਂ, ਪਰਮ ਸਿੰਘ ਦਾ ਰੋਲ ਕਰਨ ਵਾਲੇ ਗੁਰਪ੍ਰੀਤ ਘੁੰਮਣ ਹਨ। ਉਹ ਕ੍ਰਿਪਲ, ਚੁੱਪ, ਖਤਰਨਾਕ ਸੱਪ ਵਾਂਗ ਅਭਿਨੈ ਕਰਦਾ ਹੈ। ਉਹੀ ਹੈ ਜਿਸਨੇ ਸਾਲਾਂ ਤੋਂ ਕੁਲਵਿੰਦਰ ਕੌਰ ਨੂੰ ਜੀ ਕਰਦਿਆਂ ਉਸਦੇ ਦਿਮਾਗ ਨੂੰ ਹੋਰ ਵੀ ਤਾਨਾਸ਼ਾਹ ਬਣਾਇਆ। ਕਹਾਣੀ ਦੀ ਰਫ਼ਤਾਰ ਪਹਿਲੇ 3 ਐਪੀਸੋਡਾਂ ਵਿੱਚ ਜਾਣਬੁੱਝ ਕੇ ਹੌਲੀ ਰੱਖੀ ਗਈ ਹੈ। ਸ਼ੁਰੂਆਤ ਦੇ ਦ੍ਰਿਸ਼ਾਂ ਵਿੱਚ ਅਸੀਂ ਕੁਲਵਿੰਦਰ ਕੌਰ ਨੂੰ ਸਵੇਰੇ ਚਾਹ ਬਣਾਉਂਦਿਆਂ, ਪਰਮ ਸਿੰਘ ਨੂੰ ਫੋਨ ਤੇ ਘੱਟ ਆਵਾਜ਼ ਵਿੱਚ 10 ਲੱਖ ਦਾ ਟ੍ਰਾਂਸਫਰ ਕਰਦੇ ਕਹਿੰਦਿਆਂ ਦੇਖਦੇ ਹਾਂ, ਅਤੇ ਫਿਰ ਉਹੀ ਔਰਤ ਆਪਣੇ ਪਤੀ ਨੂੰ ਜੀ ਆਇਆਂ ਨੂੰ ਕਹਿ ਕੇ ਪਰੌਂਠੇ ਪਰੋਸਦੀ ਹੈ। ਇਹ ਦੋਹਰੀ ਜ਼ਿੰਦਗੀ ਬਹੁਤ ਹੀ ਸਹਿਜਤਾ ਨਾਲ ਪੇਸ਼ ਕੀਤੀ ਗਈ ਹੈ। ਡਰਾਮੇ ਦਾ ਟਰਨਿੰਗ ਪੁਆਇੰਟ ਐਪੀਸੋਡ 5 ਵਿੱਚ ਆਉਂਦਾ ਹੈ, ਜਦੋਂ ਕੁਲਵਿੰਦਰ ਕੌਰ ਕੰਪਨੀ ਦੇ ਸੀਸੀਟੀਵੀ ਰੂਮ ਵਿੱਚ ਇਕੱਲੀ ਬੈਠ ਕੇ ਆਪਣੇ ਬੇਟੇ ਨੂੰ ਹੋਰ ਮੈਨੇਜਰਾਂ ਨਾਲ ਬਹਿਸ ਕਰਦਿਆਂ ਦੇਖਦੀ ਹੈ। ਉਸ ਵੇਲੇ ਉਸਦੀਆਂ ਅੱਖਾਂ ਵਿੱਚ ਇੱਕ ਠੰਡ ਜਿਹੀ ਆ ਜਾਂਦੀ ਹੈ, ਅਤੇ ਉਹ ਇੱਕ ਡਾਇਲ ਕਰਦੀ ਹੈ ਅਮਨਦੀਪ ਦੀ ਟੀਮ ਵਿੱਚੋਂ ਰਾਹੁਲ ਚੌਹਾਨ ਨੂੰ ਕਬਿੰਦਿਓ। ਬਿਨਾਂ ਕੋਈ ਭਾਵਨਾ ਦਿਖਾਏ। ਇਹ ਦ੍ਰਿਸ਼ ਪੂਰੇ ਡਰਾਮੇ ਦੀ ਰੀੜ੍ਹ ਦੀ ਹੱਡੀ ਹੈ। ਦਰਸ਼ਕ ਨੂੰ ਅਹਿਸਾਸ ਹੁੰਦਾ ਹੈ ਕਿ ਹਿਡਨ ਬੌਸ ਇੱਕ ਨਿਰਦਈ, ਕੁਸ਼ਲ, ਮਨਘੜਤ ਕਾਰਪੋਰੇਟ ਮਾਲਕ ਹੈ, ਜੋ ਇੱਕ ਮਾਂ ਦੇ ਚਿਹਰੇ ਨੂੰ ਆਪਣੇ ਕਵਚ ਵਾਂਗ ਵਰਤਦੀ ਹੈ। ਸੰਵਾਦਾਂ ਵੱਲ ਧਿਆਨ ਦੇਈਏ। ਪੰਜਾਬੀ ਡਰਾਮਿਆਂ ਵਿੱਚ ਅਕਸਰ ਇੱਕ ਖਾਮੀ ਹੁੰਦੀ ਹੈ, ਬਹੁਤ ਜ਼ਿਆਦਾ ਮਲ-ਟੱਪੀ, ਬਹੁਤ ਜ਼ਿਆਦਾ ਹਾਸੇ ਲਈ ਨਿਰਾਰਥਕ ਗੱਲਾਂ। ਪਰ ਇਸ ਡਰਾਮੇ ਨੇ ਉਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਨ ਵਜੋਂ, ਇੱਕ ਸੀਨ ਵਿੱਚ ਜਦੋਂ ਬੇਟਾ ਅਮਨਦੀਪ ਮਾਂ ਨੂੰ ਕਹਿੰਦਾ ਹੈ, ਮਾਂ, ਤੈਨੂੰ ਆਫਿਸ ਦੀ ਨੌਕਰੀ ਨਹੀਂ ਸਮਝਣੀ, ਤੂੰ ਤਾਂ ਬਸ ਕੈਂਟੀਨ ਵਿੱਚ ਮੇਰੇ ਵਾਸਤੇ ਲੱਡੂ ਲਿਆ ਕਰ। ਜਵਾਬ ਵਿੱਚ ਮਾਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਹੱਸਦੀ ਹੈ ਅਤੇ ਬੋਲਦੀ ਹੈ, ਪੁੱਤ, ਲੱਡੂ ਵੀ ਕਦੇ ਉਤਲਿਆਂ ਨੂੰ ਹੀ ਲਿਆਏ ਜਾਂਦੇ ਨੇ। ਇਸ ਇੱਕ ਲਾਈਨ ਨੇ ਪੂਰੇ ਪੰਜਾਬੀ ਸੋਸ਼ਲ ਮੀਡੀਆ ਤੇ ਤੂਫਾਨ ਮਚਾ ਦਿੱਤਾ। ਲੋਕਾਂ ਨੇ ਇਸ ਨੂੰ ਹਿਡਨ ਬੌਸ ਮੌਮ ਜਿਹੜੀ ਬੋਲੀ ਦਾ ਟ੍ਰੈਂਡ ਬਣਾਇਆ। ਹੋਰ ਵੀ ਸੰਵਾਦ ਹਨ। ਘਰ ਦੀ ਸੁਆਣੀ ਜੇ ਬਾਹਰ ਨਿਕਲੇ ਤਾਂ ਪਤਾ ਨਹੀਂ ਲੱਗਦਾ ਕਿ ਫੈਕਟਰੀ ਕਿਹਨੂੰ ਕਹਿੰਦੇ ਨੇ, ਇਹ ਕੁਲਵਿੰਦਰ ਕੌਰ ਆਪਣੇ ਭਰੋਸੇਮੰਦ ਪਰਮ ਸਿੰਘ ਨੂੰ ਕਹਿੰਦੀ ਹੈ, ਅਤੇ ਇਸ ਸੀਨ ਵਿੱਚ ਉਸਦੇ ਚਿਹਰੇ ਤੇ ਇੱਕ ਚਾਲਬਾਜ਼ ਮੁਸਕਰਾਹਟ ਹੁੰਦੀ ਹੈ, ਜੋ ਬਹੁਤ ਘਿਣਾਉਣੀ ਵੀ ਹੈ ਅਤੇ ਪ੍ਰਸ਼ੰਸਾਯੋਗ ਵੀ। ਹੁਣ ਗੱਲ ਕਰਦੇ ਹਾਂ ਡਰਾਮੇ ਦੇ ਦਿਲ ਉੱਤੇ। ਇਹ ਮੌਮ ਪਾਤਰ ਅਸਲ ਵਿੱਚ ਕੀ ਦਰਸਾਉਂਦਾ ਹੈ? ਪੰਜਾਬੀ ਸੱਭਿਆਚਾਰ, ਖਾਸ ਕਰਕੇ ਮੱਧ ਵਰਗੀ ਸੋਚ ਵਿੱਚ, ਮਾਂ ਨੂੰ ਕੁਰਬਾਨੀ, ਨਿਸ਼ਕਾਮ ਪਿਆਰ, ਅੰਨ੍ਹੇਵਾਹ ਸਹਾਰੇ ਦੀ ਮੂਰਤ ਮੰਨਿਆ ਗਿਆ ਹੈ। ਮਾਂ ਬੋਲਦੀ ਨਹੀਂ, ਮਹਿਸੂਸ ਕਰਦੀ ਹੈ। ਮਾਂ ਦਾ ਸਾਥ ਸਭ ਤੋਂ ਵੱਡਾ ਅਜਿਹੇ ਬਹੁਤੇ ਨਾਰੇ। ਪਰ ਇਸ ਡਰਾਮੇ ਨੇ ਉਲਟਾ ਕੀਤਾ ਹੈ। ਇਸਨੇ ਦਿਖਾਇਆ ਹੈ ਕਿ ਜਦੋਂ ਇੱਕ ਮਾਂ ਹਿਡਨ ਬੌਸ ਬਣ ਜਾਂਦੀ ਹੈ, ਤਾਂ ਉਸਦੀ ਕੁਰਬਾਨੀ ਆਪਣੀ ਹੀ ਨਿਸ਼ਕਾਮਤਾ ਨੂੰ ਖਾ ਜਾਂਦੀ ਹੈ।
ਉਹ ਆਪਣੇ ਬੇਟੇ ਦੀਆਂ ਤਨਖਾਹਾਂ, ਤਰੱਕੀਆਂ ਅਤੇ ਅਸਫਲਤਾਵਾਂ ਨੂੰ ਕੰਟਰੋਲ ਕਰਦੀ ਹੈ। ਉਹ ਆਪਣੇ ਪਤੀ ਨੂੰ ਇੱਕ ਵੱਡੇ ਭਰਨ ਵਿੱਚ ਜਿਉਂਦਾ ਰੱਖਦੀ ਹੈ, ਇਹ ਸੋਚਦਿਆਂ ਕਿ ਉਹ ਉਸ ਦੀ ਰੱਖਿਆ ਕਰ ਰਹੀ ਹੈ। ਅਸਲ ਵਿੱਚ ਉਹ ਆਪਣੇ ਪੂਰੇ ਪਰਿਵਾਰ ਦੇ ਫੈਸਲਿਆਂ, ਉਹਨਾਂ ਦੀ ਸੋਚਣ ਦੀ ਸ਼ਕਤੀ ਅਤੇ ਉਹਨਾਂ ਦੇ ਆਜ਼ਾਦ ਮਨ ਨੂੰ ਕੈਦ ਕਰ ਰਹੀ ਹੈ। ਇਹ ਬਹੁਤ ਡੂੰਘਾ ਮਨੋਵਿਗਿਆਨਕ ਡਰਾਮਾ ਹੈ। ਕੁਲਵਿੰਦਰ ਕੌਰ ਦਾ ਤਰਕ ਹੈ, ਮੈਂ ਸਭ ਕੁਝ ਆਪਣੇ ਪਰਿਵਾਰ ਲਈ ਕੀਤਾ, ਪਰ ਉਸ ਦੇ ਕੰਮ ਉਸ ਦੇ ਪਰਿਵਾਰ ਨੂੰ ਵਿਅਕਤੀਗਤ ਤੌਰ ਤੇ ਤਬਾਹ ਕਰ ਰਹੇ ਹਨ। ਉਸ ਦਾ ਪੁੱਤਰ ਅਮਨਦੀਪ ਆਖਰੀ ਐਪੀਸੋਡ ਵਿੱਚ ਜਦੋਂ ਆਪਣੀ ਮਾਂ ਦੇ ਸਾਹਮਣੇ ਬੈਠ ਕੇ ਰੋਂਦਾ ਹੈ, ਉਹ ਕਹਿੰਦਾ ਹੈ, ਤੂੰ ਮੇਰੀ ਮਾਂ ਹੈ ਕਿ ਮੇਰਾ ਬੌਸ? ਜਾਂ ਦੋਵੇਂ? ਇਹ ਪ੍ਰਸ਼ਨ ਬਹੁਤ ਤਕਲੀਫ ਦਿੰਦਾ ਹੈ। ਦਰਸ਼ਕ ਦੇ ਮਨ ਵਿੱਚ ਆਪਣੀ ਮਾਂ ਪ੍ਰਤੀ ਵੀ ਇੱਕ ਅਜੀਬ ਬੇਚੈਨੀ ਉੱਠਦੀ ਹੈ। ਕੀ ਸਾਡੀਆਂ ਮਾਵਾਂ ਵੀ ਕਦੇ ਹਮਦਰਦੀ ਦੇ ਨਾਂ ਤੇ ਸਾਡੀ ਜ਼ਿੰਦਗੀ ਦੇ ਪਰਮ ਸਿੰਘ ਬਣ ਜਾਂਦੀਆਂ ਹਨ? ਕੀ ਸਾਡੇ ਫੈਸਲੇ ਅਸਲ ਵਿੱਚ ਸਾਡੇ ਹੁੰਦੇ ਹਨ ਜਾਂ ਉਹਨਾਂ ਉਮੀਦਾਂ ਦੇ, ਜਿਹੜੀਆਂ ਮਾਂ ਸਾਡੇ ਤੇ ਲਾਦ ਦਿੰਦੀ ਹੈ? ਇਸ ਡਰਾਮੇ ਨੇ ਉਸ ਨੂੰ ਉਗਾੜ ਕੇ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਡਰਾਮੇ ਦੀ ਇੱਕ ਹੋਰ ਮਹੱਤਵਪੂਰਨ ਪਰਤ ਹੈ, ਛੁਪੀ ਹੋਈ ਔਰਤ ਦੀ ਤਾਕਤ। ਆਮ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਜਾਂ ਤਾਂ ਔਰਤ ਪੂਰੀ ਤਰ੍ਹਾਂ ਨਿਰੀ ਹੁੰਦੀ ਹੈ, ਜਾਂ ਫਿਰ ਸਟਰਾਂਗ ਵੂਮੈਨ ਦਾ ਟੈਂਪਲੇਟ ਹੁੰਦਾ ਹੈ, ਸ਼ੋਰ ਮਚਾਉਣ ਵਾਲੀ, ਗੁੱਸੇ ਵਾਲੀ, ਪੁਲਿਸ ਥਾਣਿਆਂ ਵਿੱਚ ਲਾਠੀ ਚਲਾਉਣ ਵਾਲੀ। ਪਰ ਇੱਥੇ ਕੁਲਵਿੰਦਰ ਕੌਰ ਇੱਕਦਮ ਟੁੱਟੀ ਫੇ ਹੈ। ਉਹ ਕਦੇ ਉੱਚੀ ਨਹੀਂ ਬੋਲਦੀ। ਉਹ ਆਪਣੇ ਟੀਚੇ ਕਿਸੇ ਚਾਕੂ ਨਾਲ ਨਹੀਂ, ਸਗੋਂ ਇੱਕ ਪੇਪਰ ਕਟਰ ਦੀ ਸ਼ੁੱਧਤਾ ਨਾਲ ਪੂਰੇ ਕਰਦੀ ਹੈ। ਉਹ ਆਪਣੇ ਕਰਮਚਾਰੀ, ਰਾਹੁਲ ਚੌਹਾਨ, ਨੂੰ ਨਿੱਜੀ ਕਾਰਨਾਂ ਕਰਕੇ ਨਹੀਂ ਦੀ, ਉਹ ਉਸ ਨੂੰ ਦੀ ਹੈ ਕਿਉਂਕਿ ਉਹ ਉਸ ਦੇ ਬੇਟੇ ਦੀ ਤਰੱਕੀ ਵਿੱਚ ਰੁਕਾਵਟ ਹੈ। ਇਸ ਫੈਸਲੇ ਵਿੱਚ ਉਸ ਦੀ ਕੋਈ ਨੈਤਿਕਤਾ ਨਹੀਂ, ਸਿਰਫ ਇੱਕ ਭਿਆਨਕ ਮਾਤਾ ਸ਼ਕਤੀ ਹੈ। ਇਸ ਡਰਾਮੇ ਨੇ ਸੋਸ਼ਲ ਮੀਡੀਆ ਤੇ ਮਾਂ ਮਾਲਕ ਦਾ ਜੋ ਮੀਮ ਸੱਭਿਆਚਾਰ ਖੜਾ ਕੀਤਾ, ਉਹ ਅਵਿਸ਼ਵਾਸਯੋਗ ਹੈ। ਮਾਂ ਤੋਂ ਡਰੋ, ਮਾਂ ਤਾਂ ਸੱਚੇ ਪਿਆਰ ਲਈ ਤੁਹਾਡੀ ਕੰਪਨੀ ਦਾ IPO ਵੀ ਵੇਚ ਸਕਦੀ ਹੈ। ਹਿਡਨ ਬੌਸ ਮੌਮ ਜਿਹੜੀ ਤੁਹਾਡੀ ਪਲੇਟ ਵਿੱਚ ਓਵਰਟਾਈਮ ਪੈਸੇ ਵੀ ਰੱਖਦੀ ਹੈ ਅਤੇ ਤੁਹਾਡੇ ਓਵਰਟਾਈਮ ਦੀ ਨੀਂਦ ਵੀ ਉਡਾ ਦਿੰਦੀ ਹੈ। ਇਸ ਡਰਾਮੇ ਦੀ ਸਭ ਤੋਂ ਵੱਡੀ ਕਮਜ਼ੋਰੀ ਕੁਝ ਗੜਬੜ ਵਾਲੇ ਪਲਾਟ ਹੋਲ ਹਨ। ਉਦਾਹਰਨ ਵਜੋਂ, 20 ਸਾਲਾਂ ਤੱਕ ਕੁਲਵਿੰਦਰ ਕੌਰ ਦਾ ਆਪਣੇ ਪਤੀ ਤੋਂ 50 ਕਰੋੜ ਦਾ ਕਾਰੋਬਾਰ ਲੁਕਾਏ ਰੱਖਣਾ, ਹਰ ਦਿਨ ਘਰ ਦਾ ਲੇਖਾ ਜੋਖਾ ਰੱਖਣਾ, ਬਿਨਾਂ ਕਿਸੇ ਸ਼ੱਕ ਦੇ ਇਹ ਥੋੜਾ ਬਹੁਤ ਅਵਾਸਤਵਿਕ ਲੱਗਦਾ ਹੈ। ਪੰਜਾਬੀ ਪਰਿਵਾਰਾਂ ਵਿੱਚ, ਖਾਸ ਕਰਕੇ ਜਦੋਂ ਪਤੀ ਸੇਵਾਮੁਕਤ ਅਫਸਰ ਹੋਵੇ, ਹਰ ਰੁਪਏ ਦਾ ਲੇਖਾ ਜੋਖਾ ਹੁੰਦਾ ਹੈ। ਇਸ ਲਈ ਦਰਸ਼ਕ ਦਾ ਇੱਕ ਵਰਗ ਇਹ ਕਹਿੰਦਾ ਹੈ ਕਿ ਇਹ ਕੋਈ ਪੰਜਾਬੀ ਡਰਾਮਾ ਨਹੀਂ, ਸਗੋਂ ਕੋਈ ਕੋਰੀਅਨ ਡਰਾਮਾ ਹੈ ਜਿਸ ਨੂੰ ਪੰਜਾਬੀ ਪਹਿਰਾਵਾ ਪਾ ਦਿੱਤਾ ਗਿਆ ਹੈ। ਦੂਜੀ ਕਮਜ਼ੋਰੀ ਹੈ ਸੰਗੀਤ। ਪੰਜਾਬੀ ਡਰਾਮਿਆਂ ਵਿੱਚ ਰੋਮਾਂਟਿਕ ਗੀਤ, ਵਿਆਹ ਦੇ ਗੀਤ ਜਾਂ ਐਕਸ਼ਨ ਦੇ ਗੀਤ ਪਾ ਦੇਣ ਦੀ ਬਜਾਏ ਇਸ ਵਿੱਚ ਬਹੁਤ ਘੱਟ ਵਰਤੋਂ ਕੀਤੀ ਗਈ। ਜੋ ਗੀਤ ਹਨ, ਉਹ ਬਹੁਤ ਜ਼ਿਆਦਾ ਲੋਫਾਈ ਅਤੇ ਐਂਬੀਐਂਟ ਕਿਸਮ ਦੇ ਹਨ। ਇੱਕ ਬੈਕਗ੍ਰਾਉਂਡ ਸਕੋਰ ਵਾਰ ਇੱਕ ਹੀ ਧੁਨ ਵਜਾਉਂਦਾ ਹੈ, ਜੋ ਇੱਕ ਛੇਦਦਾਰ, ਡਰਾਉਣੀ ਵਾਇਲਨ ਦੀ ਆਵਾਜ਼ ਹੈ। ਇਹ ਸ਼ਾਇਦ ਜਾਣਬੁੱਝ ਕੇ ਕੀਤਾ ਗਿਆ ਹੈ, ਪਰ ਔਸਤ ਪੰਜਾਬੀ ਦਰਸ਼ਕ ਇਸ ਨੂੰ ਬੋਰ ਜਾਂ ਭੂਤ ਪ੍ਰੇਤ ਵਾਲੀ ਸੀਰੀਜ਼ ਕਹਿ ਕੇ ਨਕਾਰਦਾ ਹੈ। ਤੀਜੀ ਕਮਜ਼ੋਰੀ, ਕੁਝ ਐਪੀਸੋਡਾਂ ਵਿੱਚ ਸੰਵਾਦ ਬਹੁਤ ਜ਼ਿਆਦਾ ਇੰਗਲਿਸ਼ ਪੰਜਾਬੀ ਕੋਡ ਮਿਕਸ ਕਰ ਦਿੰਦੇ ਹਨ। ਕੁਲਵਿੰਦਰ ਮੈਡਮ, ਅਸੀਂ ਇਸ ਕੁਆਰਟਰ ਦੇ ਟਾਰਗੇਟ ਮਿਸ ਕਰ ਦਿੱਤੇ। HR ਨੇ KPI ਨੂੰ ਰੀਸ਼ਫਲ ਕਰ ਦਿੱਤਾ। ਅਜਿਹੇ ਸੰਵਾਦ ਬਹੁਤ ਸਾਰੇ ਨੌਜਵਾਨਾਂ ਨੂੰ ਭਾਵੇਂ ਕੂਲ ਲੱਗਣ, ਪਰ ਬਜ਼ੁਰਗ ਦਰਸ਼ਕਾਂ ਨੂੰ ਅਜੀਬ ਲੱਗਦੇ ਹਨ। ਪੰਜਾਬੀ ਦਰਸ਼ਕ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਵਰਗ ਕਹਿੰਦਾ ਹੈ, ਸਾਡੇ ਪੰਜਾਬ ਵਿੱਚ ਔਰਤਾਂ ਵੀ ਹੁਣ ਅਜਿਹੀਆਂ ਹੀ ਹੋ ਗਈਆਂ ਨੇ, ਅੰਦਰੋਂ ਬੌਸ ਬਾਹਰੋਂ ਮਾਂ। ਦੂਜਾ ਵਰਗ ਕਹਿੰਦਾ ਹੈ, ਇਹ ਪਰਿਵਾਰਕ ਜ਼ਹਿਰ ਫੈਲਾਉਣ ਦਾ ਡਰਾਮਾ ਹੈ, ਮਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪਰ ਮੈਂ ਸਮਝਦਾ ਹਾਂ ਕਿ ਜੇਕਰ ਅਸੀਂ ਇਸ ਡਰਾਮੇ ਨੂੰ ਇੱਕ ਮਾਤਰ ਮਨੋਰੰਜਨ ਵਜੋਂ ਨਾ ਦੇਖ ਕੇ ਇੱਕ ਸਮਾਜਿਕ ਟਿੱਪਣੀ ਵਜੋਂ ਦੇਖੀਏ ਤਾਂ ਇਹ ਕਾਫੀ ਆਮ ਹੈ। ਪੰਜਾਬੀ ਸਮਾਜ ਵਿੱਚ, ਖਾਸ ਕਰਕੇ NRI ਪਰਿਵਾਰਾਂ ਅਤੇ ਸ਼ਹਿਰੀ ਮੱਧ ਵਰਗ